ਜਸਵਿੰਦਰ ਮਹਿਰਮ ਦਾ ਕਹਾਣੀ ਸੰਗ੍ਰਹਿ ਹੈ ਨਾ ਪੁੱਤ ਨਾ। ਪਹਿਲੀ ਕਹਾਣੀ, ਉੱਚੀਆਂ ਪੱਗਾਂ ਵਾਲੇ। ਗੋਲੀ ਬੰਦੂਕ ਚੋਂ ਨਿਕਲਦਿਆਂ ਹੀ ਰੁੱਖਾਂ ਤੇ ਬੈਠੇ ਪੰਛੀ ਫੜਫੜਾਉਂਦੇ ਹੋਏ ਇੱਧਰ ਉੱਧਰ ਉੱਡ ਗਏ। ਇਹਦੇ ਨਾਲ ਹੀ ਇੱਕ ਹੋਰ, ਫਿਰ ਦੂਜੀ, ਤੀਜੀ ਤੇ ਚੌਥੀ। ਹਵਾ ਚ ਉੱਡਦੇ ਮਾਸੂਮ ਕਬੂਤਰ ਤੜਫਦੇ ਹੋਏ ਜ਼ਮੀਨ ਤੇ ਆ ਡਿੱਗੇ। ਇਹਦੇ ਨਾਲ ਹੀ ਸਰਦਾਰਾਂ ਦੇ 5 ਵਫਾਦਾਰ ਨੌਕਰ ਉਹਨਾਂ ਵੱਖ-ਵੱਖ ਪਾਸੇ ਡਿੱਗੇ ਪੰਛੀਆਂ ਵੱਲ ਹੋ ਤੁਰੇ। ਛੇਤੀ ਉਹ ਇੱਕ ਜਾਨਵਰ ਹੱਥਾਂ 'ਚ ਲਟਕਾਈ ਸਰਦਾਰਾਂ ਕੋਲ ਆ ਗਏ। ਮਾਲ ਤਾਂ ਬੜਾ ਚੰਗਾ ਹੈ ਸਾਹਿਬ ਜੀ, ਇੱਕ ਨੌਕਰ ਨੇ ਕਿਹਾ। ਸਰਦਾਰ ਸਦਾ ਚੰਗਾ ਮਾਲ ਹੀ ਮਾਰਦੇ ਐ ਬਿੱਲਿਆ, ਦਿਲਬਾਗ ਨੇ ਜਵਾਬ ਦਿੱਤਾ, ਜੋ ਸਰਦਾਰਾਂ ਵਿੱਚੋਂ ਸਭ ਤੋਂ ਵੱਡਾ ਸੀ। ਚਲੋ ਰੱਖ ਦਿਓ, ਸਾਰੇ ਜੀਪ 'ਚ ਤੇ ਗਾਂਹ ਚਲੀਏ। ਨਹਿਰ ਦੇ ਨਾਲ ਨਾਲ ਰੁੱਖਾਂ ਤੇ ਬੜੇ ਜਾਨਵਰ ਹੋਣੇ ਆ, ਸ਼ਿਕਾਰ ਦਾ ਮਜ਼ਾ ਵੀ ਤਾਂ ਉੱਥੇ ਹੀ ਆਊਗਾ। ਸ਼ਿਕਾਰ ਸ਼ਿਕਾਰੀਆਂ ਨਾਲ ਹੀ ਸੋਭਦਾ ਸਰਦਾਰ ਜੀ, ਨਾਲੇ ਉੱਥੇ ਕੋਈ ਬੰਦਾ ਸ਼ੰਦਾ ਵੀ ਆਇਆ ਹੋਣਾ ਹੈ। ਰਾਜੂ ਨੇ ਜੀਭ ਦੰਦਾਂ ਥੱਲੇ ਦੱਬਦੇ ਹੋਏ ਕਿਹਾ, ਮਤਲਬ ਕਿ ਉੱਥੇ ਕੋਈ ਕੁੜੀ ਚਿੜੀ ਵੀ ਆਈ ਹੋਣੀ ਹੈ ਸ਼ਿਕਾਰ ਖੇਡਣ। ਹਾਂ ਹਾਂ, ਉਹ ਤਾਂ ਹੋਣੀ ਹੀ ਹੈ। ਅੱਜ ਤਾਂ ਸੁੱਖ ਨਾਲ ਦਿਨ ਵੀ ਐਤਵਾਰ ਹੈ, ਫਿਰ ਵੀ ਭਲਾ ਨਾ ਹੋਊ ਕੁਛ। ਨਾਲੇ ਸਰਦਾਰ ਤੇਰੇ ਕਿਹੜਾ ਕਦੇ ਵਾਂਝੇ ਰਹੇ ਐ ਇਹਨਾਂ ਤੋਂ? ਇਸ ਵਾਰ ਪ੍ਰੇਮ ਸਿੰਘ ਨੇ ਕਿਹਾ ਸੀ। ਇਹੀ ਤਾਂ ਮੈਂ ਕਹਿਣਾ, ਬਿੱਲੋ ਨੇ ਸੱਜੇ ਪਾਸੇ ਵੱਲ ਸਿਰ ਘੁਮਾ ਕੇ ਇਸ਼ਾਰਾ ਕਰਦਿਆਂ ਕਿਹਾ ਸੀ। ਇਸ ਵਾਰ ਕਹਿ ਤਾਂ ਉਹ ਕੁਝ ਹੋਰ ਹੀ ਰਿਹਾ ਸੀ, ਪਰ ਜਵਾਬ ਉਹਨਾਂ ਦੀ ਗੱਲ ਦਾ ਦੇ ਰਿਹਾ ਸੀ। ਵੈਸੇ ਵੀ ਅਜੇ ਤੱਕ ਕਿਸੇ ਦਾ ਧਿਆਨ ਉੱਧਰ ਨਹੀਂ ਸੀ ਗਿਆ। ਪਰੇ ਦਰਖਤਾਂ ਦੇ ਝੁੰਡ 'ਚ 3-4 ਕੁੜੀਆਂ ਖੜੀਆਂ ਸਨ, ਜੋ ਇਹਨਾਂ ਵੱਲ ਹੀ ਤੱਕ ਰਹੀਆਂ ਸਨ। ਸ਼ਾਇਦ ਉਹ ਗੋਲੀ ਦੀ ਆਵਾਜ਼ ਸੁਣ ਕੇ ਤੇ ਜਾਂ ਫਿਰ ਇਹਨਾਂ ਦੇ ਹੱਥਾਂ 'ਚ ਬੰਦੂਕਾਂ ਵੇਖ ਕੇ ਡਰ ਰਹੀਆਂ ਸਨ। ਜਿਉਂ ਹੀ ਸਰਦਾਰਾਂ ਦੀਆਂ ਨਜ਼ਰਾਂ ਉੱਧਰ ਉੱਠੀਆਂ, ਮੂੰਹ 'ਚ ਪਾਣੀ ਭਰ ਆਇਆ। ਕਿਉਂ ਸਰਦਾਰ ਜੀ, ਮਾਲ ਪਸੰਦ ਹੈ? ਬਿੱਲੇ ਨੇ ਚਾਪਲੂਸੀ ਕਰਦਿਆਂ ਕਿਹਾ। ਕਿਉਂ ਨਹੀਂ, ਹਰਨਾਮ ਸਿੰਘ ਨੇ ਜਿਹੜਾ ਜੀਪ ਲੈ ਕੇ ਉਹਨਾਂ ਦੇ ਨੇੜੇ ਆ ਗਿਆ ਸੀ। ਬਿੱਲਿਆ, ਤੂੰ ਪਤਾ ਲੈ ਕੇ ਕੌਣ ਆ? ਅਸੀਂ ਨਹਿਰ ਤੇ ਚੱਲਦੇ ਹਾਂ, ਤੂੰ ਗੱਲਬਾਤ ਕਰਕੇ ਉੱਥੇ ਪਹੁੰਚ ਜਾਏ, ਪਰ ਦੇਖੀ ਮਾਲ ਖਰਾ ਹੋਵੇ, ਦੂਸਰਾ ਸ਼ੱਕ ਵੀ ਨਾ ਹੋਵੇ ਕਿਸੇ ਨੂੰ। ਬਿੱਲਾ ਤਾਂ ਪਹਿਲੇ ਹੀ ਇਹੀ ਚਾਹੁੰਦਾ ਸੀ। ਗਲ 'ਚ ਸਾਫਾ ਲਮਕਾਈ ਉਹ ਕੁੜੀਆਂ ਵੱਲ ਨੂੰ ਹੋ ਤੁਰਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਗਾਈਆਂ ਦੇ ਵੱਗ ਤੇ ਕੋਈ ਸ਼ੇਰ ਝਪਟਣ ਲੱਗਾ ਹੋਵੇ। ਸਰਦਾਰਾਂ ਦੀ ਜੀਪ ਨਹਿਰ ਵਾਲੇ ਰਾਹ ਪੈ ਗਈ ਸੀ। ਨਹਿਰ ਦੇ ਨਾਲ ਨਾਲ ਵੱਡੇ ਵੱਡੇ ਰੁੱਖਾਂ ਦੀਆਂ ਲੰਮੀਆਂ ਕਤਾਰਾਂ ਸਨ ਤੇ ਕਿਤੇ ਕਿਤੇ ਦੂਰ ਤੱਕ ਫੈਲੀਆਂ ਸੰਘਣੀਆਂ ਝਿੜੀਆਂ। ਸ਼ਿਕਾਰ ਕਰਨ ਲਈ ਬਹੁਤ ਵਧੀਆ ਜਗ੍ਹਾ ਸੀ। ਇਸੇ ਕਰਕੇ ਕਈ ਵਾਰ ਸ਼ਹਿਰ ਚੋਂ ਵੀ ਮੁੰਡੇ ਕੁੜੀਆਂ ਦਾ ਕੋਈ ਨਾ ਕੋਈ ਗਰੁੱਪ ਇੱਧਰ ਆਇਆ ਰਹਿੰਦਾ ਸੀ। ਛੁੱਟੀ ਵਾਲੇ ਦਿਨ ਕੁਝ ਜ਼ਿਆਦਾ ਹੀ ਰੌਣਕ ਰਹਿੰਦੀ। ਉੱਚੇ ਲੰਮੇ ਗੱਭਰੂ ਜਵਾਨ ਸਰਦਾਰ, ਗਲ ਕਲੀਆਂ ਵਾਲੇ ਰੇਸ਼ਮੀ ਕੁੜਤੇ ਤੇ ਲੱਕ ਝਰਨੇ ਦੇ ਪਾਣੀ ਦੀ ਤਰ੍ਹਾਂ ਕਲਬਲ ਕਲਬਲ ਕਰਦੇ ਧੂਵੇਂ ਚਾਦਰੇ, ਪੈਰੀਂ ਤਿੱਲੇ ਨਾਲ ਕੱਢੀਆਂ ਹੋਈਆਂ ਕੋਕੇ ਲੱਗੀਆਂ ਪੰਜਾਬੀ ਜੁੱਤੀਆਂ, ਗੁੱਟਾਂ 'ਚ ਸੋਨੇ ਦੇ ਕੜੇ ਤੇ ਘੜੀਆਂ, ਹੱਥਾਂ 'ਚ ਹੀਰੇ ਜੜਤ ਕੀਮਤੀ ਅੰਗੂਠੀਆਂ, ਸਿਰ ਤੇ ਸ਼ਮਲੇ ਵਾਲੀਆਂ ਕੀਮਤੀ ਪੱਗਾਂ, ਉੱਚੀਆਂ ਉੱਚੀਆਂ ਤਿੱਖੀਆਂ ਨੋਕਦਾਰ। ਇਹਨਾਂ ਪੱਗਾਂ ਕਰਕੇ ਹੀ ਉਹ ਸਾਰੇ ਪਿੰਡ 'ਚ ਉੱਚੀਆਂ ਪੱਗਾਂ ਵਾਲੇ ਸਰਦਾਰ ਕਹਿ ਕੇ ਹੀ ਜਾਣੇ ਜਾਂਦੇ ਸੀ। ਸਰਕਾਰੀ ਦਰਬਾਰੀ ਪਹੁੰਚ ਬਣੀ ਹੋਈ ਸੀ। ਸ਼ਹਿਰ ਦਾ ਕੋਈ ਨਾ ਕੋਈ ਵੱਡਾ ਅਫਸਰ ਉਹਨਾਂ ਦੀ ਦਾਵਤ ਖਾਣ ਆਇਆ ਰਹਿੰਦਾ। ਉੱਚੀਆਂ ਪੱਗਾਂ ਦੇ ਨਾਲ ਨਾਲ ਉਹਨਾਂ ਦੀਆਂ ਕੁਝ ਹੋਰ ਚੀਜ਼ਾਂ ਤੇ ਸ਼ੌਕ ਵੀ ਉੱਚੇ ਦਰਜੇ ਦੇ ਸਨ। ਮਹਿਲਾਂ ਵਰਗੀ ਉੱਚੀ 3 ਮੰਜ਼ਲੀ ਵੱਡੀ ਕੋਠੀ, ਕੀਮਤੀ ਸਮਾਨ ਨਾਲ ਭਰੀ ਹੋਈ, ਕਮਰਿਆਂ ਦੀ ਤਾਂ ਕੋਈ ਗਿਣਤੀ ਨਹੀਂ ਸੀ। ਮੋਟੇ ਮੋਟੇ ਗੱਦਿਆਂ ਵਾਲੇ ਸੋਫੇ ਤੇ ਵੱਡੇ ਵੱਡੇ ਕਿੰਗ ਸਾਈਜ਼ ਦੇ ਡਬਲ ਬੈੱਡ, ਕੰਧਾਂ ਤੇ ਵਧੀਆ ਰੰਗ ਰੋਗਨ ਕੀਤਾ ਹੋਇਆ ਚਿਪਸ ਮਾਰਬਲ ਨਾਲ ਲਿਸ਼ਕਦੇ ਫਰਸ਼, ਬਾਥਰੂਮਾਂ 'ਚ ਲੱਗੀਆਂ ਵਧੀਆ ਟਾਇਲਾਂ, ਨਹਾਉਣ ਲਈ ਵੱਡੇ ਵੱਡੇ ਟੱਬ ਸ਼ਾਵਰ, ਜਿਨ੍ਹਾਂ 'ਚ ਗਰਮ ਠੰਡਾ ਪਾਣੀ ਆਉਣ ਲਈ ਵੱਖ-ਵੱਖ ਟੂਟੀਆਂ, ਨਵੇਂ ਮਾਡਲ ਦੀਆਂ ਕੀਮਤੀ ਵੱਡੀਆਂ ਕਾਰਾਂ। ਪੰਜੇ ਭਰਾ ਜਦੋਂ ਸੱਜ ਕੇ ਘਰੋਂ ਬਾਹਰ ਨਿਕਲਦੇ ਤਾਂ ਦੇਖਣ ਵਾਲੇ ਹੌਕੇ ਭਰ ਕੇ ਰਹਿ ਜਾਂਦੇ। ਚੌੜੀਆਂ ਛਾਤੀਆਂ, ਮੂੰਗਲੀਆਂ ਵਰਗੀਆਂ ਬਾਹਾਂ, ਜਦੋਂ ਤੁਰਦੇ ਤਾਂ ਲੱਗਦਾ ਜਿਵੇਂ ਧਰਤੀ ਦੀ ਹਿੱਕ ਮਿੱਧਦੇ ਜਾ ਰਹੇ ਹੋਣ। ਸਾਰੇ ਪਿੰਡ ਦੇ ਲੋਕਾਂ ਦੀ ਨਜ਼ਰ 'ਚੋਂ ਇੱਕ ਸ਼ਰੀਫ ਤੇ ਅਮੀਰ ਪਰਿਵਾਰ ਗਿਣਿਆ ਜਾਂਦਾ ਸੀ। ਸਰਦਾਰਾਂ ਦੇ ਦਾਦੇ ਪੜਦਾਦੇ ਦਾ ਤਾਂ ਪੂਰੇ ਇਲਾਕੇ 'ਚ ਹੀ ਦਬਦਬਾ ਸੀ। ਉਹਨਾਂ ਦੇ ਘਰ 'ਚ ਕੰਮ ਕਰਦਾ ਮਜ਼ਦੂਰ ਕਦੇ ਕਿਸੇ ਗੱਲੋਂ ਮੁਹਤਾਜ ਨਹੀਂ ਸੀ ਰਹਿੰਦਾ। ਕੀਤੀ ਗਈ ਮਿਹਨਤ ਦੀ ਪੂਰੀ ਕਮਾਈ ਤਾਂ ਮਿਲਦੀ ਹੀ ਸੀ, ਇਨਸਾਫ ਵੀ ਮਿਲਦਾ ਸੀ। ਘਰ ਦੀਆਂ ਔਰਤਾਂ ਸਿਰ ਤੋਂ ਪੱਲਾ ਨਹੀਂ ਸੀ ਲਾਉਂਦੀਆਂ। ਜੇ ਕਿਤੇ ਕਿਸੇ ਦਾ ਸਿਰ ਨੰਗਾ ਨਜ਼ਰ ਆ ਜਾਂਦਾ ਤਾਂ ਘਰ ਦੇ ਸਿਆਣੇ ਲੈਕਚਰ ਦਿੰਦੇ, ਸਾਹ ਨਹੀਂ ਸੀ ਲੈਂਦੇ।
ਇਹਨਾਂ ਸਰਦਾਰਾਂ ਦਾ ਬਾਪ ਲਛਮਣ ਸਿੰਘ 7 ਕੁ ਸਾਲ ਪਹਿਲਾਂ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਦਾਦਾ ਝਲਮਣ ਸਿੰਘ ਉਦੋਂ ਦਾ ਹੀ ਮੰਜੇ ਤੇ ਪਿਆ, ਅਜੇ ਤੱਕ ਗੋਡੇ ਰਗੜੀ ਜਾਂਦਾ ਸੀ। ਸਮਾਂ ਬਦਲਿਆ, ਸਰਦਾਰੀ ਬਦਲੀ। ਹੁਣ ਉਹਦੀ ਸੁਣਦਾ ਵੀ ਕੌਣ ਸੀ। ਇਹਨਾਂ ਦੀਆਂ 2 ਭੈਣਾਂ, ਦੋਵੇਂ 5 ਭਰਾਵਾਂ ਤੋਂ ਛੋਟੀਆਂ, ਇਸ ਵੇਲੇ ਸ਼ਹਿਰ ਦੇ ਵੱਡੇ ਕਾਲਜ 'ਚ ਪੜ੍ਹਦੀਆਂ ਸਨ ਤੇ ਹੋਸਟਲ 'ਚ ਹੀ ਰਹਿੰਦੀਆਂ ਸਨ। ਕਦੇ ਕਦਾਈ ਛੁੱਟੀਆਂ ਹੋਣ ਵੇਲੇ ਹੀ ਪਿੰਡ ਆਉਂਦੀਆਂ। ਸਰਦਾਰ ਉਹਨਾਂ ਨੂੰ ਉੱਥੇ ਹੀ ਮਿਲ ਆਉਂਦੇ, ਜੇਬ ਖਰਚ ਵੀ ਦੇ ਆਉਂਦੇ। ਉਹਨਾਂ ਨੂੰ ਟੋਕਣ ਵਾਲਾ ਕੋਈ ਹੈ ਨਹੀਂ ਸੀ, ਸਭ ਮਨ ਆਈਆਂ ਕਰਦੇ ਸੀ, ਪਰ ਜੋ ਵੀ ਕਰਦੇ ਇਕੱਠੇ ਹੀ ਕਰਦੇ ਸੀ। ਸ਼ਿਕਾਰੀ ਲਗਭਗ ਵਾਪਸ ਜਾ ਚੁੱਕੇ ਸਨ। ਸਰਦਾਰਾਂ ਦੀ ਜੀਪ ਤੋਂ ਬਿਨਾਂ ਸਿਰਫ ਇੱਕ ਗੱਡੀ ਹੋਰ ਖੜੀ ਸੀ, ਜਿਸ 'ਚ ਬੈਠੀਆਂ 2 ਲੜਕੀਆਂ ਖਾਣ ਪੀਣ ਦੇ ਸਮਾਨ ਤੇ ਹੱਥ ਸਾਫ਼ ਕਰ ਰਹੀਆਂ ਸਨ। ਦੋਵੇਂ ਕੁੜੀਆਂ ਸ਼ਹਿਰੀ ਲਿਬਾਸ ਵਿੱਚ ਟਨ ਟਣਾ ਟਨ ਸਨ। ਖੁੱਲੇ ਗਲੇ ਦੀਆਂ ਸ਼ਰਟਾਂ ਤੇ ਜੀਨ ਦੀਆਂ ਪੈਂਟਾਂ, ਤੂਤ ਦੀ ਛਿਟੀ ਵਰਗੀਆਂ ਪਤਲੀਆਂ। ਖਾਣ ਦੇ ਨਾਲ ਨਾਲ ਪਤਾ ਨਹੀਂ ਕਿਹੜੀ ਗੱਲ ਤੇ ਉਹ ਖਿੜ-ਖਿੜ ਹੱਸ ਵੀ ਰਹੀਆਂ ਸਨ। ਸਰਦਾਰਾਂ ਦੀ ਜੀਪ ਦੀ ਡਿੱਗੀ ਜਾਨਵਰਾਂ ਨਾਲ ਭਰੀ ਹੋਈ ਸੀ। 4 ਨੌਕਰ ਇੱਕ ਪਾਸੇ ਬੈਠੇ ਹੱਸ ਰਹੇ ਸਨ। 5 ਸਰਦਾਰ ਹੱਥ ਬੰਦੂਕਾਂ ਫੜੀ ਬਿੱਲੇ ਦੇ ਆਉਣ ਦੀ ਉਡੀਕ ਕਰ ਰਹੇ ਸਨ। ਬਿੱਲਾ ਤਾਂ ਅਜੇ ਤੱਕ ਵਾਪਸ ਨਹੀਂ ਮੁੜਿਆ। ਪ੍ਰੇਮ, ਕਿਉਂ ਨਾ ਉਨਾ ਚਿਰ ਗੱਪਸ਼ਪ ਹੀ ਲੜਾਈ ਜਾਵੇ। ਹਰਨਾਮ ਸਿੰਘ ਨੇ ਕੁੜੀਆਂ ਦੀ ਗੱਡੀ ਵੱਲ ਇਸ਼ਾਰਾ ਕਰਦਿਆਂ ਕਿਹਾ। 5 ਸਰਦਾਰ ਕਿਸੇ ਫੌਜ ਦੀ ਟੁਕੜੀ ਦੀ ਤਰ੍ਹਾਂ ਅਗਾਂਹ ਵੱਧ ਤੁਰੇ। ਸ਼ਮਲੇ ਵਾਲੀਆਂ ਪੱਗਾਂ ਨਾਲੋਂ ਵਾਹਵਾ ਹੀ ਜੱਚ ਰਹੇ ਸਨ। ਕੁੜੀਆਂ ਦੀ ਗੱਡੀ ਤੋਂ ਥੋੜਾ ਉਰੇ ਹੀ ਉਹਨਾਂ ਨੇ ਬੰਦੂਕਾਂ ਦੀਆਂ ਨਾਲਾਂ ਕੁੜੀਆਂ ਵੱਲ ਨੂੰ ਸਿੱਧੀਆਂ ਕਰਤੀਆਂ। ਉਹਨਾਂ ਨੂੰ ਖਬਰ ਕਰਨ ਲਈ ਪ੍ਰੇਮ ਸਿੰਘ ਨੇ ਇੱਕ ਹਵਾਈ ਫਾਇਰ ਵੀ ਕਰ ਦਿੱਤਾ। ਜਿਉਂ ਹੀ ਕੁੜੀਆਂ ਨੇ ਇੱਧਰ ਦੇਖਿਆ, ਉਹਨਾਂ ਦੀ ਚੀਕ ਨਿਕਲ ਗਈ। ਬਚਾਓ! ਇਹ ਸ਼ਬਦ ਉਹਨਾਂ ਦੇ ਬੁੱਲਾਂ ਤੇ ਅਟਕ ਗਿਆ। ਕੁੜੀਆਂ ਰਹਿਮ ਦੀ ਨਿਗਾਹ ਰੱਖਣ ਲਈ ਕਹਿ ਰਹੀਆਂ ਸਨ ਤੇ ਉਹਨਾਂ ਦੇ ਹੱਥ ਜੁੜੇ ਹੋਏ ਸਨ। ਬੰਦੂਕਾਂ ਨੀਵੀਆਂ ਕਰਕੇ ਸਰਦਾਰ ਅਗਾਂਹ ਵੱਧ ਗਏ। ਕਿਉਂ ਡਰ ਗਏ ਹੋ ਸੋਹਣਿਓ? ਉਹ ਤੁਹਾਨੂੰ ਮਾਰਨ ਦਾ ਜਿਗਰਾ ਤਾਂ ਖੁਦ ਰੱਬ ਨਾ ਕਰੇ, ਫਿਰ ਅਸੀਂ ਕਿਵੇਂ? ਕਿਸ ਤਰ੍ਹਾਂ ਦਾ ਗੋਰਾ ਗੋਰਾ ਰੰਗ, ਤਿੱਖੇ ਤਿੱਖੇ ਨੈਣ, ਨਕਸ਼ ਤੇ ਮੁਲਾਇਮ ਮੁਲਾਇਮ ਜਿਸਮ, ਰੱਬ ਨੇ ਕਿਤੇ ਵਿਹਲੇ ਬਹਿ ਕੇ ਬਣਾਇਆ ਜਾਂਦਾ ਹੈ। ਪ੍ਰੇਮ ਸਿੰਘ ਨੇ ਕਿਹਾ। ਉਹਦੀ ਇਸ ਹਰਕਤ ਤੋਂ ਬਚਾਓ ਕਹਿਣ ਵਾਲੀ ਕੁੜੀ ਜਿਵੇਂ ਅੰਦਰ ਹੀ ਅੰਦਰ ਖੁਰਦੀ ਜਾ ਰਹੀ ਸੀ। ਜ਼ਰਾ ਕੁ ਪਲਕਾਂ ਉਤਾਰ ਝੱਕ ਕੇ ਜਦੋਂ ਉਹਨੇ ਉਹਦੇ ਵੱਲ ਦੇਖਿਆ ਤਾਂ ਪ੍ਰੇਮ ਸਿੰਘ ਉਸ ਵੱਲ ਹੀ ਝਾਕ ਰਿਹਾ ਸੀ। ਕੁਝ ਪਲ ਉਹ ਇੱਕ ਦੂਜੇ ਵੱਲ ਅਪਲਕ ਦੇਖਦੇ ਰਹੇ। ਲੱਗਦਾ ਪ੍ਰੇਮ ਸਿੰਘ ਕਤਲ ਹੋ ਗਿਆ ਹਰਨਾਮ, ਜਸਵੀਰ ਸਿੰਘ ਨੇ ਹੌਲੀ ਜਿਹੀ ਕਿਹਾ, ਪਰ ਇਹ ਸ਼ਬਦ ਪ੍ਰੇਮ ਸਿੰਘ ਦੇ ਕੰਨਾਂ ਤੱਕ ਪਹੁੰਚ ਗਏ ਸੀ। ਇਸ ਤਰ੍ਹਾਂ ਘੂਰ ਘੂਰ ਕੀ ਦੇਖ ਰਹੀ ਹੈ ਮੇਰੇ ਵੱਲ? ਕਦੇ ਆਦਮੀ ਨਹੀਂ ਦੇਖਿਆ ਤੈਂ? ਪ੍ਰੇਮ ਸਿੰਘ ਨੇ ਕੁੜੀ ਨੂੰ ਬਾਹੋਂ ਫੜਦਿਆਂ ਆਖਿਆ। ਨਹੀਂ ਤੇ, ਕੁੜੀ ਦੇ ਮੂੰਹ ਚੋਂ ਮਸੀਂ ਨਿਕਲਿਆ। ਮੈਂ ਤਾਂ ਡਰ ਹੀ ਗਈ ਸੀ। ਅੱਖਾਂ ਮਟਕਾਉਂਦਿਆਂ ਤੇ ਹੇਠਲਾ ਬੁੱਲ ਦੰਦਾਂ ਨਾਲ ਦੱਬਦਿਆਂ ਕੁੜੀ ਨੇ ਨਖਰੇ ਨਾਲ ਕਿਹਾ। ਉਹਦੀ ਇਸ ਹਰਕਤ ਤੋਂ ਇੱਕ ਵਾਰ ਤਾਂ ਸਾਰੇ ਸਰਦਾਰ ਹੈਰਾਨ ਰਹਿ ਗਏ। ਇਸ ਤਰ੍ਹਾਂ ਤਾਂ ਇੱਕ ਚਾਲੂ ਲੜਕੀ ਤੇ ਜਾਂ ਫਿਰ ਕੋਈ ਬਾਜ਼ਾਰੂ ਔਰਤ ਹੀ ਕਰ ਸਕਦੀ ਸੀ। ਉਹਦੇ ਇਸ ਨਖਰੇ ਨੂੰ ਭਾਂਪਦਿਆਂ ਅਜੀਤ ਸਿੰਘ ਸਮਝ ਗਿਆ ਕਿ ਲੜਕੀ ਹੁਣ ਸ਼ਿਕਾਰ ਫਸਾਉਣਾ ਚਾਹੁੰਦੀ ਹੈ। ਬਈ ਡਰਨ ਦੀ ਕਿਹੜੀ ਗੱਲ ਹੈ? ਉਹ ਤਾਂ ਐਵੇਂ ਮਜ਼ਾਕ ਕਰ ਰਹੇ ਸੀ। ਨਾ ਜੇ ਉਹ ਨਹੀਂ ਸੀ ਜਾਣਦੇ ਤੁਹਾਡਾ, ਅਸੀਂ ਕਿਹਾ ਚਲੋ ਇਸੇ ਤਰ੍ਹਾਂ ਹੀ ਬੁਲਾ ਲੈਂਦੇ ਹਾਂ। ਅੱਛਾ, ਬੜੇ ਚਲਾਕ ਹੋ ਫਿਰ ਤਾਂ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਜੇ ਦੀਪਾ ਮੇਰੇ ਨਾਲ ਨਾ ਹੁੰਦੀ ਮੈਂ ਤਾਂ ਮਰ ਹੀ ਗਈ ਹੁੰਦੀ। ਉਸ ਕੁੜੀ ਦੇ ਨਾਲ ਬੈਠੀ ਦੂਜੀ ਕੁੜੀ ਨੇ ਚੁਲਬਲੇ ਪੰਚ ਕਿਹਾ। ਹਾਂ ਬਈ ਹਾਂ, ਜੇ ਰੀਟਾ ਮੇਰੇ ਨਾਲ ਨਾ ਹੁੰਦੀ ਤਾਂ ਮੇਰਾ ਵੀ ਇਹੀ ਹਾਲ ਹੋਣਾ ਸੀ। ਤੇ ਪਤਾ ਨਹੀਂ, ਤੁਸੀਂ, ਪਹਿਲੀ ਕੁੜੀ ਨੇ ਜ਼ਹਿਰੀਲੇ ਅੰਦਾਜ਼ 'ਚ ਆਪਣੀ ਸਾਥਣ ਦੀ ਹਾਂ ਛਾਂ ਮਿਲਾਉਂਦਿਆਂ ਕਿਹਾ ਸੀ। ਤੇ ਹੁਣ ਕਿਹੜਾ ਅਸੀਂ? ਗੱਲ ਅਧੂਰੀ ਛੱਡਦਿਆਂ ਅਜੀਤ ਸਿੰਘ ਬੋਲਿਆ। ਚਲੋ ਫੇਰ ਅੱਜ ਸ਼ਾਮ ਦੀ ਮਹਿਫਿਲ ਮਿਲ ਕੇ ਸਜਾ ਲੈਂਦੇ ਹਾਂ। ਕੁਝ ਠੰਡਾ, ਕੁਝ ਗਰਮੀ ਹੋ ਜਾਏਗਾ। ਕਿਉਂ ਨਹੀਂ, ਜਿਵੇਂ ਤੁਹਾਡੀ ਮਰਜ਼ੀ, ਦੋਹਾਂ ਕੁੜੀਆਂ ਨੇ ਕਾਹਲੀ ਨਾਲ ਇਕੱਠੀਆਂ ਹੀ ਕਿਹਾ, ਜਿਵੇਂ ਉਹ ਇਸ ਤਰ੍ਹਾਂ ਦੇ ਸੱਦੇ ਲਈ ਉਤਾਵਲੀਆਂ ਸਨ। ਦੋਹਾਂ ਧਿਰਾਂ ਦੇ ਸ਼ਿਕਾਰੀ ਸ਼ਿਕਾਰ ਕਰਨ ਆਏ ਖੁਦ ਆਪ ਹੀ ਸ਼ਿਕਾਰ ਹੋ ਗਏ ਸਨ। ਸਰਦਾਰਾਂ ਦੇ ਸ਼ਬਾਬਖਾਨੇ 'ਚ ਸ਼ਰਾਬ ਤੇ ਸ਼ਬਾਬ ਦੀ ਮਹਿਕ ਖਿਲਰੀ ਹੋਈ ਸੀ। ਪਿੰਡੋਂ ਬਾਹਰ ਫਾਰਮ ਵਿੱਚ ਗੁਪਤ ਰੂਪ 'ਚ ਹੀ ਉਹਨਾਂ ਦੀ ਇਹ ਮਹਿਫਿਲ ਲੱਗਦੀ ਸੀ। ਵਫਾਦਾਰ ਨੌਕਰ ਅੰਦਰ ਦੀ ਗੱਲ ਇੱਕ ਕੰਨ ਤੋਂ ਦੂਜੇ ਕੰਨ ਤੱਕ ਨਹੀਂ ਸੀ ਪਹੁੰਚਣ ਦਿੰਦੇ। ਅੱਜ ਦਿਨ ਦੇ ਕੀਤੇ ਸ਼ਿਕਾਰ ਦਾ ਮਾਸ ਦਾੜਾਂ ਦੀ ਲਪੇਟ 'ਚ ਆ ਕੇ ਕਚਰ ਕਚਰ ਕਰਦਾ ਗਲੇ 'ਚ ਉਤਰ ਰਿਹਾ ਸੀ। ਇਸ ਵੇਲੇ ਦੀਪਾ ਤੇ ਰੀਟਾ ਦੇ ਨਾਲ ਇੱਕ ਕੁੜੀ ਹੋਰ ਵੀ ਸੀ। ਜਾਮ ਤੇ ਜਾਮ ਚੱਲ ਰਿਹਾ ਸੀ, ਪਰ ਅਜੇ ਬਿੱਲੇ ਦੀ ਉਡੀਕ ਹੋ ਰਹੀ ਸੀ। ਛੇਤੀ ਬਿੱਲਾ ਇੱਕ ਖੂਬਸੂਰਤ ਲੜਕੀ ਨਾਲ ਅੰਦਰ ਦਾਖਲ ਹੋਇਆ। ਕੁਝ ਕਰਾਰੀ ਨਵੇਂ ਨੋਟ ਬਿੱਲੇ ਦੀ ਹਥੇਲੀ ਤੇ ਅਟਕੇ। ਇਹਦੇ ਨਾਲ ਹੀ ਦਰਵਾਜ਼ਾ ਬੰਦ ਕਰਦਿਆਂ ਬਿੱਲਾ ਬਾਹਰ ਨਿਕਲ ਗਿਆ।
ਗੰਦੇ ਨਾਲੇ ਵੱਲੋਂ ਆਈ ਹਵਾ ਦੇ ਬੁੱਲੇ ਦੀ ਤਰ੍ਹਾਂ ਸ਼ਰਾਬ ਦੀ ਬਦਬੂ ਨਵੀਂ ਆਈ ਕੁੜੀ ਦੇ ਨੱਕ ਨੂੰ ਚੜੀ। ਨੱਕ ਮੂੰਹ ਉੱਤੇ ਹੱਥ ਰੱਖੀ ਕੁੜੀ ਕਮਰੇ ਦਾ ਜਾਇਜ਼ਾ ਲੈਣ ਲੱਗੀ। ਅੱਧ ਨੰਗੀਆਂ 3 ਜਵਾਨ ਮੁਟਿਆਰਾਂ ਨੂੰ ਸਰਦਾਰਾਂ ਨਾਲ ਹੱਸ-ਹੱਸ ਕਲੋਲ ਕਰਦਿਆਂ ਦੇਖ ਉਹਦਾ ਦਿਲ ਕੀਤਾ ਆਪਣੀਆਂ ਅੱਖਾਂ ਮੂਹਰੇ ਵੀ ਹੱਥ ਕਰ ਲਏ, ਪਰ ਉਸ ਤੋਂ ਪਹਿਲਾਂ ਹੀ ਜਸਬੀਰ ਸਿੰਘ ਦੀ ਆਵਾਜ਼ ਗੂੰਜੀ, ਬਹਿ ਜਾਓ ਸੋਹਣਿਓ, ਇਸ ਤਰ੍ਹਾਂ ਕਿੰਨਾ ਕੁ ਚਿਰ ਖਜ਼ਾਨਾ ਦੱਬੀ ਖੜੇ ਰਹੋਗੇ? ਹੁਸਨ ਦੇ ਮਾਲਕੋ, ਸਾਡੇ ਕੋਲ ਆ ਜਾਓ। ਅੱਛਾ ਲਓ, ਅਸੀਂ ਆ ਜਾਂਦੇ ਹਾਂ। ਨਾਲੇ ਫੁੱਲ ਨੇੜੇ ਭੌਰੇ ਨੂੰ ਹੀ ਜਾਣਾ ਪੈਂਦਾ। ਉੱਠ ਕੇ ਉਸ ਲਾਜਵਾਬ ਹੁਸਨ ਦੇ ਕੋਲ ਜਾ ਖੜਾ ਹੋਇਆ। ਮੈਂ ਬਹਿਣ ਨਹੀਂ ਆਈ, ਜਿਸ ਕੰਮ ਲਈ ਸੱਦਿਆ ਉਹਦੀ ਗੱਲ ਕਰੋ। ਕੁੜੀ ਨੂੰ ਸਰਦਾਰ ਦੀਆਂ ਹਰਕਤਾਂ ਤੋਂ ਚਿੜ ਮਹਿਸੂਸ ਹੋ ਰਹੀ ਸੀ। ਪਤਾ ਨਹੀਂ ਬਿੱਲਾ ਉਹਨੂੰ ਕੀ ਕਹਿ ਕੇ ਇੱਥੇ ਲਿਆਇਆ ਸੀ। ਉਹ ਇਸ ਮਹਿਫਿਲ ਦੀ ਜੀਨਤ ਬਣਨ ਆਈ ਨਹੀਂ ਸੀ ਲੱਗਦੀ। ਕੋਈ ਸਾਊ ਲੜਕੀ ਬਿੱਲੇ ਦੇ ਚੱਕਰ 'ਚ ਫਸੀ ਸੀ। ਇਸ ਨਾਲੋਂ ਚੰਗਾ ਕੰਮ ਹੋਰ ਕਿਹੜਾ ਹੋ ਸਕਦਾ ਹੈ? ਸਰਦਾਰ ਖਿੜੇ ਗੁਲਾਬ ਦੀ ਤਰ੍ਹਾਂ ਟਹਿਕਿਆ। ਹੱਥ 'ਚ ਫੜੇ ਜਾਮ 'ਚੋਂ ਘੁੱਟ ਭਰ ਕੇ ਉਹ ਪਿਛਾਂਹ ਪਰਤਿਆ। ਸ਼ਾਇਦ ਤੁਹਾਡੇ ਤੋਂ ਸ਼ਰਮ ਆ ਰਹੀ ਹੈ ਇਹਨੂੰ, ਇਸ ਲਈ ਤੁਸੀਂ ਅੱਜ ਜਾਓ। ਤੁਹਾਡੀ ਵਾਰੀ ਤਾਂ ਹੁਣ ਕੱਲ ਨੂੰ ਹੀ ਆਏਗੀ। ਸਰਦਾਰ ਅੱਜ ਇੱਕ ਹੀ ਫੁੱਲ ਦਾ ਮਜ਼ਾ ਚੱਖਣਗੇ। ਉਹਦਾ ਇਸ਼ਾਰਾ ਦੀਪਾ ਤੇ ਉਹਦੀਆਂ ਸਾਥਣਾਂ ਵੱਲ ਸੀ। ਤੀਵੀਂ ਚਾਹੇ ਆਪਣੀ ਹੋਏ ਜਾਂ ਬੇਗਾਨੀ, ਜਦੋਂ ਉਹਨੂੰ ਇਸ ਖਾਸ ਮਕਸਦ ਲਈ ਕੋਲ ਸੱਦਿਆ ਜਾਵੇ ਤੇ ਫਿਰ ਉਹਨੂੰ ਇਹ ਤੋਂ ਵਾਂਝਾ ਰੱਖ ਕੇ ਛੱਡ ਦਿੱਤਾ ਜਾਵੇ ਤਾਂ ਫਿਰ ਉਹ ਇਹਨੂੰ ਆਪਣੀ ਸਭ ਤੋਂ ਵੱਡੀ ਤੋਹੀਨ ਸਮਝਦੀ ਹੈ। ਇਹਦੇ ਇਵਜ਼ ਵਿੱਚ ਮਿਲਣ ਵਾਲੀ ਕੋਈ ਕੀਮਤ ਜਾਂ ਲਾਲਚ ਭਾਵੇਂ ਉਹਨੂੰ ਨਾ ਮਿਲੇ, ਉਹ ਸਬਰ ਕਰ ਲਏਗੀ, ਪਰ ਇਸ ਤਰ੍ਹਾਂ ਛੱਡਣ ਤੇ ਉਹਦੇ ਅੰਦਰਲੀ ਔਰਤ ਘਾਇਲ ਹੋ ਜਾਂਦੀ ਹੈ। ਘੂਰਦੇ ਹੋਏ ਲੜਕੀਆਂ ਨੇ ਸਰਦਾਰ ਵੱਲ ਦੇਖਿਆ। ਆਪਣੀ ਅੱਗ 'ਚ ਜਲਦੀਆਂ ਉਹ ਕਮਰੇ 'ਚੋਂ ਬਾਹਰ ਹੋ ਗਈਆਂ। ਭਾਵੇਂ ਕਿ ਉਹਨਾਂ ਨੂੰ ਮੂੰਹੋਂ ਮੰਗੇ ਪੈਸੇ ਮਿਲ ਗਏ ਸੀ, ਪਰ ਅੰਦਰਲੀ ਅੱਗ ਜਿਹੜੀ ਅਜੇ ਬੁਝੀ ਨਹੀਂ ਸੀ, ਹੁਣ ਭੜਕ ਗਈ ਸੀ। ਜਿਸ ਉਦੇਸ਼ ਲਈ ਉਹਨਾਂ ਨੂੰ ਸੱਦਿਆ ਗਿਆ ਸੀ, ਉਹਨੂੰ ਪੂਰਾ ਹੁੰਦਾ ਨਾ ਵੇਖ ਕੇ ਉਹਨਾਂ ਨੂੰ ਲੱਗਾ ਜਿਵੇਂ ਕਿਸੇ ਨੇ ਸੁੱਕੀ ਲੱਕੜ ਨੂੰ ਚੁਆਤੀ ਲਾ ਕੇ ਛੱਡ ਦਿੱਤਾ ਹੋਵੇ। ਜਾਮ ਖਾਲੀ ਕਰਕੇ ਜਸਬੀਰ ਸਿੰਘ ਨੇ ਗਲਾਸ ਇੱਕ ਪਾਸੇ ਵਗਾ ਮਾਰਿਆ ਤੇ ਉਸ ਲੜਕੀ ਨੂੰ ਫੜਨ ਲਈ ਉਸ ਵੱਲ ਝਪਟਿਆ। ਇਸ ਤੋਂ ਪਹਿਲਾਂ ਕਿ ਲੜਕੀ ਉਹਦੀਆਂ ਬਾਹਾਂ 'ਚ ਹੁੰਦੀ, ਉਹ ਬੜੀ ਚਤੁਰਾਈ ਨਾਲ ਇੱਕ ਪਾਸੇ ਨੂੰ ਖਿਸਕ ਗਈ। ਚਾਰੇ ਸਰਦਾਰ ਜਿਹੜੇ ਬੜੇ ਮਜ਼ੇ ਨਾਲ ਇਹ ਤਮਾਸ਼ਾ ਵੇਖ ਰਹੇ ਸੀ, ਉਹ ਵੀ ਉਹਨਾਂ ਦੇ ਆਲੇ ਦੁਆਲੇ ਆ ਖੜੇ ਹੋਏ। ਲੜਕੀ ਹੁਣ ਤੱਕ ਕਾਫੀ ਕੁਝ ਸਮਝ ਗਈ ਸੀ। ਦੈਂਤਾਂ ਵਰਗੇ ਸਰਦਾਰਾਂ ਦੇ ਚੁੰਗਲ 'ਚੋਂ ਨਿਕਲਣਾ ਉਸ ਲਈ ਮੁਸ਼ਕਲ ਸੀ। ਅਜੀਤ ਸਿੰਘ ਦਾ ਭਾਰਾ ਹੱਥ ਉਹਦੇ ਜਬਾੜੇ ਤੇ ਆ ਵੱਜਾ। ਆਖਰ ਤੁਸੀਂ ਚਾਹੁੰਦੇ ਕੀ ਹੋ? ਉਹ ਚੀਕੀ। ਜੋ ਇੱਕ ਮਰਦ ਕਿਸੇ ਔਰਤ ਕੋਲੋਂ ਚਾਹੁੰਦਾ ਹੈ, ਜਵਾਬ ਸੀ। ਪਰ ਇਹ ਹੋ ਨਹੀਂ ਸਕਦਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਤੁਸੀਂ ਇੰਨੇ ਕਮੀਨੇ ਆਦਮੀ ਹੋ ਸਕਦੇ ਹੋ। ਤੂੰ ਕੀ, ਕੋਈ ਹੋਰ ਵੀ ਨਹੀਂ ਸੋਚ ਸਕਦਾ? ਭੋਲੀ ਲੜਕੀ, ਜਿਸ ਚੀਜ਼ ਨੂੰ ਇਹ ਸਰਦਾਰ ਪਾਉਣਾ ਚਾਹੁੰਦੇ, ਪਾ ਕੇ ਹੀ ਛੱਡਦੇ ਆ। ਹੁਣ ਤੂੰ ਇੱਥੋਂ ਬਚ ਕੇ ਨਹੀਂ ਜਾ ਸਕਦੀ। ਚੰਗੀ ਜਾਣ ਤੇ ਸਾਡੀ ਗੱਲ ਮੰਨ ਜਾ, ਪਰ ਇਸ ਵਾਰ ਤੁਸੀਂ ਉਹ ਪਾ ਨਹੀਂ ਸਕਦੇ ਜੋ ਤੁਸੀਂ ਸੋਚੀ ਬੈਠੇ ਹੋ। ਮੈਂ ਇਸ ਤਰ੍ਹਾਂ ਦੀ ਨਹੀਂ ਹਾਂ, ਮੈਨੂੰ ਜਾਣ ਦਿਓ। ਮੇਰੇ ਤੇ ਰਹਿਮ ਖਾਓ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ। ਕੁੜੀ ਨੇ ਦੋਵੇਂ ਹੱਥ ਸੱਚਮੁੱਚ ਜੁੜ ਗਏ, ਪਰ ਅਚਾਨਕ ਉਹਨੇ ਸ਼ਰਾਬ ਦੀ ਇੱਕ ਖਾਲੀ ਬੋਤਲ ਭੰਨ ਕੇ ਹੱਥ ਫੜ ਲਈ ਤੇ ਅਗਲੇ ਪਲ ਟੁੱਟੀ ਬੋਤਲ ਕੁੜੀ ਦੇ ਪੇਟ 'ਚ ਖੁੱਭੀ ਪਈ ਸੀ। ਖੂਨ ਦੀਆਂ ਧਾਰਾਂ ਵਹਿ ਕੇ ਫਰਸ਼ ਲਾਲ ਕਰਨ ਲੱਗੀਆਂ। ਉਹ ਥੋੜਾ ਕੁ ਤੜਫੀ ਤੇ ਫਿਰ ਉਹਦੀ ਧੌਣ ਇੱਕ ਪਾਸੇ ਨੂੰ ਲਟਕ ਗਈ। ਚਲੋ ਚੰਗਾ ਹੋਇਆ, ਸਾਡੇ ਹੱਥੋਂ ਮਰਨ ਤੋਂ ਪਹਿਲਾਂ ਆਪ ਹੀ ਮਰ ਗਈ। ਘੰਟੀ ਦੇ ਬਟਨ ਤੇ ਉਂਗਲ ਰੱਖਦਿਆਂ ਜਸਬੀਰ ਸਿੰਘ ਨੇ ਕਿਹਾ। ਬਿੱਲਾ ਤੇ ਉਹਦੇ ਸਾਥੀ ਵਫਾਦਾਰ ਕੁੱਤਿਆਂ ਦੀ ਤਰ੍ਹਾਂ ਪੂਛਾਂ ਲਾਉਂਦੇ ਅੰਦਰ ਆ ਗਏ ਤੇ ਲਾਸ਼ ਨੂੰ ਸਮੇਟਣ ਲੱਗੇ। ਪੰਜੇ ਸਰਦਾਰ ਸ਼ਹਿਰ ਦੇ ਵੱਡੇ ਹੋਟਲ ਵੱਲ ਨਿਕਲ ਤੁਰੇ ਸਨ। ਸ਼ਬਾਬ ਖਾਨੇ 'ਚ ਮਨ ਦੀ ਖਾਹਿਸ਼ ਪੂਰੀ ਨਾ ਹੋਣ ਕਰਕੇ ਉਹਨਾਂ ਇੱਛਤ ਫਲ ਦੀ ਮੰਗ ਹੋਟਲ 'ਚ ਆ ਕੇ ਕਰ ਦਿੱਤੀ ਸੀ। ਇਸ ਹੋਟਲ ਦਾ ਇਹ ਨਿਯਮ ਸੀ ਕਿ ਗਾਹਕ ਜੋ ਕੁਝ ਚਾਹੁਣ ਹਨੇਰੇ 'ਚ ਕਰ ਸਕਦੇ ਸਨ। ਕਮਰੇ ਦੀ ਬੱਤੀ ਜਗਾਉਣ ਦੀ ਉਹਨਾਂ ਨੂੰ ਮਨਾਹੀ ਸੀ। ਨਿਯਮਾਂ ਅਨੁਸਾਰ ਪੰਜੇ ਸਰਦਾਰ ਇੱਕ ਕਮਰੇ 'ਚ ਚਲੇ ਗਏ, ਜਿੱਥੇ ਕਿਰਾਏ ਦੀਆਂ ਕੁੜੀਆਂ ਉਹਨਾਂ ਕੋਲ ਪਹੁੰਚ ਗਈਆਂ। ਹਮੇਸ਼ਾ ਦੀ ਤਰ੍ਹਾਂ ਉੱਚੀਆਂ ਪੱਗਾਂ ਵਾਲੇ ਪੰਜੇ ਸਰਦਾਰ ਹੁਸਨ ਦੇ ਸਾਗਰ ਵਿੱਚ ਡੁੱਬੇ ਪਏ ਸਨ ਕਿ ਅਚਾਨਕ ਬੱਤੀ ਜਗ ਗਈ। ਹਰ ਵਾਰੀ ਹਨੇਰੇ 'ਚ ਤ੍ਰੇਹ ਭਾਵੇਂ ਉਹਨਾਂ ਦੀ ਮਿਟ ਜਾਂਦੀ ਸੀ, ਪਰ ਉਸ ਸਾਗਰ ਦੇ ਦਰਸ਼ਨ ਤੋਂ ਮੁਹਤਾਜ ਰਹਿ ਜਾਂਦੇ ਸੀ, ਜਿੱਥੇ ਉਹ ਮਚਲਦੇ ਦਰਿਆਵਾਂ ਦੀ ਤਰ੍ਹਾਂ ਵਗਦੇ ਸੀ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਦੇ ਪੰਜ ਸਰਦਾਰ ਉੱਚੀਆਂ ਪੱਗਾਂ ਦੇ ਸ਼ਮਲੇ ਟੇਢੇ ਹੋ ਗਏ। ਅੱਖਾਂ ਦੀਆਂ ਪਲਕਾਂ ਬੰਦ ਹੋਣ ਲੱਗੀਆਂ। ਉਸ ਲੜਕੀ ਦੀ ਲਾਸ਼ ਉਹਨਾਂ ਦੀਆਂ ਨਜ਼ਰਾਂ ਅੱਗੇ ਘੁੰਮਣ ਲੱਗੀ, ਵਾਸਤੇ ਪਾਉਂਦੀ, ਤਰਲੇ ਕਰਦੀ ਤੇ ਫਿਰ ਸੁੰਨ ਹੁੰਦੀ ਲਾਸ਼। ਇਹਨਾਂ ਪੰਜਾਂ ਕੁੜੀਆਂ 'ਚੋਂ ਦੋ ਸਰਦਾਰਾਂ ਦੀਆਂ ਸਕੀਆਂ ਭੈਣਾਂ ਸਨ, ਰਮਿੰਦਰ ਤੇ ਸ਼ਮਿੰਦਰ। ਬੱਤੀ ਦੁਬਾਰਾ ਬੰਦ ਹੋ ਚੁੱਕੀ ਸੀ,
ਪਰ ਉਹਨਾਂ ਨੂੰ ਅਜੇ ਵੀ ਚਾਨਣ ਨਜ਼ਰ ਆ ਰਿਹਾ ਸੀ। ਬੈੱਡਾਂ ਤੇ ਪਏ ਗੱਦੇ ਉਹਨਾਂ ਨੂੰ ਰੇਤਲੇ ਖੂਹ ਮਹਿਸੂਸ ਹੋ ਰਹੇ ਸੀ, ਜਿਹੜਾ ਥੱਲੇ ਹੀ ਥੱਲੇ ਨਿੱਘਰਦੇ ਜਾ ਰਹੇ ਸਨ। ਅਗਲੇ ਦਿਨ ਤੋਂ ਕਿਸੇ ਨੇ ਸਰਦਾਰਾਂ ਨੂੰ ਸ਼ਿਕਾਰ ਤੇ ਜਾਂਦਿਆਂ ਕਦੇ ਨਾ ਦੇਖਿਆ। ਫਾਰਮ ਹਾਊਸ ਦੇ ਗੁਪਤ ਕਮਰੇ 'ਚ ਫਿਰ ਕਦੇ ਮਹਿਫਿਲ ਨਾ ਲੱਗੀ। ਹੁਣ ਉਹ ਦਿਨੇ ਕਿਸੇ ਨਾਲ ਵੀ ਸਿਰ ਚੁੱਕ ਕੇ ਗੱਲ ਨਾ ਕਰਦੇ ਤੇ ਸ਼ਾਮ ਪੈਂਦਿਆਂ ਹੀ ਆਪਣੇ ਕਮਰਿਆਂ 'ਚ ਬੰਦ ਹੋ ਜਾਂਦੇ। ਕਿਉਂ? ਇਸ ਬਾਰੇ ਸਿਰਫ ਉਹ ਉੱਚੀਆਂ ਉੱਚੀਆਂ ਪੱਗਾਂ ਵਾਲੇ ਸਰਦਾਰ ਹੀ ਜਾਣਦੇ ਸਨ, ਜਿਸ ਦੀ ਭਿਣਕ ਉਹਨਾਂ ਦੇ ਵਫਾਦਾਰ ਕੁੱਤੇ ਵੀ ਨਾ ਪਾ ਸਕੇ। ਅਗਲੀ ਕਹਾਣੀ ਹੈ ਫੁੱਲ ਝੜੀਆਂ ਦਾ ਸੇਕ। ਕੀ ਗੱਲ ਹੈ ਲਾਜੋ, ਅੱਜ ਘਰੇ ਬੈਠੀ ਹੈ? ਸਿਹਤ ਤਾਂ ਠੀਕ ਠਾਕ ਹੈ ਤੇਰੀ? ਦੋਵੇਂ ਹੱਥ ਦਰਵਾਜ਼ੇ ਦੀ ਚੁਗਾਠ ਦੀਆਂ ਦੋਹਾਂ ਬਾਹੀਆਂ ਨਾਲ ਲਾਈ ਖੜੇ ਹੇਮਰਾਜ ਨੇ ਕਿਹਾ। ਇੰਜ ਲੱਗਦਾ ਸੀ ਜਿਵੇਂ ਉਹ ਕੰਧਾਂ ਨੂੰ ਧੱਕਾ ਲਾ ਰਿਹਾ ਹੋਵੇ। ਹਾਂ ਠੀਕ ਹੈ, ਹੱਸਦੇ ਹੋਏ ਲਾਜੋ ਨੇ ਕਿਹਾ। ਅੱਜ ਤੈਂ ਇਹ ਸਵਾਲ ਕਿਸ ਤਰ੍ਹਾਂ ਕਰ ਦਿੱਤਾ? ਲਾਜੋ ਤਾਂ ਸਦਾ ਹੀ ਠੀਕ ਰਹਿੰਦੀ ਹੈ, ਇੱਕ ਤੇਰਾ ਹੀ ਖਿਆਲ ਸੀ, ਉਹ ਵੀ ਪੂਰਾ ਹੋ ਗਿਆ। ਅੱਛਾ, ਪਰ ਮੈਂ ਤਾਂ ਸਮਝਿਆ ਸੀ ਸ਼ਾਇਦ ਤੂੰ ਪਾਗਲ ਹੋ ਗਈ। ਹੇਮਰਾਜ ਦਹਿਲੀਜ਼ ਟੱਪ ਕੇ ਅੰਦਰ ਆ ਗਿਆ। ਲਾਜੋ ਫਿਰ ਜ਼ੋਰ ਨਾਲ ਹੱਸ ਪਈ। ਹੇਮਰਾਜ ਨੇ ਸਮਝਿਆ ਸ਼ਾਇਦ ਅੱਜ ਵੀ ਉਹ ਪਾਗਲ ਹੋ ਗਈ ਹੈ। ਉਹਦਾ ਦਿਮਾਗ ਚੱਲ ਗਿਆ। ਕਿੰਨਾ ਚਿਰ ਉਹ ਹੱਥਾਂ 'ਚ ਮੂੰਹ ਛੁਪਾਈ ਹੱਸਦੀ ਰਹੀ। ਹੇਮਰਾਜ ਅਵਾਕ ਖੜਾ ਦੇਖਦਾ ਰਿਹਾ। ਲੱਗਦਾ ਹੈ ਪਾਗਲ ਲਾਜੋ ਨਹੀਂ ਤੂੰ ਹੋ ਗਿਆ ਹੇਮਰਾਜ। ਅੱਜ ਕੱਲ ਜਾਂ ਤਾਂ ਜ਼ਿਆਦਾ ਪੀਣੀ ਸ਼ੁਰੂ ਕਰਤੀ ਹੈ ਤੇ ਜਾਂ ਫਿਰ ਤੇਰਾ ਚਲਾਨ ਹੋ ਗਿਆ। ਸੌਂ ਜਾ ਹੇਮਰਾਜ, ਆ ਜਾ ਸੌਂ ਜਾ, ਆ ਮੈਂ ਤੈਨੂੰ ਸੁਆ ਦਿੰਨੀ ਆ। ਲਾਜੋ ਨੇ ਉਹਨੂੰ ਬਾਹੋਂ ਫੜ ਲਿਆ ਤੇ ਪਲੰਗ ਵੱਲ ਖਿੱਚਣ ਲੱਗੀ। ਲਾਜੋ ਇਹ ਕੀ ਮਜ਼ਾਕ ਹੈ? ਮੈਂ ਪਾਗਲ ਨਹੀਂ ਤੇ ਨਾ ਹੀ ਮੈਂ ਪੀਤੀ ਹੈ। ਮੈਂ ਸੱਚ ਕਹਿ ਰਿਹਾ। ਉਸ ਦਿਨ ਵੀ ਤੂੰ ਬਹੁਤ ਦੇਰ ਤੱਕ ਹੱਸਦੀ ਰਹੀ ਸੀ, ਬਹੁਤ ਦੇਰ ਤੱਕ। ਜਿਸ ਦਿਨ ਅੱਜ ਵਾਂਗੀ ਤੂੰ ਘਰੋਂ ਬਾਹਰ ਨਹੀਂ ਸੀ ਗਈ। ਮੈਂ ਤੈਨੂੰ ਹਰ ਮੋੜ ਤੇ ਲੱਭਿਆ, ਹਰ ਕਲੱਬ 'ਚ ਦੇਖਿਆ। ਘਰ ਤੋਂ ਬਿਨਾਂ ਤੇਰਾ ਹਰ ਟਿਕਾਣਾ ਮੈਂ ਛਾਣ ਮਾਰਿਆ, ਪਰ ਤੂੰ ਨਾ ਮਿਲੀ। ਆਖਰ ਮੈਂ ਇੱਥੇ ਆ ਗਿਆ। ਫਿਰ ਕੀ ਹੋਇਆ? ਲਾਜੋ ਨੇ ਪੁੱਛਿਆ। ਮੈਂ ਆਇਆ ਤਾਂ ਤੂੰ ਰੋ ਰਹੀ ਸੀ, ਉੱਚੀ ਉੱਚੀ, ਉੱਚੀ, ਬਹੁਤ ਉੱਚੀ। ਮੈਂ ਚੁੱਪਚਾਪ ਬਹਿ ਗਿਆ। ਫਿਰ ਇੱਕਦਮ ਤੂੰ ਹੱਸਣਾ ਸ਼ੁਰੂ ਕਰ ਦਿੱਤਾ। ਹੱਸੀ ਗਈ, ਹੱਸੀ ਗਈ। ਕਈ ਵਾਰ ਤੂੰ ਸ਼ੀਸ਼ੇ 'ਚ ਦੇਖਿਆ, ਕਈ ਵਾਰ ਤੂੰ ਮੂੰਹ ਅੱਗੇ ਦੁਪੱਟਾ ਲੈ ਕੇ ਹੱਸਦੀ ਰਹੀ। ਮੈਂ ਤੈਨੂੰ ਬੁਲਾਇਆ ਵੀ ਸੀ, ਪਰ ਤੂੰ ਮੈਨੂੰ ਕੋਈ ਜਵਾਬ ਨਾ ਦਿੱਤਾ। ਸ਼ਾਇਦ ਤੂੰ ਮੈਨੂੰ ਦੇਖਿਆ ਵੀ, ਪਰ ਬੋਲੀ ਕੁਝ ਨਹੀਂ। ਹੇਮਰਾਜ ਕਹਿੰਦਾ ਕਹਿੰਦਾ ਰੁਕ ਗਿਆ। ਤਕਰੀਬਨ 5 ਮਿੰਟ ਉਹ ਕੁਝ ਵੀ ਨਾ ਬੋਲਿਆ। ਲਾਜੋ ਉਹਨੂੰ ਘੂਰ ਰਹੀ ਸੀ, ਹੈਰਾਨ ਪਰੇਸ਼ਾਨ। ਉਹਦੀਆਂ ਨਜ਼ਰਾਂ ਹੇਮਰਾਜ ਦੇ ਬੁੱਲਾਂ ਤੇ ਠਹਿਰੀਆਂ ਹੋਈਆਂ ਸੀ। ਸ਼ਾਇਦ ਉਹਨੂੰ ਕੁਝ ਹੋਰ ਸੁਣਨ ਦੀ ਆਸ ਸੀ, ਪਰ ਹੇਮਰਾਜ ਚੁੱਪ ਰਿਹਾ, ਜਿਵੇਂ ਗੂੰਗਾ ਹੋ ਗਿਆ ਹੋਵੇ। ਇਸ ਤੋਂ ਬਾਅਦ ਲਾਜੋ ਦੇ ਬੁੱਲ ਫਰਕੇ। ਹੇਮਰਾਜ ਨੇ ਨਜ਼ਰਾਂ ਉਤਾਰ ਚੱਕੀਆਂ। ਤੇ ਫਿਰ ਕੀ ਹੋਇਆ ਰਾਜ? ਤੂੰ ਬੋਲਦਾ ਕਿਉਂ ਨਹੀਂ? ਲਾਜੋ ਉਹਨੂੰ ਝੰਜੋੜ ਰਹੀ ਸੀ। ਫਿਰ ਤੂੰ ਨੱਚਣਾ ਸ਼ੁਰੂ ਕਰ ਦਿੱਤਾ। ਬਿਨਾਂ ਉਸ ਵੱਲ ਗੌਰ ਕੀਤੇ ਉਹ ਬੋਲਣ ਲੱਗ ਪਿਆ, ਜਿਵੇਂ ਕੋਈ ਰਿਕਾਰਡ ਵੱਜਣਾ ਸ਼ੁਰੂ ਹੋ ਜਾਂਦਾ। ਮੈਂ ਪੱਥਰ ਹੋ ਗਿਆ ਸੀ। ਅੱਖਾਂ ਹੀ ਸਨ ਜੋ ਸਭ ਕੁਝ ਦੇਖ ਰਹੀਆਂ ਸਨ। ਨੱਚਦੇ ਨੱਚਦੇ ਤੂੰ ਆਪਣੇ ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ। ਮੈਂ ਹੜਬੜਾ ਗਿਆ। ਕੁਝ ਦੇਰ ਬਾਅਦ ਤੂੰ ਅੱਧ ਨੰਗੀ ਜਿਹੀ ਖੜੀ ਸੀ। ਤੇਰੇ ਕੱਪੜੇ ਇੱਧਰ ਉੱਧਰ ਖਿਲਰੇ ਪਏ ਸੀ। ਸ਼ਰਾਬ ਦੀ ਬੋਤਲ ਸ਼ਾਇਦ ਤੂੰ ਪਹਿਲਾਂ ਹੀ ਖੋਲੀ ਬੈਠੀ ਸੀ। ਇੱਕ ਗਲਾਸ ਭਰ ਕੇ ਤੂੰ ਘਟਾਘਟ ਚੜ ਗਈ। ਫਿਰ ਮੈਂ ਵਾਪਸ ਚਲਾ ਗਿਆ ਸੀ। ਲਾਜੋ ਫੇਰ ਹੱਸ ਪਈ, ਜਿਵੇਂ ਇਹਨਾਂ ਗੱਲਾਂ ਦਾ ਉੱਤੇ ਕੋਈ ਅਸਰ ਨਹੀਂ ਹੋਇਆ ਸੀ। ਕਿਆਮਤ ਢਾਉਣ ਵਾਲੀਆਂ ਨਜ਼ਰਾਂ ਨਾਲ ਉਹਨੇ ਹੇਮਰਾਜ ਵੱਲ ਦੇਖਿਆ। ਫਿਰ ਉਹਨੂੰ ਉਹਦੇ ਕੋਲ ਜਾ ਪਹੁੰਚੀ। ਇਹ ਕੀ ਪਾਗਲਪਨ ਹੈ? ਹੇਮਰਾਜ ਗਰਮੀ 'ਚ ਤਰ ਸੀ। ਬੜੀ ਮੁਸ਼ਕਿਲ ਨਾਲ ਉਹ ਆਜ਼ਾਦ ਹੋਇਆ। ਹਰ ਵਕਤ ਸਾਗਰ 'ਚ ਗੋਤੇ ਖਾਂਦੀ ਰਹਿ ਕੇ ਵੀ ਤੂੰ ਕਿੰਨੀ ਪਿਆਸੀ ਹੈ। ਇਹੀ ਕਾਰਨ ਹੈ ਕਿ ਸਭ ਕੁਝ ਜਾਣ ਕੇ ਵੀ ਤੇਰਾ ਆਪਣੇ ਤੇ ਵਸ ਨਹੀਂ ਰਿਹਾ। ਕੀ ਜਾਣ ਕੇ ਰਾਜ? ਲਾਜੋ ਨਰਮ ਤੇ ਹੱਸਦੇ ਹੋਏ ਲਹਿਜੇ 'ਚ ਬੋਲੀ। ਜੋ ਕੁਝ ਮੈਂ ਹੁਣੇ ਕਹਿ ਕੇ ਹਟਿਆ ਕਿ ਮੈਂ ਏਦਾਂ ਸੀ, ਨੱਚਦੀ ਸੀ, ਹੱਸਦੀ ਸੀ, ਰੋਂਦੀ ਸੀ। ਲਾਜੋ ਨੇ ਵਾਕ ਪੂਰਾ ਕਰਦਿਆਂ ਕਿਹਾ, ਮੈਂ ਸਭ ਜਾਣਦੀ ਹਾਂ। ਮੈਂ ਜਾਣ ਬੁੱਝ ਕੇ ਵੀ ਭੁੱਲ ਜਾਂਦੀ ਹਾਂ, ਕਿਉਂਕਿ ਤੂੰ ਮੂਰਖ ਹੈ। ਹੋਰ ਕੁਝ ਨਹੀਂ ਜਾਣਦਾ। ਕੀ ਤੂੰ ਦੱਸ ਸਕਦਾ ਹੈ ਕਿ ਮੈਂ ਕਿਉਂ ਹੱਸੀ ਸੀ? ਨਹੀਂ, ਤੂੰ ਹੀ ਦੱਸ ਕਿਉਂ ਹੋਇਆ ਸੀ ਇਹ ਸਭ ਕੁਝ? ਹੇਮਰਾਜ ਨੇ ਹੁਣ ਨਰਮ ਲਹਿਜੇ 'ਚ ਕਿਹਾ, ਪਰ ਉਹਦੀਆਂ ਗੁਸੈਲੀਆਂ ਅੱਖਾਂ ਕੁਝ ਹੋਰ ਹੀ ਭਾਵ ਸੀ। ਮੈਂ ਇੱਕ ਗਰੀਬ ਘਰ 'ਚ ਜੰਮੀ ਪਲੀ। ਦੁੱਖ ਸਹਿ ਕੇ, ਰੁੱਖੀ ਮਿੱਸੀ ਖਾ ਕੇ ਮੈਂ ਜਵਾਨ ਹੋ ਗਈ। ਬਾਪ ਮੇਰਾ ਨਿੱਤ ਦਾ ਸ਼ਰਾਬੀ ਸੀ, ਕੰਮੋਂ ਘੱਟ ਵੱਧ ਹੀ ਕਰਦਾ। ਮਾਂ ਵਿਚਾਰੀ ਕਈ ਘਰਾਂ ਦਾ ਝਾੜੂ ਪੋਚਾ ਕਰਦੀ, ਫਿਰ ਵੀ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ। ਮੈਥੋਂ ਪਿੱਛੇ ਅਜੇ ਮੇਰੀਆਂ 2 ਹੋਰ ਭੈਣਾਂ ਜਵਾਨ ਹੋ ਰਹੀਆਂ ਸੀ। ਮੁਹੱਲੇ ਦੀਆਂ ਕਈ ਕੁੜੀਆਂ ਇਸ ਧੰਦੇ 'ਚ ਪੈ ਚੁੱਕੀਆਂ ਸੀ। ਮੇਰਾ ਉਹਨਾਂ ਨਾਲ ਉੱਠਣਾ ਬਹਿਣਾ ਸੀ। ਹੌਲੀ ਹੌਲੀ ਮੈਂ ਵੀ ਉਹਨਾਂ ਨਾਲ ਜਾਣ ਲੱਗ ਪਈ।
ਮੈਨੂੰ ਕਿਸੇ ਨੇ ਰੋਕਿਆ ਨਹੀਂ। ਮਾਂ ਸਗੋਂ ਖੁਸ਼ ਸੀ, ਘਰ ਦਾ ਗੁਜ਼ਾਰਾ ਵਧੀਆ ਚੱਲ ਪਿਆ ਸੀ। ਜਦੋਂ ਲੋਕਾਂ ਦੀ ਨਜ਼ਰੇ ਪੂਰੀ ਚੜ ਗਈ ਤਾਂ ਮੈਂ ਧੰਦਾ ਇਕੱਲੀ ਕਰਨ ਲੱਗ ਪਈ। ਮੈਂ ਆਪਣਾ ਵੱਖਰਾ ਘਰ ਬਣਾ ਲਿਆ। ਹੁਣ ਭਾਵੇਂ ਮੈਂ ਥੋੜੀ ਅਮੀਰ ਹੋ ਗਈ ਹਾਂ, ਪਰ ਆਪਣਾ ਸਭ ਕੁਝ ਲੁਟਾ ਕੇ ਵੇਚ ਕੇ ਮੈਂ ਅਮੀਰੀ ਹਾਸਲ ਕੀਤੀ ਹੈ। ਲੋਕ ਮੈਨੂੰ ਕੁਝ ਖਾਸ ਹੀ ਚੀਜ਼ ਸਮਝਦੇ ਆ। ਕੋਈ ਵਧੀਆ ਮਾਲ ਕਹਿੰਦਾ ਹੈ, ਕੋਈ ਪੁਰਜਾ, ਕੋਈ ਮੈਨੂੰ ਲੈਲਾ ਕਹਿੰਦਾ, ਕੋਈ ਪਟਾਕਾ। ਹਰ ਨਾਂ ਮੈਨੂੰ ਚੰਗਾ ਲੱਗਦਾ ਹੈ, ਕਿਉਂਕਿ ਇਹ ਮੇਰਾ ਪੇਸ਼ਾ ਹੈ। ਜਦ ਮੈਂ ਇਹ ਪੇਸ਼ਾ ਨਹੀਂ ਸੀ ਕਰਦੀ ਤਾਂ ਕਈ ਮਨ ਚਲੇ ਮੈਨੂੰ ਫੱਟੀ ਕਹਿੰਦੇ, ਮੈਂ ਸੁਣਦੀ, ਪਰ ਮੈਨੂੰ ਇਹਦਾ ਕੋਈ ਮਤਲਬ ਸਮਝ ਨਹੀਂ ਸੀ ਆ ਪੈਂਦਾ। ਜਦੋਂ ਦੀ ਮੈਂ ਇਸ ਪੇਸ਼ੇ 'ਚ ਆਈ, ਮੇਰੇ ਸਾਹਮਣੇ ਇੱਕ ਨਵਾਂ ਹੀ ਨਾਂ ਆਇਆ, ਟੈਕਸੀ। ਕਿਉਂਕਿ ਹਰ ਆਦਮੀ ਮੈਨੂੰ ਟੈਕਸੀ ਦੀ ਤਰ੍ਹਾਂ ਕਿਰਾਏ ਤੇ ਲੈ ਸਕਦਾ ਹੈ। ਜਿੰਨੇ ਪੈਸੇ ਮੈਂ ਮੰਗਦੀ ਮੈਨੂੰ ਮਿਲ ਜਾਂਦੇ। ਮੈਂ ਖੁਸ਼ ਸੀ, ਨਾਲੇ ਮੇਰੇ ਨਾਲੋਂ ਕਿਹੜਾ ਕੋਈ ਕੁਝ ਲਾ ਲੈਂਦਾ, ਸਗੋਂ ਦੇ ਹੀ ਜਾਂਦਾ। ਮੇਰੇ ਕੰਨੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਪੈਂਦੀਆਂ, ਫਿਰ ਖਤਮ ਹੋ ਜਾਂਦੀਆਂ। ਉਸ ਦਿਨ, ਜਿਸ ਦਿਨ ਦੀ ਤੂੰ ਗੱਲ ਕਰ ਰਿਹਾ ਹੈ, ਮੈਂ ਹਰਨਾਮੇ ਦੇ ਢਾਬੇ ਕੋਲ ਖੜੀ ਸੀ, ਜਿੱਥੇ ਹਰ ਵੇਲੇ ਟਰੱਕ ਤੇ ਟੈਕਸੀ ਡਰਾਈਵਰਾਂ ਦੀ ਭੀੜ ਲੱਗੀ ਰਹਿੰਦੀ ਹੈ। ਮੈਨੂੰ ਕੋਈ ਗਾਹਕ ਨਾ ਮਿਲਿਆ। ਖੜੀ ਖੜੀ ਇੱਧਰ ਉੱਧਰ ਤੁਰੀ ਫਿਰਦੀ ਮੈਂ ਅੱਕ ਗਈ। ਫਿਰ ਤੂੰ ਆਇਆ ਸੀ। ਮੈਂ ਪਹਿਲਾਂ ਵੀ ਕਈ ਵਾਰੀ ਤੇਰੇ ਨਾਲ ਜਾ ਚੁੱਕੀ ਸੀ। ਉਸ ਦਿਨ ਤੂੰ ਬੜਾ ਖੁਸ਼ ਸੀ। ਤੇਰੇ ਕੋਲ ਨਵੀਂ ਟੈਕਸੀ ਸੀ। ਤੂੰ ਮੇਰੇ ਕੋਲ ਆ ਕੇ ਹੌਰਨ ਮਾਰਿਆ। ਮੈਂ ਪਿਛਲੀ ਸੀਟ ਤੇ ਬਹਿਣ ਲਈ ਤਾਕੀ ਖੋਲ੍ਹਣੀ ਚਾਹੀ, ਪਰ ਤੂੰ ਮੈਨੂੰ ਆਪਣੇ ਨਾਲ ਅਗਲੀ ਸੀਟ ਤੇ ਬਹਾ ਲਿਆ ਸੀ। ਮੈਂ ਜ਼ਿਆਦਾ ਗੱਲ ਨਹੀਂ ਕਰਦੀ, ਕਿਉਂਕਿ ਸਾਰਾ ਇਸ਼ਾਰਿਆਂ ਨਾਲ ਹੀ ਚੱਲਦਾ ਹੈ। ਕਾਰ ਰੁਕਦੀ ਹੈ, ਮੈਂ ਹੱਥ ਦੀਆਂ ਉਂਗਲਾਂ ਖੜੀਆਂ ਕਰ ਦਿੰਦੀ ਹਾਂ। 400, 500, ਜਿੰਨੀਆਂ ਉਂਗਲਾਂ ਉਨੇ 100। ਉਸ ਦਿਨ ਮੈਂ ਪੂਰੀਆਂ 5 ਉਂਗਲਾਂ ਖੜੀਆਂ ਕੀਤੀਆਂ। ਤੂੰ ਮੰਨ ਗਿਆ। ਹੇਮਰਾਜ ਚੁੱਪਚਾਪ ਬੈਠਾ ਸੁਣਦਾ ਰਿਹਾ। ਲਾਜੋ ਬੋਲੀ ਗਈ। ਟੈਕਸੀ ਸੜਕ ਤੇ ਜਿਵੇਂ ਤਰਦੀ ਜਾ ਰਹੀ ਸੀ, ਤੂੰ ਮੇਰੇ ਨਾਲ ਸੀ। ਜਿਸ ਤਰ੍ਹਾਂ ਤੂੰ ਚਾਹੁੰਦਾ ਸੀ ਮੈਂ ਕਰਦੀ ਰਹਿੰਦੀ, ਕਿਉਂਕਿ ਅੱਜ ਲਈ ਮੈਂ ਤੇਰੇ ਕੋਲ ਵਿਕ ਚੁੱਕੀ ਸੀ। ਟੈਕਸੀ ਰੁਕੀ, ਥੱਲੇ ਉਤਰਿਆ। ਸਾਹਮਣੇ ਪੁਲਿਸ ਦਾ ਨਾਕਾ ਸੀ। ਇੱਕ ਸਿਪਾਹੀ ਨੇ ਤੈਨੂੰ ਕਾਗਜ਼ ਦਿਖਾਉਣ ਲਈ ਕਿਹਾ, ਤੇ ਫਿਰ ਲਾਇਸੈਂਸ ਤੇਰੇ ਕੋਲ ਹੈ ਨਹੀਂ ਸੀ। ਪਤਾ ਨਹੀਂ ਨਵੀਂ ਗੱਡੀ ਦੇ ਚਾਰਜ ਤੇ ਜਾਂ ਫਿਰ ਕਿਸੇ ਹੋਰ ਕਾਰਨ ਲਾਇਸੈਂਸ ਤੂੰ ਘਰ ਭੁੱਲ ਆਇਆ ਸੀ। ਉਹ ਪੁਲਸੀਆ ਮੇਰੇ ਵੱਲ ਹੀ ਘੂਰ ਰਿਹਾ ਸੀ। ਮੈਂ ਉਤਰ ਕੇ ਆਪਣੇ ਰਾਹ ਪੈ ਗਈ, ਕਿਉਂਕਿ ਤੇਰਾ ਹੁਣ ਚਲਾਨ ਕੱਟ ਹੋਣਾ ਸੀ, ਤੇ ਜਾਂ ਫਿਰ ਕੋਈ ਸੌਦੇਬਾਜ਼ੀ। ਪਤਾ ਨਹੀਂ ਇਹ ਰਫੜ ਕਦੋਂ ਮੁੱਕਣਾ ਸੀ। ਪਹਿਲਾਂ ਤਾਂ ਸੋਚਿਆ ਕਿ ਕੋਈ ਹੋਰ ਗਾਹਕ ਹੀ ਦੇਖ ਲਵਾਂ, ਪਰ ਮੈਂ ਘਰ ਨੂੰ ਹੀ ਆ ਗਈ ਸੀ। ਉਸ ਦਿਨ ਮੈਂ ਹੱਸਦੀ ਰਹੀ, ਰੋਂਦੀ ਰਹੀ, ਨੱਚਦੀ ਰਹੀ। ਤੁਸੀਂ ਲੋਕ ਮੈਨੂੰ ਹੋਟਲਾਂ 'ਚ ਲੈ ਜਾਂਦੇ, ਸਿਨੇਮੇ ਲੈ ਜਾਂਦੇ। ਜੇ ਕੋਈ ਮਿਲ ਜਾਏ, ਉਹ ਮੇਰੀ ਕਜ਼ਨ ਹੈ, ਇਹ ਮੇਰੀ ਇਹ ਹੈ, ਇਹ ਮੇਰੀ ਉਹ ਹੈ। ਗੱਲ ਕੀ, ਉਸ ਸਮੇਂ ਲਈ ਤੁਸੀਂ ਮੇਰੇ ਨਾਲ ਕੋਈ ਨਾ ਕੋਈ ਰਿਸ਼ਤਾ ਗੰਢ ਲੈਂਦੇ ਹੋ। ਮੇਰੇ ਨਾਲ ਡਾਂਸ ਕਰਦੇ ਹੋ, ਹੱਸਦੇ ਨੱਚਦੇ ਟੱਪਦੇ ਹੋ। ਇੱਕ ਰੋਂਦੇ ਹੀ ਨਹੀਂ, ਹਾਂ ਬੇਤਾਬ ਜ਼ਰੂਰ ਰਹਿੰਦੇ ਹੋ ਮੈਨੂੰ ਪਾਉਣ ਲਈ। ਪਰ ਮੈਂ ਉਸ ਦਿਨ ਘਰ ਆ ਕੇ ਰੋਈ ਸੀ। ਲਾਜੋ ਨੇ ਜਿਵੇਂ ਸਾਹ ਲਿਆ। ਪਰ ਕਿਉਂ ਰੋਈ ਸੀ, ਇਹੀ ਤਾਂ ਮੈਂ ਪੁੱਛਦਾ। ਤੂੰ ਹੋਰ ਹੀ ਗੱਲ ਤੋਰ ਲੈਂਦੀ ਹੈ। ਹੇਮਰਾਜ ਅੱਕੇ ਹੋਏ ਲਹਿਜੇ 'ਚ ਬੋਲਿਆ। ਦੂਸਰਾ, ਉਹ ਇਸ ਕਰਕੇ ਵੀ ਖਿਝ ਗਿਆ ਸੀ ਕਿ ਲਾਜੋ ਮਰਦ ਜ਼ਾਤ ਦੇ ਸਾਰੇ ਨਕਾਬ ਲਾ ਰਹੀ ਸੀ। ਰੋਈ ਮੈਂ ਇਸ ਕਰਕੇ ਸੀ ਕਿ ਉਸ ਦਿਨ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰ ਰਹੀ ਸੀ। ਚਾਹੇ ਮੈਂ ਦਿਨੇ ਰਾਤ ਦਿਲਾਂ ਤੇ ਡਾਕਾ ਮਾਰਦੀ ਹਾਂ, ਤੁਸੀਂ ਆਪਣੇ ਤਨ ਦੀ ਅੱਗ ਬੁਝਾਉਣ ਲਈ ਮੇਰੇ ਕੋਲ ਆਉਂਦੇ ਹੋ, ਚਲੇ ਜਾਂਦੇ ਹੋ। ਮੈਂ ਜਵਾਨ ਹਾਂ, ਸੋਹਣੀ ਹਾਂ, ਮੇਰੇ ਕੋਲ ਘਰ ਆ, ਪੈਸਾ ਕੀ ਨਹੀਂ ਹੈ ਮੇਰੇ ਕੋਲ। ਚੰਗਾ ਖਾਂਦੀ ਹਾਂ, ਚੰਗਾ ਪਹਿਨਦੀ ਹਾਂ। ਘਰ ਦੀ ਗੱਡੀ ਵੀ ਬਿਨਾਂ ਲਾਇਸੈਂਸ ਨਹੀਂ ਚੱਲਦੀ। ਮਰਦ ਇਸ ਗੱਡੀ ਦਾ ਲਾਇਸੈਂਸ ਹੀ ਤਾਂ ਹੈ ਕਿ ਮੈਨੂੰ ਕੋਈ ਲਾਇਸੈਂਸ ਨਹੀਂ ਮਿਲ ਸਕਦਾ। ਮੈਂ ਕੁਝ ਸਮਝਿਆ ਨਹੀਂ ਲਾਜੋ। ਹੇਮਰਾਜ ਨੇ ਦਿਲ ਦਿਮਾਗ 'ਚ ਤੂਫਾਨ ਜਿਹਾ ਆ ਗਿਆ। ਮੂਰਖ ਆਦਮੀ ਸਮਝ ਵੀ ਨਹੀਂ ਸਕਦੇ। ਲਾਜੋ ਝੁੰਝਲਾ ਉੱਠੀ। ਤੁਸੀਂ ਸਾਰੀ ਲਾਇਸੈਂਸ ਹੀ ਹੋ, ਸਮਝ ਗਿਆ। ਮਤਲਬ ਕਿ ਉਸ ਤਰ੍ਹਾਂ ਵੀ ਖੇ ਖਾਂਦੇ ਹੋ, ਪੈਸਾ ਬਰਬਾਦ ਕਰਦੇ ਹੋ। ਜੇ ਸਦਾ ਲਈ ਮੇਰੇ ਬਣ ਜਾਓ ਤਾਂ ਮੌਤ ਆਉਂਦੀ ਹੈ। ਇਹ ਠੀਕ ਹੈ, ਮੈਂ ਵਾਸ਼ਨਾ ਤੋਂ ਭੁੱਖੀ ਨਹੀਂ ਰਹਿੰਦੀ, ਮੈਨੂੰ ਤੜਫਣਾ ਨਹੀਂ ਪੈਂਦਾ, ਕਿਉਂਕਿ ਮੇਰੇ ਇੱਕ ਇਸ਼ਾਰੇ ਤੇ ਕਈ ਆਉਣ ਨੂੰ ਤਿਆਰ ਰਹਿੰਦੇ ਆ। ਪਰ ਕਦੋਂ ਤੱਕ? ਸਿਰਫ ਹੁਣ ਨਾਲ ਸੌਣ ਤੱਕ, ਉਹ ਵੀ ਜਿੰਨਾ ਚਿਰ ਮੈਂ ਜਵਾਨ ਹਾਂ। ਪਰ ਇੱਕ ਟੈਕਸੀ ਨਾਲ, ਬਦ ਚੱਲਣ ਔਰਤ ਨਾਲ ਵਿਆਹ ਕਰਾ ਕੇ ਕੋਈ ਬਦਨਾਮ ਨਹੀਂ ਹੋਏਗਾ, ਜਿਹੜੀ ਇੱਕ ਸਥਿਰ ਸੜਕ ਦੀ ਤਰ੍ਹਾਂ ਦੀ ਹੈ, ਜਿਸ ਤੇ ਜੋ ਆਵੇ ਗੁਜ਼ਰ ਜਾਏ। ਪਰ ਉਹ ਸਿੱਥਲ ਪਈ ਹੈ, ਉਹ ਤੇ ਕੋਈ ਅਸਰ ਨਹੀਂ। ਕੋਈ ਸਭ ਲੋਕਾਂ ਦੀ ਝੂਠ ਖਾਵੇ। ਕਿਉਂ, ਹੁਣ ਕੀ ਹੋ ਜੂ? ਅੱਗੇ ਰੋਜ਼ ਖਾਂਦੇ ਹੀ ਆ। ਵੈਸੇ ਤੂੰ ਵੀ ਤਾਂ ਇਕੱਲਾ ਹੀ ਹੈ, ਘਰ ਨਹੀਂ ਘਾਟ ਨਹੀਂ। ਕਿੰਨਾ ਕੁ ਚਿਰ ਇਸ ਤਰ੍ਹਾਂ ਢਾਬਿਆਂ ਤੇ ਰੋਟੀ ਖਾਂਦਾ ਰਹੇਗਾ। ਮੈਨੂੰ ਤਾਂ ਇੱਕ ਲਾਇਸੈਂਸ ਚਾਹੀਦਾ, ਮੈਂ ਵੀ ਕਿਸੇ ਮਰਦ ਨੂੰ ਆਪਣਾ ਕਹਿ ਸਕਾਂ, ਜਿਹੜਾ ਮੈਨੂੰ ਆਪਣੀ ਘਰਵਾਲੀ ਸਮਝ ਸਕੇ, ਮੇਰੀ ਇੱਜ਼ਤ ਕਰ ਸਕੇ। ਲਾਜੋ ਨੇ ਇੱਕ ਟੁੱਕ ਗੱਲ ਮੁਕਾਈ। ਹੇਮਰਾਜ ਚੁੱਪਚਾਪ ਪਲੰਗ ਤੇ ਬਹਿ ਗਿਆ। ਉਹ ਕੋਈ ਫੈਸਲਾ ਨਾ ਕਰ ਸਕਿਆ। ਉਹਨੂੰ ਨਹੀਂ ਪਤਾ ਕਦੋਂ ਬੱਤੀ ਗੁੱਲ ਹੋ ਗਈ ਤੇ ਲਾਜੋ ਉਹਦੇ ਕੋਲ ਆ ਗਈ। ਮੱਧਮ ਸਿਸਕੀਆਂ ਸ਼ਹਿਨਾਈ ਦੀ ਤਰ੍ਹਾਂ ਹਨੇਰੇ ਦੇ ਸ਼ਾਂਤ ਵਾਤਾਵਰਨ 'ਚ ਗੂੰਜ ਉੱਠੀਆਂ।
ਹੇਮਰਾਜ ਨੂੰ ਲੱਗਾ ਜਿਵੇਂ ਉਹਦੀ ਧੁਰ ਅੰਦਰੋਂ ਕੋਈ ਕੁਝ ਖਿੱਚ ਰਿਹਾ ਹੋਵੇ। ਸੰਗਮਰਮਰ ਦੀ ਕਿਸੇ ਮੂਰਤੀ ਦੀ ਤਰ੍ਹਾਂ ਲਾਜੋ ਦਾ ਜਿਸਮ ਉਹਨੂੰ ਲੱਗਾ ਜਿਵੇਂ ਪਟਿਆਲੇ ਦੀ 12 ਦੀ ਉਹ ਮੂਰਤੀ ਸਾਕਾਰ ਰੂਪ ਉਹਦੇ ਕੋਲ ਆ ਗਈ ਹੋਵੇ। ਹੁਣ ਸਭ ਕੁਝ ਸ਼ਾਂਤ ਸੀ। ਇਜਾਜ਼ਤ ਹੋਵੇ ਤਾਂ ਜਾਵਾਂ ਹੁਣ? ਆਦਮ ਕਦ ਸ਼ੀਸ਼ੇ 'ਚ ਦੇਖਦਿਆਂ ਤੇ ਪਾਏ ਹੋਏ ਕੱਪੜਿਆਂ ਦੀਆਂ ਸਿਲਵਟਾਂ ਠੀਕ ਕਰਦਿਆਂ ਹੇਮਰਾਜ ਨੇ ਕਿਹਾ, ਜੇ ਇਜਾਜ਼ਤ ਲੈ ਕੇ ਆਇਆ ਸੀ ਤਾਂ ਜਾਣ ਲਈ ਇਜਾਜ਼ਤ ਲੈਣੀ ਜ਼ਰੂਰੀ ਹੈ। ਇਹ ਹੁਣ ਤੂੰ ਸੋਚ। ਲਾਜੋ ਨੇ ਉਹਦੇ ਗਲ 'ਚ ਬਾਹਾਂ ਪਾਉਂਦਿਆਂ ਹੱਸਦੇ ਹੋਏ ਕਿਹਾ, ਫਿਰ ਤਾਂ ਕੋਈ ਰੁਕਾਵਟ ਨਹੀਂ ਜਾਣ ਲਈ। ਕੀ ਖਿਆਲ ਹੈ? ਹੇਮਰਾਜ ਨੇ ਵੀ ਦੋਵੇਂ ਬਾਹਾਂ ਲਾਜੋ ਦੇ ਲੱਕ ਦੁਆਰੇ ਕੱਸਦਿਆਂ ਕਿਹਾ, ਖਿਆਲ ਤਾਂ ਠੀਕ ਹੀ ਹੈ। ਕਿਉਂ ਅੱਜ ਇੰਨੀ ਛੇਤੀ ਮਨ ਭਰ ਗਿਆ? ਕਿਹੜੀ ਜਾਣ ਦੀ ਕਾਹਲੀ ਪੈ ਗਈ? ਲਾਜੋ ਆਪਣੀਆਂ ਬਾਹਾਂ ਢਿੱਲੀਆਂ ਕਰਦੀ ਬੋਲੀ, ਮਨ ਤਾਂ ਕਦੇ ਵੀ ਨਹੀਂ ਭਰਦਾ। ਬੰਦਾ ਫੇਰ ਤਾਂ ਹੀ ਤਾਂ ਦੂਜੀ ਵਾਰ ਆਈਦਾ, ਇਹ ਤਾਂ ਕਦੇ ਭਰਦਾ ਹੀ ਨਹੀਂ। ਹੇਮਰਾਜ ਨੇ ਜਿਵੇਂ ਦਿਲ ਦੀ ਕਹੀ ਆਪਣੇ ਇਸੀ ਗੱਲ ਪਿੱਛੇ ਇਨਸਾਨ ਦੀ ਫਿਤਰਤ ਤੇ ਤੜਪ ਦਾ ਖੁਲਾਸਾ ਕਰ ਗਿਆ। ਹਟ ਬੇਸ਼ਰਮ, ਕਿੱਦਾਂ ਦੀ ਗੱਲ ਕਰਦਾ? ਮੈਂ ਇਸ ਤਰ੍ਹਾਂ ਥੋੜੀ ਕਿਹਾ ਹੈ। ਅੱਛਾ ਛੱਡ, ਕੋਈ ਚੰਗੀ ਜੀ ਗੱਲ ਕਰ, ਸੋਹਣੀ ਜੀ। ਲਾਜੋ ਇਹ ਗੱਲ ਸੁਣ ਕੇ ਸ਼ਰਮਾ ਗਈ ਸੀ। ਉਹਨੇ ਗੱਲ ਬਦਲਣੀ ਚਾਹੀਦੀ। ਤੇਰੇ ਵਰਗੀ ਸੋਹਣੀ ਗੱਲ? ਲਾਜਵੰਤੀ ਵਰਗੀ? ਬਿਲਕੁਲ ਉਸ ਵਾਂਗ ਸ਼ਰਮਸਾਰ, ਛੋਈ ਮੋਈ ਜੀ, ਹੱਥ ਲਾਇਆ ਸੁੰਗੜ ਕੇ ਇਕੱਠੀ ਹੋਣ ਵਾਲੀ। ਹੇਮਰਾਜ ਉਹਦੀ ਸਿਫਤ ਕਰ ਰਿਹਾ ਸੀ ਤੇ ਜਾਂ ਫਿਰ ਉਹਨੂੰ ਭਰਮਾ ਰਿਹਾ ਸੀ। ਸੁੰਗੜ ਕੇ ਨਹੀਂ, ਸ਼ਰਮਾ ਕੇ ਪਾਣੀ ਪਾਣੀ ਹੋ ਜਾਣ ਵਾਲੀ, ਜਿਵੇਂ ਆਪਣੇ ਆਪ 'ਚ ਲੁਕਣਾ ਚਾਹੁੰਦੀ ਹੋਵੇ। ਲਾਜੋ ਨੇ ਦੇ ਲਫ਼ਜ਼ਾਂ ਨੂੰ ਨਵੇਂ ਅਰਥ ਦੇ ਦਿੱਤੇ ਸੀ। ਹਾਂ ਠੀਕ ਹੈ। ਹੇਮਰਾਜ ਨੇ ਜਿਵੇਂ ਹਾਮੀ ਭਰੀ। ਕੀ ਹਾਂ ਹਾਂ? ਸਮਝਿਆ ਵੀ ਹੈ ਕੁਝ? ਭਲਾ ਆਪਣੇ ਆਪ 'ਚ ਹੀ ਲੁਕਿਆ ਜਾਂਦਾ ਕਿਸੇ ਕੋਲ, ਬੁੱਧੂ ਕਿਤੇ ਦਾ। ਲਾਜੋ ਨੇ ਉਹਨੂੰ ਝਾੜ ਕੇ ਰੱਖ ਦਿੱਤਾ। ਹੀ ਉਲਟਾ ਅੱਗੋਂ ਦੰਦ ਕੱਢਣ ਲੱਗ ਪਿਆ ਤੇ ਇਸ ਤਰ੍ਹਾਂ ਉਹਨੂੰ ਦੰਦ ਕੱਢਦਾ ਵੇਖ ਕੇ ਲਾਜੋ ਸੜਬਲ ਗਈ। ਤੂੰ ਹਰ ਗੱਲ ਦਾ ਅਰਥ ਪੁੱਠਾ ਹੀ ਕੱਢਦੀ ਏ, ਹੇਮਰਾਜ ਨੇ ਨਰਮੀ ਨਾਲ ਕਿਹਾ। ਤੇ ਤੂੰ ਸਿੱਧਾ ਕੱਢਦਾ, ਘੁੱਗੂ ਆ। ਚੱਲ ਕੋਈ ਹੋਰ ਗੱਲ ਕਰ। ਲਾਜੋ ਅਜੇ ਵੀ ਗਰਮ ਸੀ। ਕਿਸ ਤਰ੍ਹਾਂ ਦੀ ਕਰਾਂ? ਹੇਮਰਾਜ ਨੂੰ ਸ਼ਾਇਦ ਸਮਝ ਨਾ ਆਈ ਕਿ ਉਹ ਹੁਣ ਕੀ ਕਹੇ। ਜਿਸ ਤਰ੍ਹਾਂ ਦੀ ਵੀ ਤੈਨੂੰ ਆਉਂਦੀ ਏ। ਲਾਜੋ ਨੇ ਉਹਨੂੰ ਖੁੱਲੀ ਛੁੱਟੀ ਦੇ ਦਿੱਤੀ ਤੇ ਹੇਮਰਾਜ ਉਹਨੂੰ ਲਾਇਨਸ ਕਲੱਬ ਦੀ ਹੀਰੋਇਨ ਦੀ ਗੱਲ ਸੁਣਾਉਣ ਲੱਗ ਪਿਆ। ਐਵੇਂ ਬੇਤੁਕੀ, ਬੇਰਸ, ਰੁੱਖੀ ਫਿੱਕੀ ਜੀ ਗੱਲ। ਲਾਜਵੰਤੀ? ਹਾਂ ਦੱਸ, ਤੂੰ ਕਦੇ ਰੂਹ ਵਰਗੀ ਕੁੜੀ ਦੀ ਗੱਲ ਸੁਣੀ ਹੈ? ਨਹੀਂ, ਉਹ ਕਿਸ ਤਰ੍ਹਾਂ ਦੀ ਹੈ? ਪੁੰਨਿਆਂ ਦੇ ਚੰਦ ਦੀ ਚਾਂਦਨੀ ਵਰਗੀ, ਚਿੱਟੀ ਦੁੱਧ ਵਰਗੀ, ਬਿਜਲੀ ਦੀਆਂ ਟਿਊਬਾਂ ਵਰਗੀਆਂ ਬਾਹਾਂ ਵਾਲੀ ਕੁੜੀ। ਹੇਮਰਾਜ ਨੇ ਕਿਹਾ। ਫਿਰ ਉਹ ਚੁੱਪ ਹੋ ਗਿਆ। ਤੇ ਫੇਰ? ਲਾਜੋ ਨੇ ਪੁੱਛਿਆ। ਫੇਰ ਨਹੀਂ ਪਤਾ। ਕਿਉਂ? ਅੱਜ ਮੈਂ ਚੱਲਦਾ। ਕਦੇ ਫੇਰ ਸੀ, ਮੈਨੂੰ ਪੂਰਾ ਯਾਦ ਨਹੀਂ ਉਹਦੇ ਬਾਰੇ। ਹੇਮਰਾਜ ਬੇਚੈਨ ਜਿਹਾ ਬੋਲਿਆ। ਚੀਜ਼ ਕੋਈ ਵੀ ਹੋਵੇ, ਹਰ ਆਦਮੀ ਚਾਹੁੰਦਾ ਹੈ ਕਿ ਮੈਂ ਉਹਨੂੰ ਪਾ ਲਵਾਂਗਾ। ਸੰਭਵ ਅਸੰਭਵ ਯਤਨਾਂ ਨਾਲ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਚਾਹੇ ਬਾਅਦ 'ਚ ਉਹਨੂੰ ਕੁਝ ਫਾਇਦਾ ਵੀ ਨਾ ਹੋਵੇ। ਕੁਝ ਹਾਸਲ ਕਰਨ ਦੀ ਜਗ੍ਹਾ ਉਲਟਾ ਨੁਕਸਾਨ ਹੀ ਉਠਾਉਣਾ ਪਏ। ਲਾਜੋ ਜਿਵੇਂ ਫਿਲਾਸਫਰ ਬਣ ਗਈ। ਠੀਕ ਹੀ ਕਰਦਾ, ਕਿਹੜਾ ਮਾੜਾ ਕਰਦਾ? ਹੇਮਰਾਜ ਉਹਦੇ ਲੈਕਚਰ ਤੋਂ ਬਾਅਦ ਮਿੰਨਾ ਜਿਹਾ ਮੁਸਕਰਾ ਕੇ ਬੋਲਿਆ। ਪਰ ਆਮ ਦੇਖਣ 'ਚ ਆਇਆ ਕਿ ਹਰ ਆਦਮੀ ਟੈਸਟ ਤੋਂ ਘਬਰਾ ਜਾਂਦਾ ਹੈ। ਲਾਜੋ ਨੇ ਕਿਹਾ। ਟੈਸਟ ਹੀ ਹੁੰਦਾ ਹੈ, ਘਬਰਾਵੇ ਕਿਉਂ ਨਾ? ਹੇਮਰਾਜ ਨੇ ਸਹਿਜ ਨਾਲ ਕਿਹਾ। ਹਾਏ ਰੱਬਾ, ਇਹ ਕਿਸ ਤਰ੍ਹਾਂ ਦਾ ਸ਼ਖਸ ਹੈ? ਕੋਈ ਸਮਝ ਹੀ ਨਹੀਂ ਇਹਨੂੰ। ਲਾਜੋ ਖਿਝ ਗਈ। ਤੇ ਤੈਨੂੰ ਬਹੁਤ ਸਮਝ ਹੈ, ਆਹੀ ਵੱਡੀ ਸਮਝ ਵਾਲੀ। ਤੈਨੂੰ ਕੀ ਪਤਾ? ਚੁੱਪ। ਹੇਮਰਾਜ ਪਤਾ ਨਹੀਂ ਕੀ ਕਹਿਣ ਲੱਗਾ ਸੀ ਕਿ ਲਾਜੋ ਉਹਨੂੰ ਭੁੱਖੀ ਸ਼ੇਰਨੀ ਦੀ ਤਰ੍ਹਾਂ ਦਹਾੜ ਕੇ ਪਈ। ਹੇਮਰਾਜ ਦੇ ਗਲ 'ਚ ਪਾਈ ਕਮੀਜ਼ ਉਹਨੇ ਖਿੱਚ ਕੇ ਲੀਰੋ ਲੀਰ ਕਰਤੀ। ਇੱਥੇ ਆ ਕੇ ਤਾਂ ਕੋਈ ਨਹੀਂ ਘਬਰਾਉਂਦਾ, ਇਹੀ ਤਾਂ ਵੱਡਾ ਟੈਸਟ ਹੁੰਦਾ ਮਰਦ ਦਾ। ਉਹਦੀ ਆਵਾਜ਼ ਤੇਜ਼ ਤੇ ਤਲਖ ਸੀ। ਪਤਾ ਨਹੀਂ ਹੋਰ ਕੀ ਅਬਾ ਤਬਾ ਬੋਲਦੀ ਰਹੀ। ਨਿੰਮੋ ਝੂਣਾ ਹੇਮਰਾਜ ਕਮਰੇ 'ਚੋਂ ਬਾਹਰ ਨਿਕਲ ਕੇ ਚੁਬਾਰੇ ਦੀਆਂ ਪੌੜੀਆਂ ਉਤਰ ਗਿਆ। ਇੱਥੇ ਆ ਕੇ ਤਾਂ ਕੋਈ ਨਹੀਂ ਘਬਰਾਉਂਦਾ, ਇਹੀ ਤਾਂ ਵੱਡਾ ਟੈਸਟ ਹੁੰਦਾ ਮਰਦ ਦਾ। ਲਾਜੋ ਦੇ ਕਹੇ ਆਖਰੀ ਬੋਲ ਉਹਦੇ ਦਿਮਾਗ 'ਚ ਹਥੌੜੇ ਦੀ ਤਰ੍ਹਾਂ ਵੱਜ ਰਹੇ ਸੀ ਤੇ ਉਹਦਾ ਸਾਹ ਲੁਹਾਰ ਦੀ ਧੌਂਕਣੀ ਦੀ ਤਰ੍ਹਾਂ ਚੱਲ ਰਿਹਾ ਸੀ। ਲੱਗਦਾ ਸੀ ਜਿਵੇਂ ਹੁਣੇ ਉਹਦੀ ਹਿੱਕ ਪਾੜ ਕੇ ਕੁਝ ਬਾਹਰ ਡਿੱਗਣ ਵਾਲਾ ਹੈ। ਤੂੰ ਰੁਕ ਜਾ ਰਾਜ, ਉੱਥੇ ਜਾਣਾ ਛੱਡ ਦੇ। ਉਹਦਾ ਦੋਸਤ ਰਾਮਦਾਸ ਕਹਿੰਦਾ ਹੁੰਦਾ ਸੀ, ਇਹਨਾਂ ਫੁੱਲ ਝੜੀਆਂ ਨੂੰ ਸਮਝਣਾ ਤੇਰੇ ਵੱਸ ਦੀ ਗੱਲ ਨਹੀਂ। ਕਿਉਂ ਵੱਸ ਦੀ ਗੱਲ ਨਹੀਂ? ਫੁੱਲ ਝੜੀ ਸੁੰਦਰ ਹੀ ਤਾਂ ਹੁੰਦੀ ਹੈ। ਜਦੋਂ ਖਿੜਦੀ ਹੈ ਤਾਂ ਕਿਸ ਤਰ੍ਹਾਂ ਤਾਰੇ ਟੁੱਟਦੇ ਆ ਇਹਦੇ ਵਿੱਚੋਂ, ਜਿੱਦਾਂ ਸਾਰਾ ਆਕਾਸ਼ ਹੀ ਉਲਟ ਗਿਆ ਹੁੰਦਾ ਇੱਕ ਪਾਸੇ। ਹੇਮਰਾਜ ਉਹਨੂੰ ਜਵਾਬ ਦਿੰਦਾ। ਇਹ ਦੂਰੋਂ ਹੀ ਚੰਗੀ ਲੱਗਦੀ ਆ, ਰਾਮਦਾਸ ਫੇਰ ਕਹਿੰਦਾ। ਦੂਰੋਂ ਕਿਉਂ? ਨੇੜਿਓਂ ਤਾਂ ਜ਼ਿਆਦਾ ਚੰਗੀ ਲੱਗਦੀ ਹੈ। ਨਾਲੇ ਇਹ ਕਿਹੜਾ ਲੂਣ ਲੱਗੀ ਹੈ ਕਿਸੇ ਨੂੰ? ਐਵੇਂ ਫੋਕੇ ਚੰਗਿਆੜੇ ਹੀ ਤਾਂ ਹੁੰਦੇ ਨੇ ਇਹਦੇ, ਜਗਦੇ ਬੁਝਦੇ ਰਹਿੰਦੇ ਨੇ ਪਲੋ ਪਲੀ। ਹੇਮਰਾਜ ਦਲੀਲ ਦਿੰਦਾ। ਉਹ ਨਹੀਂ ਦੋਸਤਾ, ਇਹੀ ਤੈਨੂੰ ਭੁਲੇਖਾ ਹੈ। ਇਹਦਾ ਜਲਿਆ ਵੀ ਰਾਸ ਨਹੀਂ ਆਉਂਦਾ। ਜ਼ਿਆਦਾ ਨੇੜੇ ਆਉਣ ਤੇ ਇਹ ਇੰਨਾ ਮੋਹਿਤ ਕਰ ਲੈਂਦੀਆਂ
ਕਿ ਆਦਮੀ ਸਾਰੇ ਚੰਗਿਆੜੇ ਘੁੱਟਣ ਸਮੇਟਣ ਲੱਗਾ, ਹਾਥੀ ਲੂਹ ਬਹਿੰਦਾ ਤੇ ਸੱਚਮੁੱਚ ਅੱਜ ਉਹ ਹਾਰ ਕੇ ਆ ਗਿਆ ਸੀ। ਕਿਸ ਤਰ੍ਹਾਂ ਲਾਜੋ ਉਹਨੂੰ ਟੁੱਟ ਕੇ ਪਈ ਸੀ। ਡੈਣਾ ਵਾਂਗ ਰੱਖੇ ਨੌ, ਇੱਕ ਝਪੱਟੇ 'ਚ ਉਹਦੀ ਕਮੀਜ਼ ਚੀਰ ਮਾਰੀ ਸੀ ਉਹਨੇ। ਜੇ ਕੁਝ ਹੋਰ ਬੋਲ ਦਿੰਦਾ ਤਾਂ ਸ਼ਾਇਦ ਉਹਨੂੰ ਵੀ ਝਰੀਟ ਸੁੱਟਦੀ। ਅਗਲੇ ਹੀ ਪਲ ਹੇਮਰਾਜ ਨੇ ਆਪਣੇ ਆਪ ਥਾਂ ਥਾਂ ਤੇ ਝਰੀਟਿਆ ਹੋਇਆ ਮਹਿਸੂਸ ਕੀਤਾ। ਖੂਨ ਜਿਵੇਂ ਉਹਨੂੰ ਲੱਥ-ਪੱਥ ਕਰੀ ਜਾ ਰਿਹਾ ਸੀ। ਪਰ ਨਹੀਂ, ਇਹ ਤਾਂ ਹਵਾ ਨਾਲ ਉੱਡਦੀਆਂ ਲੀਰਾਂ ਸੀ ਤੇ ਉਹ ਪਸੀਨੇ ਨਾਲ ਨਹਾਇਆ ਹੋਇਆ ਸੀ। ਅਗਲੀ ਕਹਾਣੀ ਹੈ ਕਾਗਾ ਕਰੰਗ ਟੰਡੋਲਿਆ। ਸਿਆਲ ਦਾ ਮੌਸਮ, ਮਾਘ ਦਾ ਮਹੀਨਾ ਤੇ ਉੱਤੋਂ ਵਗਦੀ ਪੁਰੇ ਦੀ ਠੰਡੀ ਹਵਾ ਤਿੱਖੇ ਖੰਜਰ ਦੀ ਤਰ੍ਹਾਂ ਸੀਨੇ 'ਚ ਖੁੱਭਦੀ ਜਾ ਰਹੀ ਸੀ। ਅੱਜ ਸਵੇਰ ਤੋਂ ਹੀ ਆਕਾਸ਼ ਵਿੱਚ ਬੱਦਲਵਾਈ ਜੀ ਹੋਈ ਪਈ ਸੀ। ਦੁਪਹਿਰਾ ਹੋਣ ਤੇ ਆਇਆ ਸੀ, ਪਰ ਸੂਰਜ ਨੇ ਅਜੇ ਤੱਕ ਵੀ ਆਪਣਾ ਮੂੰਹ ਨਹੀਂ ਸੀ ਵਿਖਾਇਆ। ਉਲਟਾ 2-4 ਵਾਰੀ ਥੋੜੀ ਥੋੜੀ ਹਲਕੀ ਹਲਕੀ ਬਾਰਿਸ਼ ਹੋ ਗਈ ਸੀ ਤੇ ਹੁਣ ਬਰਫ਼ ਨਾਲੋਂ ਵੀ ਠੰਡੀ ਹਵਾ ਵਗ ਰਹੀ ਸੀ। ਕੰਬਲ ਦੀ ਬੁੱਕਲ ਮਾਰੀ ਪ੍ਰੀਤਮ ਬੈਲ ਗੱਡੀ ਤੇ ਬੈਠਾ ਠਰੂ ਠਰੂ ਕਰ ਰਿਹਾ ਸੀ। 1-2 ਵਾਰੀ ਤਾਂ ਉਹਦਾ ਦੰਦੋ ਡਿੱਕਾ ਵੀ ਵੱਜ ਉੱਠਿਆ। ਉਹਨੇ ਕੰਬਲ ਮੂੰਹ ਪਰ ਕਰ ਲਿਆ। ਰਾਤ ਦਾ ਮਰਿਆ ਬਲਦ ਉਹਨੇ ਤੇ ਉਹਦੇ ਭਾਣਜੇ ਬਲਵੰਤ ਨੇ ਸਵੇਰੇ ਲੱਦਿਆ ਸੀ, ਪਰ ਠੰਡ ਵੱਲ ਦੇਖ ਕੇ ਉਹਨਾਂ ਦਾ ਬਾਹਰ ਨਿਕਲਣ ਲਈ ਚਿੱਤ ਨਹੀਂ ਸੀ ਕੀਤਾ। ਸੋਚਦੇ ਸੀ ਸ਼ਾਇਦ ਧੁੱਪ ਨਿਕਲ ਹੀ ਆਵੇ। ਗੱਡੀ ਖਿੱਚਦਾ ਸੰਡਾ ਹੌਲੀ ਹੌਲੀ ਮੱਠੀ ਮੱਠੀ ਚਾਲੇ ਹੱਡਾਂ ਰੋੜੀ ਦੇ ਰਾਹ ਤੁਰਿਆ ਜਾ ਰਿਹਾ ਸੀ। ਰੋਜ਼ ਦੀ ਇਹੋ ਮੰਜ਼ਿਲ ਹੋਣ ਕਰਕੇ ਉਹ ਰਾਹ ਦਾ ਵਾਕਫ ਹੋ ਗਿਆ ਸੀ। ਕਿਤੇ ਕਿਤੇ ਪ੍ਰੀਤਮ ਉਹਦੇ ਪਿੰਡੇ ਤੇ ਹੱਥ 'ਚ ਫੜੀ ਬੈਂਤ ਦੀ ਸੋਟੀ ਮਾਰ ਦਿੰਦਾ ਤਾਂ ਉਹ ਤੇਜ਼ ਹੋ ਜਾਂਦਾ, ਪਰ ਥੋੜੀ ਦੇਰ ਬਾਅਦ ਉਹਦੀ ਚਾਲ ਫਿਰ ਮੱਠੀ ਹੋ ਜਾਂਦੀ। ਮਾਮਾ, ਲੱਗਦਾ ਕਿਤੇ ਗੜੇ ਪਏ ਆ, ਬਲਵੰਤ ਨੇ ਪ੍ਰੀਤਮ ਨੂੰ ਕਿਹਾ, ਜੋ ਗੱਡੀ ਤੇ ਪਿੱਛੇ ਬੈਠਾ ਸੀ। ਤਾਈਓ ਤਾਂ ਕੁਲਫੀ ਜੰਮਦੀ ਜਾਂਦੀ ਹੈ। ਮੈਂ ਸੋਚਿਆ ਸੀ ਦਿਨ ਲੱਗਾ ਤਾਂ ਸ਼ਹਿਰ ਹੀ ਜਾਊਂ, ਹੁਣ ਇੱਧਰ ਵੀ ਨਹੀਂ ਜਾ ਹੋਣਾ। ਟਾਈਮ ਹੋਇਆ ਤਾਂ ਮੈਂ ਜਾਊਂਗਾ, ਇਹਨੂੰ ਸਾਂਭਣ ਨੂੰ ਵੀ ਕਾਫੀ ਚਿਰ ਲੱਗ ਜਾਣਾ। ਠੰਡ ਨਾਲ ਤਾਂ ਹੱਥ ਵੀ ਬੁੱਕਲੋਂ ਬਾਹਰ ਨਹੀਂ ਨਿਕਲਦਾ, ਬਲਵੰਤ ਨੇ ਪਿੱਛੇ ਦੇਖਦਿਆਂ ਕਿਹਾ। ਚੱਲ ਦੇਖਾਂਗੇ, ਪਹਿਲਾਂ ਇੱਥੋਂ ਤਾਂ ਵਿਹਲੇ ਹੋ ਲਈਏ, ਪ੍ਰੀਤਮ ਨੇ ਕਿਹਾ। ਟਿਕਾਣੇ ਤੇ ਪਹੁੰਚ ਕੇ ਸੰਡਾ ਆਪ ਹੀ ਰੁਕ ਗਿਆ। ਹੱਥੋਂ ਹੱਥੀ ਉਹਨਾਂ ਨੇ ਮਰੇ ਬਲਦ ਦੀ ਲਾਸ਼ ਨੂੰ ਗੱਡੀ ਤੋਂ ਥੱਲੇ ਲਾ ਲਿਆ। ਬਲਵੰਤ ਕਾਹਲੀ ਨਾਲ ਸੰਦਾਂ ਵਾਲੇ ਥੈਲੇ 'ਚੋਂ ਹਥਿਆਰ ਕੱਢਣ ਲੱਗ ਪਿਆ। ਪੱਤਝੜ ਨਾਲ ਹੱਡਾਂ ਰੋੜੀ ਦੇ ਦਰਖਤਾਂ ਦੇ ਪੱਤੇ ਵੀ ਆਮ ਰੁੱਖਾਂ ਵਾਂਗ ਝੜ ਚੁੱਕੇ ਸੀ ਤੇ ਹੁਣ ਰੁੰਡ ਮਰੁੰਡ ਖੜੇ ਦਰਖਤ ਜਿੰਨ ਜਿਹੇ ਲੱਗਦੇ। ਉਹਨਾਂ ਦੇ ਦੁਸਾਂਗੜਾਂ 'ਚ ਫਸਾਏ ਪਸ਼ੂਆਂ ਦੇ ਪਿੰਜਰਾਂ ਵੱਲ ਤਿਰਛੀ ਨਜ਼ਰ ਨਾਲ ਪ੍ਰੀਤਮ ਨੇ ਤੱਕਿਆ, ਸ਼ਾਇਦ ਇਹ ਦੇਖਣ ਲਈ ਕਿ ਕਿਸੇ ਨੇ ਉੱਥੋਂ ਕੁਝ ਚੁੱਕਿਆ ਥੱਲਿਆ ਤਾਂ ਨਹੀਂ। ਆਲੇ ਦੁਆਲੇ ਸੁੰਨ ਜੀ ਛਾਈ ਹੋਈ ਸੀ, ਮੌਤ ਵਰਗੀ ਚੁੱਪ। ਇੰਨੀ ਠੰਡ ਹੋਣ ਕਾਰਨ ਉੱਤੋਂ ਕੁੱਤੇ ਵੀ ਉਰੇ ਪਰੇ ਹੋ ਗਏ ਲੱਗਦੇ ਸੀ। ਪ੍ਰੀਤਮ ਕੰਬਲ ਦੀ ਬੁੱਕਲ ਚੰਗੀ ਤਰ੍ਹਾਂ ਸਵਾਰ ਕੇ ਘੁੱਟ ਕੇ ਕਿੱਕਰ ਦੇ ਮੁੱਢ ਨਾਲ ਢੋ ਲਾ ਕੇ ਬਹਿ ਗਿਆ। ਬਲਵੰਤ ਆਪਣਾ ਕੰਮ ਕਰਨ ਲਈ ਗਾਂਹ ਹੋ ਤੁਰਿਆ। ਅਜੇ ਉਹਨੇ ਆਪਣਾ ਕੰਮ ਸ਼ੁਰੂ ਵੀ ਨਹੀਂ ਸੀ ਕੀਤਾ ਕਿ ਤੇਜ਼ੀ ਨਾਲ ਇੱਕ ਸਾਇਆ ਜਿਹਾ ਉਹਦੇ ਸਿਰ ਉੱਪਰ ਦੀ ਗੁਜ਼ਰ ਗਿਆ। ਉਹਨੂੰ ਲੱਗਿਆ ਜਿਵੇਂ ਕੋਈ ਤੇਜ਼ ਝੱਖੜ ਉਸ ਉੱਪਰ ਆ ਝੁੱਲਿਆ ਹੋਵੇ। ਉਹਨੇ ਆਸ-ਪਾਸ ਦੇਖਿਆ, ਕੁਝ ਨਜ਼ਰ ਨਾ ਆਇਆ। ਇਹ ਸ਼ੋਰ ਕਾਹਦਾ ਮਾਮਾ? ਲਾਸ਼ ਨੂੰ ਚੀਰਨ ਤੋਂ ਪਹਿਲਾਂ ਉਹਨੇ ਪ੍ਰੀਤਮ ਨੂੰ ਪੁੱਛਿਆ। ਲੱਗਦਾ ਜਾਨਵਰ ਆ ਗਿਆ, ਜਰਾ ਜਲਦੀ ਕਰ, ਪ੍ਰੀਤਮ ਨੇ ਅਰਸ਼ੋਂ ਉਤਰਦੇ ਗਿਰਜਾਂ ਨੂੰ ਦੇਖ ਕੇ ਕਿਹਾ। ਉਹਨਾਂ ਦੇ ਉਤਰਨ ਦੀ ਆਵਾਜ਼ ਤਾਂ ਵੈਸੇ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕੋਈ ਚੀਜ਼ ਆਦਮੀ ਦੇ ਉੱਪਰ ਹੀ ਆ ਡਿੱਗਣੀ ਹੋਵੇ, ਪਰ ਅੱਜ ਇਹ ਆਵਾਜ਼ ਤੇਜ਼ ਹਵਾ 'ਚ ਰਲ ਕੇ ਡਰਾਉਣੀ ਤੇ ਭਿਆਨਕ ਲੱਗਦੀ ਸੀ। ਬਲਵੰਤ ਕਾਹਲੀ ਕਾਹਲੀ ਹੱਥ ਮਾਰਨ ਲੱਗ ਪਿਆ, ਕਿਉਂਕਿ ਗਿਰਜਾਂ ਦੀ ਹਾਜ਼ਰੀ 'ਚ ਲਾਸ਼ ਨੂੰ ਛਿੱਲਣਾ ਔਖਾ ਹੋ ਜਾਂਦਾ ਸੀ। ਵਰਜਨ ਤੇ ਵੀ ਉਹ ਪਰੇ ਨਹੀਂ ਹੁੰਦੀਆਂ। ਕੁੱਤੇ ਤਾਂ ਅਜੇ ਡਰ ਹੀ ਜਾਂਦੇ ਆ, ਪਰ ਗਿਰਜਾਂ ਤਾਂ ਲਾਸ਼ 'ਚੋਂ ਮਾਸ ਦਾ ਬੁਰਕ ਮਾਰੇ ਬਿਨਾਂ ਹਟਦੀਆਂ ਹੀ ਨਹੀਂ। ਚੀਂ ਚੀਂ ਕਰਦੀਆਂ ਸਿਰ ਤੇ ਆ ਚੜ੍ਹਦੀਆਂ। ਜਦੋਂ ਆਏ ਸੀ ਤਾਂ ਆਕਾਸ਼ 'ਚ ਉੱਡਦੀ ਕੋਈ ਗਿਰਜ ਉਹਨਾਂ ਨੇ ਨਹੀਂ ਸੀ ਦੇਖੀ। ਪਲਾਂ 'ਚ ਹੀ ਪਤਾ ਨਹੀਂ ਕਿੱਥੋਂ ਇਹ ਫੌਜ ਇਕੱਠੀ ਹੋ ਗਈ ਸੀ। ਗਿਰਜ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਕਈ ਮੀਲਾਂ ਦੀ ਉਚਾਈ ਤੋਂ ਇਹ ਆਪਣੇ ਸ਼ਿਕਾਰ ਦੀ ਸੂਹ ਲੈ ਲੈਂਦੀ ਹੈ। ਨਜ਼ਰ ਕਬੂਤਰ ਦੀ ਵੀ ਇਹਦੇ ਵਾਂਗ ਹੀ ਤੇਜ਼ ਹੈ। ਕਹਿੰਦੇ ਹਨ ਕਿ ਇੱਕ ਵਾਰੀ ਕਬੂਤਰ ਤੇ ਗਿਰਜ ਆਕਾਸ਼ 'ਚ ਬਹੁਤ ਉਚਾਈ ਤੇ ਉੱਡ ਰਹੇ ਸੀ। ਗਿਰਜ ਨੇ ਦੇਖਿਆ ਜ਼ਮੀਨ ਤੇ ਕੋਈ ਪਸ਼ੂ ਮਰਿਆ ਪਿਆ ਹੈ ਤੇ ਕਬੂਤਰ ਨੇ ਉਸ ਪਸ਼ੂ ਦੀ ਲਾਸ਼ ਦੇ ਨੇੜੇ ਹੀ ਅਨਾਜ ਦਾ ਦਾਣਾ ਦੇਖਿਆ। ਬਸ ਫੇਰ ਕੀ ਸੀ, ਕਬੂਤਰ ਅਨਾਜ ਦੇ ਦਾਣੇ ਲਈ ਥੱਲੇ ਉਤਰ ਆਇਆ ਤੇ ਗਿਰਜ ਮਾਸ ਦੇ ਲਈ। ਪ੍ਰੀਤਮ ਗਿਰਜਾਂ 'ਚ ਘਿਰੇ ਬਲਵੰਤ ਨੂੰ ਦੇਖ ਰਿਹਾ ਸੀ, ਜਿਹੜਾ ਰਹਿ ਰਹਿ ਕੇ ਗਿਰਜਾਂ ਨੂੰ ਪਰੇ ਕਰ ਰਿਹਾ ਸੀ। ਹਥਿਆਰ ਭਾਵੇਂ ਕਾਫੀ ਤੇਜ਼ ਹੁੰਦੇ ਹਨ, ਪਰ ਗਿਰਜਾਂ ਨੂੰ ਮਾਰਨਾ ਸੌਖਾ ਕੰਮ ਨਹੀਂ।
ਉਹ ਆਪਣੀ ਲੰਮੀ ਧੌਣ ਖਤਰੇ ਵੇਲੇ ਆਪਣੇ ਖੰਭਾਂ 'ਚ ਲੁਕੋ ਲੈਂਦੇ ਹਨ ਤੇ ਖੰਭਾਂ 'ਚ ਵੈਸੇ ਹੀ ਕੋਈ ਅਸਰ ਨਹੀਂ ਹੁੰਦਾ, ਘੀ ਕਰਦੇ ਪਰਾਂ ਜਾ ਬਹਿੰਦੇ ਆ। ਗਿਰਜਾਂ ਕਿੰਨੀਆਂ ਖਤਰਨਾਕ ਹੁੰਦੀਆਂ ਹਨ, ਪ੍ਰੀਤਮ ਸੋਚ ਰਿਹਾ ਸੀ। ਉਹਨਾਂ ਦੀ ਮੁੜਵੀਂ ਚੁੰਝ ਬਲੇਡ ਨਾਲੋਂ ਵੀ ਤਿੱਖੀ ਹੁੰਦੀ ਹੈ। ਤਾਈਓ ਤਾਂ ਕਰੰਗ ਦੀਆਂ ਹੱਡੀਆਂ ਨਾਲੋਂ ਨਾਈ ਦੇ ਉਸਤਰੇ ਵਾਂਗ ਮਾਸ ਨੋਚ ਲੈਂਦੀਆਂ। ਕੀ ਮਜਾਲ, ਮਾਸ ਦਾ ਰੇਸ਼ਾ ਵੀ ਨਾਲ ਲੱਗਾ ਰਹਿ ਜਾਏ। ਇੱਕ ਵਾਰੀ ਪ੍ਰੀਤਮ ਦੀ ਉਂਗਲ ਗਿਰਜ ਦੇ ਮੂੰਹ 'ਚ ਪੈ ਗਈ ਸੀ। ਉਹ ਤਾਂ ਕਾਹਲੀ ਨਾਲ ਉਹਨੇ ਬਾਹਰ ਖਿੱਚ ਲਈ, ਨਹੀਂ ਤਾਂ ਉਂਗਲ ਦਾ ਫੁੱਲ ਕੱਟਿਆ ਹੀ ਮਿਲਦਾ। ਖੈਰ, ਝਰੀਟ ਜਿਹੀ ਤਾਂ ਫਿਰ ਵੀ ਆ ਗਈ ਸੀ। ਬਲਵੰਤ ਆਪਣੇ ਕੰਮ ਤੋਂ ਵਿਹਲਾ ਹੋ ਕੇ ਇੱਕ ਪੈਰ ਹੀ ਪਰੇ ਨੂੰ ਹੋਇਆ ਸੀ ਕਿ ਗਿਰਜਾਂ ਲਾਸ਼ ਉੱਪਰ ਟੁੱਟ ਕੇ ਪੈ ਗਈਆਂ। ਪ੍ਰੀਤਮ ਜਿਵੇਂ ਤੜਫ ਉੱਠਿਆ। ਉਹਨੇ ਆਪਣੇ ਅੱਖਾਂ ਤੇ ਹੱਥ ਰੱਖ ਲਏ। ਹਰ ਵਾਰੀ ਜਦੋਂ ਵੀ ਇਸ ਤਰ੍ਹਾਂ ਹੁੰਦਾ ਉਹ ਤੜਫ ਉੱਠਦਾ। ਉਹਨੂੰ ਕੋਈ ਗੱਲ ਯਾਦ ਆ ਜਾਂਦੀ। ਉਹਦੀਆਂ ਅੱਖਾਂ 'ਚ ਪਾਣੀ ਤੈਰ ਆਉਂਦਾ, ਪਰ ਉਹ ਇਸ ਪਾਣੀ ਨੂੰ ਬਾਹਰ ਨਾ ਆਉਣ ਦਿੰਦਾ। ਅੰਦਰੇ ਅੰਦਰ ਪੀ ਜਾਂਦਾ। ਡਰਦਾ ਰਹਿੰਦਾ ਕਿਤੇ ਬਲਵੰਤ ਨਾ ਦੇਖ ਲਏ। ਅੱਜ ਵੀ ਇਸੇ ਤਰ੍ਹਾਂ ਹੋਇਆ। ਉਦੋਂ ਸ਼ਹਿਰ ਦੇ ਵੱਡੇ ਸਰਦਾਰਾਂ ਨਾਲ ਲੱਗਾ ਹੋਇਆ ਸੀ। 25-26 ਸਾਲ ਦਾ ਜਵਾਨ, ਭਰਵਾਂ ਸਰੀਰ, ਲੋਹੜੇ ਦਾ ਸੁਹੱਪਣ ਤੇ ਤਾਕਤ। ਬਹੁਤੇ ਅਣਜਾਣ ਬੰਦੇ ਤਾਂ ਕਈ ਵਾਰੀ ਉਹਨੂੰ ਵੀ ਸਰਦਾਰ ਹੀ ਸਮਝ ਲੈਂਦੇ। ਜੋ ਕੁਝ ਸਰਦਾਰ ਉਹਨੂੰ ਕਰਨ ਲਈ ਕਹਿੰਦੇ ਉਹ ਕਰਦਾ। ਉਦੋਂ ਉਹਨੂੰ ਇਹ ਹੋਸ਼ ਹੀ ਨਹੀਂ ਸੀ ਕਿ ਉਹ ਸੋਚੇ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਉਹਨੂੰ ਆਪਣੀ ਤਾਕਤ ਤੇ ਮਾਣ ਸੀ ਤੇ ਦੂਸਰਾ ਉਹਨੂੰ ਆਪਣੇ ਕੰਮ ਦੀ ਪੂਰੀ ਕੀਮਤ ਮਿਲਦੀ ਸੀ, ਜਿਸ ਨਾਲ ਉਹ ਐਸ਼ ਕਰਦਾ ਸੀ। ਸਰਦਾਰਾਂ ਦੀ ਹਰ ਹਰਕਤ ਦਾ ਉਹ ਵਾਕਫ ਸੀ। ਪੈਸਾ ਸਭ ਕੁਝ ਖਰੀਦ ਸਕਦਾ ਹੈ ਤੇ ਪੈਸੇ ਦੀ ਪਰਤ ਹੀ ਹਰ ਅਮੀਰ ਆਦਮੀ ਦੀ ਚੰਗੀ ਮਾੜੀ ਹਰਕਤ ਆਪਣੀ ਓਟ 'ਚ ਛੁਪਾਈ ਰੱਖਦੀ ਹੈ। ਔਰਤ ਦੀ ਬੁੱਕਲ ਵਾਲਾ ਹਿਸਾਬ, ਕੀ ਪਤਾ ਉਸ 'ਚ ਕੀ ਛੁਪਿਆ ਹੋਵੇ। ਜ਼ਹਿਰ ਮਿਲੀ ਖੀਰ ਵੀ ਹੋ ਸਕਦੀ ਹੈ ਤੇ ਘਿਓ 'ਚ ਕੁੱਟੀ ਚੂਰੀ ਵੀ। ਸਰਦਾਰਾਂ ਦੇ ਕਿਸੇ ਵੀ ਬੁਰੇ ਕੰਮ ਦੀ ਭਿਣਕ ਨਾ ਪੈਂਦੀ। ਪ੍ਰੀਤਮ ਜਾਣਦਾ ਸੀ ਕਿ ਵੱਡਾ ਸਰਦਾਰ ਵੀ ਹਰ ਰੋਜ਼ ਆਪਣੀ ਧੀ ਦੇ ਹਾਣ ਦੀ ਕੁੜੀ ਨਾਲ ਸੌਣ ਤੋਂ ਗੁਰੇਜ਼ ਨਹੀਂ ਕਰਦਾ, ਤੇ ਇਹ ਸਭ ਪ੍ਰੀਤਮ ਨੂੰ ਹੀ ਮੁਹੱਈਆ ਕਰਾਉਣਾ ਪੈਂਦਾ ਸੀ। ਪ੍ਰੀਤਮ ਕਿੰਨਾ ਜ਼ਾਲਮ ਤੇ ਨਿਰਦਈ ਸੀ ਉਹਨੇ ਤੇ ਨਹੀਂ। ਗਰੀਬ ਦੀ ਇੱਜ਼ਤ ਨੂੰ ਉਹ ਇੱਜ਼ਤ ਨਾ ਸਮਝਦਾ। ਸਾਥੀ ਬੰਦਿਆਂ ਨਾਲ ਉਹ ਗਰੀਬਾਂ ਦੀਆਂ ਝੁੱਗੀਆਂ 'ਚ ਜਾ ਵੜਦਾ। ਮੱਲੋ ਜ਼ੋਰੀ ਉਹਨਾਂ ਦੀਆਂ ਜਵਾਨ ਧੀਆਂ ਨੂੰ ਚੁੱਕ ਕੇ ਲੈ ਆਉਂਦਾ। ਗੱਡੀਆਂ ਕਾਰਾਂ ਦੀ ਤੇਜ਼ ਰਫ਼ਤਾਰ ਉਹਨਾਂ ਨੂੰ ਝੱਟ ਕਿਤੇ ਦਾ ਕਿਤੇ ਪਹੁੰਚਾ ਦਿੰਦੇ। ਉਦੋਂ ਭੁੱਲ ਜਾਂਦਾ ਸੀ ਕਿ ਉਹਦੇ ਆਪਣੇ ਘਰ ਉਹਦੀ ਵਿਧਵਾ ਜਵਾਨ ਭੈਣ ਬੈਠੀ ਹੈ। ਰਣਜੀਤ ਉਹਦੀ ਇੱਕੋ ਇੱਕ ਭੈਣ ਸੀ। ਉਹ ਪ੍ਰੀਤਮ ਤੋਂ 5 ਕੁ ਸਾਲ ਛੋਟੀ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਉਹਦੇ ਗੁੱਟ ਤੇ ਰੱਖੜੀ ਬੰਨ੍ਹਦੀ ਆਈ ਸੀ। ਗਰੀਬ ਘਰ 'ਚ ਜੰਮੀ ਜ਼ਰੂਰ ਸੀ, ਪਰ ਰੱਬ ਨੇ ਹੁਸਨ ਦੇਣ 'ਚ ਕੋਈ ਢਿੱਲ ਨਾ ਵਰਤੀ ਸੀ। ਉੱਚੀ ਲੰਮੀ ਗੋਰੀ ਚਿੱਟੀ ਗੁੰਦਵੇਂ ਸਰੀਰ ਦੀ ਮਾਲਕ ਸੀ ਉਹ। ਮਾਂ ਪਿਓ ਦੀ ਲਾਡਲੀ ਧੀ ਸੀ। 4 ਕੁ ਸਾਲ ਪਹਿਲਾਂ ਹੀ ਉਹਦੀ ਸ਼ਾਦੀ ਹੋਈ ਸੀ। ਪਤੀ ਉਹਨੂੰ ਉਹਦੀ ਕਦਰ ਕਰਨ ਵਾਲਾ ਮਿਲ ਗਿਆ ਸੀ। ਪਿਆਰ ਵੀ ਬਹੁਤ ਕਰਦਾ ਸੀ। ਪਿਆਰ ਦੀਆਂ ਪਿੰਗਾਂ ਝੂਟਦੇ ਨੂੰ ਉਹਨੂੰ ਚੇਤਾ ਵੀ ਨਹੀਂ ਸੀ ਕਿ ਛੇਤੀ ਉਹਦਾ ਸਭ ਕੁਝ ਉਹਦੇ ਕੋਲੋਂ ਖੁੱਸ ਜਾਣ ਵਾਲਾ ਹੈ। ਵਿਆਹ ਤੋਂ ਸਾਲ ਕੁ ਬਾਅਦ ਹੀ ਇੱਕ ਐਕਸੀਡੈਂਟ 'ਚ ਉਹਦੇ ਮਾਂ-ਬਾਪ ਰੱਬ ਨੂੰ ਪਿਆਰੇ ਹੋ ਗਏ। ਰੋ ਪਿੱਟ ਕੇ ਇਹ ਸਦਮਾ ਸਹਾਰਿਆ। ਜ਼ਖਮ ਅਜੇ ਅੱਲੇ ਹੀ ਸਨ ਕਿ 6 ਮਹੀਨੇ ਬਾਅਦ ਉਹਦੇ ਘਰ ਵਾਲਾ ਉਹਨੂੰ ਛੱਡ ਕੇ ਅਣਜਾਣੇ ਰਾਹਾਂ ਦਾ ਰਾਹੀ ਬਣ ਗਿਆ। ਸ਼ਹਿਰ ਦੀ ਨਗਰ ਪਾਲਿਕਾ 'ਚ ਸਫਾਈ ਸੇਵਕ ਦੀ ਨੌਕਰੀ ਕਰਦਾ ਸੀ। ਚੰਗੀ ਭਲੀ ਗੁਜ਼ਰ ਬਸਰ ਹੋ ਰਹੀ ਸੀ। ਇੱਕ ਦਿਨ ਗਟਰ ਸਾਫ਼ ਕਰਨ ਗਿਆ। ਦੋ ਤਿੰਨ ਜਣੇ ਹੋਰ ਸੀ, ਬਾਕੀ ਤਾਂ ਬਾਹਰ ਨਿਕਲ ਆਏ, ਪਰ ਉਹ ਨਾ ਮੁੜਿਆ। ਜ਼ਹਿਰੀਲੀ ਗੈਸ 'ਚ ਉਹਦਾ ਦਮ ਘੁੱਟਿਆ ਗਿਆ ਸੀ, ਜਾਂ ਰੱਬ ਜਾਣੇ ਕੀ ਭਾਣਾ ਵਰਤਿਆ। ਉਹਦੀ ਲਾਸ਼ ਹੀ ਬਾਹਰ ਨਿਕਲੀ। ਹੱਸਦਾ ਵਸਦਾ ਘਰ ਵੀਰਾਨ ਹੋ ਗਿਆ। ਉਹਦੀ ਜ਼ਿੰਦਗੀ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਸੀ। ਰਣਜੀਤ ਫਿਰ ਪੇਕੇ ਘਰ ਆ ਬੈਠੀ। ਬਲਵੰਤ ਉਦੋਂ ਅਜੇ ਉਹਦੇ ਜਿਸਮ ਦਾ ਇੱਕ ਹਿੱਸਾ ਹੀ ਸੀ। ਸਾਰੀ ਜ਼ਿੰਦਗੀ ਇਸ ਢਿੱਡ ਦੀ ਆਂਦਰ ਦੇ ਸਹਾਰੇ ਕੱਟਣ ਲਈ ਰਣਜੀਤ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ। ਪ੍ਰੀਤਮ ਚਾਹੇ ਘਰ ਨਹੀਂ ਸੀ ਰਹਿੰਦਾ, ਪਰ ਉਹਨੇ ਕਦੇ ਵੀ ਰਣਜੀਤ ਨੂੰ ਕਿਸੇ ਕਿਸਮ ਦੀ ਤੰਗੀ ਮਹਿਸੂਸ ਨਾ ਹੋਣ ਦਿੱਤੀ। ਜਵਾਨ ਧੀ ਭੈਣ ਘਰ ਬੈਠੀ ਹੋਵੇ ਤਾਂ ਮਾਪਿਆਂ ਨੂੰ ਚੈਨ ਦੀ ਨੀਂਦ ਕਦੇ ਨਹੀਂ ਆਉਂਦੀ। ਰਣਜੀਤ ਲਈ ਤਾਂ ਹੁਣ ਪ੍ਰੀਤਮ ਹੀ ਮਾਂ ਪਿਓ ਦੋਵੇਂ ਸੀ। ਪਰ ਉਹ ਪਿਓ ਦਾ ਪੁੱਤ ਸੁੱਤਾ ਰਿਹਾ, ਮਸਤ ਰਿਹਾ। ਜਿਨ੍ਹਾਂ ਗਿਰਜਾਂ 'ਚੋਂ ਆਪ ਹਰ ਰਾਤ ਨੂੰ ਅੱਧ ਖਿਲੀਆਂ ਕਲੀਆਂ ਸੁੱਟ ਆਉਂਦਾ ਸੀ, ਸਵੇਰ ਹੋਣ ਤੇ ਉਹਨਾਂ ਕਲੀਆਂ ਦੀ ਹਾਲਤ ਸੁੱਕੇ ਭੁਰੇ ਹੋਏ ਫੁੱਲਾਂ ਦੀ ਤਰ੍ਹਾਂ ਹੋਈ ਹੁੰਦੀ। ਉਹਨਾਂ ਦੀ ਪੱਤੀ ਪੋਰ ਟੁੱਟਾ ਹੁੰਦਾ। ਜਦੋਂ ਸਰਦਾਰਾਂ ਦੀ ਦਹਿਲੀਜ਼ ਤੋਂ ਬਾਹਰ ਕਦਮ ਰੱਖਦੀਆਂ, ਕਾਗਜ਼ ਦੇ ਚੰਦ ਟੁਕੜਿਆਂ ਨਾਲ ਉਹਨਾਂ ਦੀ ਇੱਜ਼ਤ ਦਾ ਮੁੱਲ ਤਾਰਿਆ ਜਾਂਦਾ ਤੇ ਉਹ ਮੁਰਝਾਏ ਫੁੱਲ ਸੀ ਨਾ ਕਰ ਸਕਦੇ। ਉਦੋਂ ਪ੍ਰੀਤਮ ਵਰਾਂਡੇ 'ਚ ਬੈਠਾ ਗਾਂਜੇ ਦੀ ਚਿਲਮ ਪੀਂਦਾ ਹੀ ਕਰਦਾ ਦੰਦ ਕੱਢਦਾ ਹੁੰਦਾ। ਇਸ ਗੱਲ ਤੋਂ ਅਣਜਾਣ ਕਿ ਇਹਨਾਂ ਗਿਰਜਾਂ ਦੇ ਤਿੱਖੇ ਪੰਜੇ
ਇੱਕ ਦਿਨ ਉਹਦੇ ਘਰ ਵੱਲ ਵੀ ਵੱਧ ਸਕਦੇ ਆ। ਤੇ ਇੱਕ ਦਿਨ ਉਹੀ ਹੋਇਆ। ਸਰਦਾਰ ਬਲਬੀਰ ਸਿੰਘ ਕਈ ਦਿਨਾਂ ਬਾਅਦ ਕਿਸੇ ਲੰਬੇ ਟੂਰ ਤੋਂ ਘਰ ਵਾਪਸ ਆਇਆ ਸੀ। ਪ੍ਰੀਤਮ ਨੇ ਬਹੁਤ ਨੱਠ ਭੱਜ ਕੀਤੀ, ਪਰ ਉਸ ਦਿਨ ਕੋਈ ਵੀ ਮਾਸੂਮ ਜਿੰਦ ਉਹਦੇ ਹੱਥ ਨਾ ਲੱਗੀ। ਸ਼ਰਮਿੰਦਾ ਜਿਹਾ ਉਹ ਬਲਬੀਰ ਸਿੰਘ ਦੇ ਸਾਹਮਣੇ ਖੜਾ ਸੀ। ਕੀ ਗੱਲ ਪ੍ਰੀਤਮ, ਅਜੇ ਤੱਕ ਕੋਈ ਹੁਸਨ ਦੀ ਮਲਕਾ ਮੇਰੀ ਸਾਥਣ ਨਹੀਂ ਬਣੀ? ਪ੍ਰੀਤਮ ਚਿੱਥਾ ਪੈ ਗਿਆ। ਉਹਦੀ ਜ਼ਬਾਨ ਤਾਲੂ ਨਾਲ ਜਾ ਲੱਗੀ। ਬੜੀ ਮੁਸ਼ਕਲ ਨਾਲ ਉਹਦੇ ਮੂੰਹ ਨਿਕਲਿਆ, ਸਰਦਾਰ ਅੱਜ ਕੋਈ ਮਿਲੀ ਨਹੀਂ। ਕੀ ਕਿਹਾ? ਕੋਈ ਮਿਲੀ ਨਹੀਂ? ਕਿਉਂ ਨਹੀਂ ਮਿਲੀ? ਤੈਨੂੰ ਪਤਾ ਨਹੀਂ ਕਿ ਸਰਦਾਰ ਇਹ ਕਦੇ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਉਹਨਾਂ ਦੇ ਸਾਹਮਣੇ ਨਾ ਦਾ ਹੁੰਗਾਰਾ ਭਰੇ। ਪਰ ਸਰਦਾਰ, ਮਜਬੂਰੀ ਵੀ ਕੋਈ ਚੀਜ਼ ਹੈ, ਜ਼ਰੂਰੀ ਨਹੀਂ ਕਿ ਹਰ ਰੋਜ਼। ਉਹਨੇ ਕੁਝ ਕਹਿਣਾ ਚਾਹਿਆ। ਬਕਵਾਸ ਬੰਦ ਕਰ ਓਏ, ਤੈਨੂੰ ਤੇਰੇ ਇਸ ਕੰਮ ਦੀ ਪੂਰੀ ਕੀਮਤ ਦਿੱਤੀ ਜਾਂਦੀ ਹੈ। ਫਿਰ ਤੂੰ ਕਿਵੇਂ ਕਹਿਤਾ? ਪੈਸੇ ਨਾਲ ਤਾਂ ਹਰ ਚੀਜ਼ ਖਰੀਦੀ ਜਾ ਸਕਦੀ ਹੈ, ਫਿਰ ਕਾਹਦੀ ਮਜਬੂਰੀ? ਨਾਲੇ ਤੇਰੇ ਤਾਂ ਘਰ 'ਚ ਹੀ ਅੱਜ ਦੀ ਰਾਤ ਤੇਰੀ ਵਿਧਵਾ ਭੈਣ ਕੀ ਇਹ ਕੰਮ ਨਹੀਂ ਕਰ ਸਕਦੀ? ਅੱਜ ਦੀ ਰਾਤ, ਬਸ ਅੱਜ ਦੀ ਰਾਤ ਤੈਨੂੰ ਤੇਰੀ ਪੂਰੀ ਕੀਮਤ ਮਿਲੇਗੀ, ਸਗੋਂ ਵੱਧ ਹੀ, ਮੁਫਤ ਨਹੀਂ। ਵੈਸੇ ਵੀ ਮਰਦ ਤੋਂ ਸਖਣੀ ਪਤਾ ਨਹੀਂ ਕਿਵੇਂ। ਬਲਬੀਰ ਸਿੰਘ ਪਹਿਲਾਂ ਤਾਂ ਉਹਨੂੰ ਵੱਢ ਖਾਣੇ ਕੁੱਤੇ ਦੀ ਤਰ੍ਹਾਂ ਟੁੱਟ ਕੇ ਪਿਆ, ਫਿਰ ਸਲਾਹ ਜਿਹੀ ਨਾਲ ਕਹਿਣ ਲੱਗਾ, ਜਿਵੇਂ ਉਸ ਉੱਪਰ ਕੋਈ ਅਹਿਸਾਨ ਕਰ ਰਿਹਾ ਹੋਵੇ। ਸਰਦਾਰ, ਗੁੱਸੇ ਨਾਲ ਪ੍ਰੀਤਮ ਦੀ ਚੀਖ ਨਿਕਲ ਗਈ, ਮੈਂ ਤੈਨੂੰ ਜਿੰਦਾ ਨਹੀਂ ਛੱਡਾਂਗਾ। ਉਹਨੇ ਬਲਬੀਰ ਸਿੰਘ ਨੂੰ ਕਾਲਰ ਤੋਂ ਫੜ ਲਿਆ ਤੇ ਗੁੱਸੇ ਨਾਲ ਉਹਦੀਆਂ ਅੱਖਾਂ 'ਚੋਂ ਅੱਗ ਨਿਕਲ ਰਹੀ ਸੀ ਤੇ ਸਰੀਰ ਕੰਬ ਰਿਹਾ ਸੀ। ਕੁੱਤਿਆ, ਤੇਰੀ ਇਹ ਮਜਾਲ, ਸਾਡੀ ਬਿੱਲੀ ਸਾਨੂੰ ਮਿਆਉ। ਲੁੱਚਿਆ, ਰੋਜ਼ ਸਾਡਾ ਗੂੰ ਖਾਨਾ ਹੈ, ਮੂਤ ਪੀਨਾ ਕਮੀਨਿਆ। ਅੱਜ ਗਲ ਨੂੰ ਹੱਥ ਪਾਇਆ, ਕੱਲ ਸਿਰ ਨੂੰ ਪਾਏਗਾ। ਤੇਰੀ ਤਾਂ ਮੈਂ। ਬਲਬੀਰ ਸਿੰਘ ਨੇ ਉਹਨੂੰ ਪਰੇ ਵਗਾ ਮਾਰਿਆ ਤੇ ਅੰਦਰ ਦੌੜ ਗਿਆ। ਸਰਦਾਰ ਦੀਆਂ ਕਈਆਂ ਗੱਲਾਂ ਪ੍ਰੀਤਮ ਦੇ ਕੰਨਾਂ 'ਚ ਪਿਘਲੇ ਸ਼ੀਸ਼ੇ ਦੀ ਤਰ੍ਹਾਂ ਪਈਆਂ। ਅੱਜ ਦੀ ਰਾਤ, ਬਸ ਅੱਜ ਦੀ ਰਾਤ, ਤੇਰੀ ਵਿਧਵਾ ਭੈਣ, ਪੂਰੀ ਕੀਮਤ। ਬਲਬੀਰ ਸਿੰਘ ਅੰਦਰੋਂ ਰਾਈਫਲ ਲੈ ਕੇ ਬਾਹਰ ਨਿਕਲਿਆ, ਪਰ ਪ੍ਰੀਤਮ ਤਾਂ ਪਾਗਲ ਹੋ ਗਿਆ ਸੀ। ਉਹਨੇ ਬਲਬੀਰ ਸਿੰਘ ਨੂੰ ਬੱਬਰ ਸ਼ੇਰ ਦੀ ਤਰ੍ਹਾਂ ਢਾਹ ਲਿਆ, ਰਾਈਫਲ ਖੋਹ ਕੇ ਬੱਟ ਮਾਰ ਕੇ ਉਹਨੂੰ ਲਹੂ ਲੁਹਾਨ ਕਰ ਦਿੱਤਾ। ਰੌਲਾ ਸੁਣ ਕੇ ਦੂਸਰੇ ਨੌਕਰ ਦੌੜੇ ਆਏ। ਬੜੀ ਮੁਸ਼ਕਿਲ ਨਾਲ ਉਹਨਾਂ ਨੇ ਬਲਬੀਰ ਸਿੰਘ ਨੂੰ ਪ੍ਰੀਤਮ ਕੋਲੋਂ ਛੁਡਾਇਆ। ਉਹ ਲੈ ਜਾਓ ਇਹਨੂੰ, ਕਰ ਦਿਓ ਮੇਰੀਆਂ ਨਜ਼ਰਾਂ ਤੋਂ ਪਰੇ ਹਰਾਮਜ਼ਾਦੇ ਨੂੰ, ਤੇ ਬੰਦ ਕਰ ਦਿਓ। ਆਵਾਜ਼ ਜਿਵੇਂ ਸਰਦਾਰ ਦੇ ਸੰਗ 'ਚ ਫਸ ਗਈ। ਅਗਲੇ ਦਿਨ ਜਦੋਂ ਪ੍ਰੀਤਮ ਘਰ ਗਿਆ ਤਾਂ ਉਹਦੀ ਭੈਣ ਦੀ ਲਾਸ਼ ਛੱਤ ਦੇ ਪੱਖੇ ਨਾਲ ਲਟਕ ਰਹੀ ਸੀ। ਬਲਵੰਤ, ਜੋ ਉਦੋਂ ਮਸੀਂ 2-3 ਸਾਲ ਦਾ ਹੀ ਸੀ, ਇੱਕ ਪਾਸੇ ਬੇਖਬਰ ਸੌਂ ਰਿਹਾ ਸੀ। ਬੇਫਿਕਰ ਪ੍ਰੀਤਮ ਦੀ ਧਾਹ ਨਿਕਲ ਗਈ, ਭਾਣਾ ਵਰਤ ਚੁੱਕਾ ਸੀ। ਬਲਬੀਰ ਸਿੰਘ ਦਾ ਚਿਹਰਾ ਉਹਦੀਆਂ ਅੱਖਾਂ ਸਾਹਮਣੇ ਘੁੰਮ ਗਿਆ। ਅੱਜ ਦੀ ਰਾਤ, ਸਿਰਫ ਅੱਜ ਦੀ ਰਾਤ, ਉਹਦਾ ਨਤੀਜਾ ਸਾਹਮਣੇ ਸੀ। ਉਹਦੀ ਭੈਣ ਰਣਜੀਤ ਨੇ ਆਤਮ ਹੱਤਿਆ ਕਰ ਲਈ ਸੀ। ਕਸੂਰ ਕਿਸ ਦਾ? ਉਸਦਾ, ਖੁਦ ਪ੍ਰੀਤਮ ਦਾ। ਕਰੇ ਕੋਈ, ਭਰੇ ਕੋਈ, ਪਛਤਾਵਾ ਹੀ ਰਹਿ ਗਿਆ ਸੀ। ਜੇ ਉਹ ਸੋਚਦਾ, ਭਲਾ ਜੇ ਵੀ ਕਿਸੇ ਨੇ ਵਿਆਹੀ ਹੈ, ਬਸ ਇਹ ਜੇ ਹੀ ਰਹਿ ਗਈ ਸੀ ਉਸ ਕੋਲ। ਮਾਮਾ ਕੀ ਸੋਚ ਰਿਹਾ ਹੈ ਮਾਮਾ? ਬਲਵੰਤ ਦੀ ਆਵਾਜ਼ ਉਹਦੇ ਕੰਨੀ ਪਈ। ਹਾਂ, ਉਹ ਆਪਣੀਆਂ ਯਾਦਾਂ 'ਚ ਉਖੜ ਗਿਆ। ਮੈਂ ਇੰਨੀਆਂ ਆਵਾਜ਼ਾਂ ਦਿੱਤੀਆਂ, ਤੂੰ ਕੋਈ ਜਵਾਬ ਹੀ ਨਹੀਂ ਦਿੱਤਾ। ਕੀ ਸੋਚ ਰਿਹਾ? ਕੁਛ ਵੀ ਨਹੀਂ ਮਾਮਾ। ਜੇ ਆਦਮੀ ਤੇ ਕੁੱਤੇ ਮਿਲ ਕੇ ਵੀ ਇਹ ਗੰਦ ਖਤਮ ਕਰਨਾ ਚਾਹਣ ਤਾਂ ਕਦੇ ਖਤਮ ਨਾ ਹੋਵੇ। ਗਿਰਜ ਦਿਨਾਂ 'ਚ ਹੀ ਸਾਫ਼ ਕਰ ਜਾਂਦੀ ਹੈ ਨਾ? ਉਹਨੇ ਠੰਡਾ ਸਾਹ ਭਰਿਆ। ਉਹ ਜਾਣਦਾ ਸੀ ਬਲਵੰਤ ਕੁਝ ਨਹੀਂ ਜਾਣਦਾ। ਇਹਨਾਂ ਗਿਰਜਾਂ ਤੋਂ ਬਿਨਾਂ ਕੁਝ ਗਿਰਜ ਅਜਿਹੇ ਵੀ ਹਨ ਜਿਹੜੇ ਗੰਦ ਚੁੱਕਦੇ ਨਹੀਂ, ਸਗੋਂ ਵਧਾਉਂਦੇ ਹੈ। ਸਰਦਾਰਾਂ ਨੂੰ ਛੱਡਿਆਂ ਪ੍ਰੀਤਮ ਨੇ ਇਹ ਕੰਮ ਫੜ ਲਿਆ। ਭੈਣ ਦੀ ਮੌਤ ਨੇ ਉਹਨੂੰ ਤੋੜ ਕੇ ਰੱਖ ਦਿੱਤਾ ਸੀ। ਵੈਸੇ ਵੀ ਹੁਣ ਉਹਦੇ ਬਿਨਾਂ ਬਲਵੰਤ ਨੂੰ ਸਾਂਭਣ ਵਾਲਾ ਘਰ 'ਚ ਬਚਿਆ ਕਿਹੜਾ ਸੀ? ਬਲਵੰਤ ਜਦੋਂ ਮਸੀਂ 2-3 ਸਾਲ ਦਾ ਸੀ, ਉਹਨੇ ਬਲਵੰਤ ਨੂੰ ਪਾਲਿਆ। ਇੱਜ਼ਤ ਕੀ ਹੁੰਦੀ ਹੈ, ਇਹ ਉਹਨੂੰ ਉਦੋਂ ਪਤਾ ਲੱਗਾ ਸੀ। ਬਲਵੰਤ ਹੁਣ ਗੱਭਰੂ ਹੋ ਗਿਆ ਸੀ। ਪ੍ਰੀਤਮ ਨੇ ਉਹਨੂੰ ਕੁਛ ਨਹੀਂ ਸੀ ਦੱਸਿਆ। ਉਹ ਨਹੀਂ ਸੀ ਚਾਹੁੰਦਾ ਉਹਦੀ ਭੈਣ ਦੀ ਆਖਰੀ ਨਿਸ਼ਾਨੀ ਵੀ ਉਹਦੇ ਹੱਥੋਂ ਤਿਲਕ ਜਾਵੇ। ਇੰਤਕਾਮ ਦੀ ਅੱਗ 'ਚ ਜਲਣ ਨਾਲੋਂ ਉਹ ਪਛਤਾਵੇ ਦੀ ਭੱਠੀ 'ਚ ਜਲ ਰਿਹਾ ਸੀ। ਗੱਡੀ ਖਿੱਚਦਾ ਸੰਡਾ ਆਪਣੀ ਮਸਤ ਚਾਲੇ ਤੁਰਿਆ ਜਾ ਰਿਹਾ ਸੀ। ਉਹ ਕਿਹੜਾ ਜਾਣਦਾ ਸੀ ਕਿ ਜਿਸ ਗੱਡੀ ਨੂੰ ਅੱਜ ਉਹ ਖਿੱਚ ਰਿਹਾ ਹੈ, ਇੱਕ ਦਿਨ ਉਹਨੇ ਖੁਦ ਇਸ ਗੱਡੀ ਦਾ ਭਾਰ ਬਣਨਾ ਹੈ। ਉਸ ਤੋਂ ਪਹਿਲਾਂ ਤਿੰਨਾਂ ਨਾਲ ਇਸ ਤਰ੍ਹਾਂ ਹੋ ਚੁੱਕਾ ਸੀ। ਪ੍ਰੀਤਮ ਕੋਲ ਹੁਣ ਪੈਸਾ ਸੀ, ਜ਼ਰੂਰਤ ਦੀ ਹਰ ਚੀਜ਼ ਵੀ ਸੀ, ਪਰ ਕੀ ਉਹ ਪੈਸੇ ਨਾਲ ਬਲਵੰਤ ਨੂੰ ਉਹਦੀ ਮਾਂ ਵਾਪਸ ਲਿਆ ਕੇ ਦੇ ਸਕਦਾ ਸੀ? ਨਹੀਂ, ਕਦੀ ਨਹੀਂ।
ਬਲਵੰਤ ਨੂੰ ਉਹਨੇ ਔਲਾਦ ਦੀ ਤਰ੍ਹਾਂ ਪਾਲਿਆ ਸੀ। ਆਪਣੀ ਸ਼ਾਦੀ ਬਾਰੇ ਤਾਂ ਉਹਨੇ ਦਿਲ ਦੀ ਕਿਤਾਬ 'ਚੋਂ ਵਰਕਾ ਹੀ ਪਾੜ ਦਿੱਤਾ ਸੀ। ਹੁਣ ਤਾਂ ਇੱਕ ਪਛਤਾਵਾ ਹੀ ਸੀ ਜੋ ਉਹਨੂੰ ਗਿਰਜਾਂ ਦੀ ਤਰ੍ਹਾਂ ਖਾ ਰਿਹਾ ਸੀ। ਪਛਤਾਵਾ ਜੇ ਕਿਸੇ ਜੁਰਮ ਨੂੰ ਤਸਲੀਮ ਕਰਨ ਦੀ ਦਵਾ ਹੈ ਤਾਂ ਬਹੁਤ ਵੱਡੀ ਸਜ਼ਾ ਵੀ ਹੈ। ਵੈਸੇ ਵੀ ਦਵਾ ਕੌੜੀ ਹੀ ਹੁੰਦੀ ਹੈ। ਆਸ਼ਿਕ ਦੀ ਮੜੀ ਤੇ ਦੀਵਾ ਬਾਲਣ ਜਾਂਦੀ ਮਸ਼ੂਕ ਦੀ ਤਰ੍ਹਾਂ ਹਰ ਵਾਰੀ ਪ੍ਰੀਤਮ ਬਲਵੰਤ ਨਾਲ ਹੱਡਾ ਰੋੜੀ ਆਉਂਦਾ ਹੈ। ਉਸ ਸਦਮੇ ਨੂੰ ਜੀ ਆਇਆਂ ਕਹਿੰਦਾ ਹੈ ਜਿਹੜਾ ਉਹਨੂੰ ਗਿਰਜਾਂ ਦੀ ਲਾਸ਼ ਉੱਪਰ ਟੁੱਟ ਪੈਣ ਤੇ ਪਹੁੰਚਦਾ ਹੈ। ਉਹਦੀਆਂ ਅੱਖਾਂ ਦਾ ਨਮਕੀਨ ਪਾਣੀ ਉਹਦੇ ਇਸ ਦਰਦ ਦੀ ਦਵਾ ਬਣਦਾ ਹੈ। ਇਹ ਸਭ ਕੁਝ ਜਾਂ ਤਾਂ ਪ੍ਰੀਤਮ ਜਾਣਦਾ ਹੈ ਤੇ ਜਾਂ ਫਿਰ ਉਸਦਾ ਰੱਬ। ਅਗਲੀ ਕਹਾਣੀ ਹੈ ਸਰਵਣ ਪੁੱਤਰ। ਹਾਂ, ਹਾਏ ਮਾਂ, ਓਏ ਹੋਏ, ਉਹ ਰੱਬਾ ਬੜਾ ਹੀ ਜ਼ਾਲਮ ਹੈ ਤੂੰ ਵੀ। ਕਹਿੰਦੇ ਨੇ ਤੇਰੇ ਘਰ 'ਚ ਦੇਰ ਹੈ ਅੰਧੇਰ ਨਹੀਂ, ਪਰ ਤੂੰ ਤਾਂ ਹਨੇਰ ਹੀ ਪਾਤਾ। ਬਹੁਤ ਚਿਰ ਹੋ ਗਿਆ ਮੰਜੇ ਤੇ ਗੋਡੇ ਰਗੜਾਉਂਦਿਆਂ, ਬਥੇਰੀਆਂ ਖਾ ਲਈਆਂ ਦਵਾਈਆਂ, ਅਜੇ ਵੀ ਤੂੰ ਨਹੀਂ ਬੋੜਦਾ। ਕੀ ਤੇਰੇ ਕੋਲ ਵੀ ਮੇਰੇ ਲਈ ਕੋਈ ਥਾਂ ਨਹੀਂ ਰਹੀ? ਹੁਣ ਤਾਂ ਨੂੰਹਾਂ ਪੁੱਤਾਂ ਨੂੰ ਵੀ ਬੁਰਾ ਲੱਗਦਾ। ਇੱਕ ਛੋਟਾ, ਉਹ ਵੀ ਕਿੰਨਾ ਕੁ ਚਿਰ ਸੇਵਾ ਕਰਦਾ ਰਹੂਗਾ। ਹੁਣ ਤਾਂ ਮੌਤ ਹੀ ਦੇ ਦੇਈਂ ਤਾਂ ਚੰਗਾ ਹੈ, ਬਥੇਰਾ ਚਿਰ ਜੀ ਲਿਆ। ਬੁੱਢਾ ਦੀਨੂ ਮੰਜੇ ਤੇ ਪਿਆ ਸਾਰੀ ਰਾਤ ਇਸ ਤਰ੍ਹਾਂ ਬੁੜਬੁੜ ਕਰਦਾ ਰਹਿੰਦਾ। ਅੱਜ ਵੀ ਕਰ ਰਿਹਾ ਸੀ। ਕੀ ਚਾਹੀਦਾ ਬਾਪੂ? ਉਹਦੇ ਛੋਟੇ ਮੁੰਡੇ ਕਰਮੇ ਨੇ ਅੰਦਰ ਆਉਂਦੇ ਪੁੱਛਿਆ। ਕੁਛ ਨਹੀਂ ਪੁੱਤਰਾ। ਫਿਰ ਤੂੰ ਕੀ ਕਹਿੰਦਾ ਸੀ ਹੌਲੀ ਹੌਲੀ? ਆਪਣੇ ਭਾਗਾਂ ਨੂੰ ਕੋਸ ਰਿਹਾ ਸੀ। ਮੌਤ ਵੀ ਨਹੀਂ ਆਉਂਦੀ ਨਾ ਬਾਪੂ। ਤੂੰ ਇਹ ਕੀ ਸੋਚਦਾ ਰਹਿਣਾ? ਹੁਣ ਤੈਨੂੰ ਛੇਤੀ ਆਰਾਮ ਆ ਜਾਣਾ, ਬਸ ਹੌਸਲਾ ਨਾ ਹਾਰੀ। ਮੁੰਡੇ ਦੀ ਆਵਾਜ਼ 'ਚ ਦੁੱਖ ਝਲਕ ਰਿਹਾ ਸੀ। ਹੰਝੂ ਅੱਖਾਂ 'ਚ ਤੈਰਦੇ ਹੀ ਸਨ ਕਿ ਬਾਹਰ ਨਿਕਲਣ ਤੋਂ ਪਹਿਲਾਂ ਜਵਾਨ ਮੁੰਡਾ ਉਹਨਾਂ ਨੂੰ ਵਿੱਚੇ ਵਿੱਚ ਪੀ ਗਿਆ। ਉਦਾਸ ਨਾ ਹੋ ਕਰਮਿਆ, ਜਿਹੜਾ ਬਣਿਆ ਉਹਨੇ ਇੱਕ ਦਿਨ ਟੁੱਟਣਾ ਵੀ ਹੈ ਨਾ। ਤੂੰ ਮੇਰੀ ਬੜੀ ਸੇਵਾ ਕੀਤੀ ਹੈ। ਉਹ ਤੇਰੇ ਦੂਜੇ ਭਰਾ ਤੇਰੇ ਨਾਲ ਨਾਰਾਜ਼ ਸੀ, ਪਰ ਉਹਨਾਂ ਆਪਣੇ ਬਾਪ ਦੀ ਕੋਈ ਖਬਰ ਨਹੀਂ ਲਈ। ਕੋਈ ਗੱਲ ਨਹੀਂ, ਤੇਰੀ ਸੇਵਾ ਦਾ ਫਲ ਤੈਨੂੰ ਮਿਲੇਗਾ। ਬੁੱਢੇ ਦੀਨੂ ਦੇ ਮੂੰਹ ਤੇ ਕੋਈ ਉਦਾਸੀ ਨਹੀਂ ਸੀ। ਉਹਦਾ ਹੱਥ ਕਰਮੇ ਦੇ ਸਿਰ ਤੇ ਸੀ, ਜਿਵੇਂ ਉਹਨੂੰ ਅਸੀਸ ਦੇ ਰਿਹਾ ਹੋਵੇ। ਕੋਈ ਨਹੀਂ ਬਾਪੂ, ਜੇ ਉਹਨਾਂ ਪਤਾ ਨਹੀਂ ਲਿਆ ਮੈਂ ਜੋ ਹਾਂ ਤੇਰੀ ਸੇਵਾ ਕਰਨ ਲਈ, ਫਿਰ ਤੇਰੀ ਨੂੰਹ ਆ, ਤੇਰੇ ਛੋਟੇ ਛੋਟੇ ਪੋਤੇ ਆ, ਅਸੀਂ ਤੈਨੂੰ ਮਰਨ ਨਹੀਂ ਦੇਣਾ ਬਾਪੂ। ਕਰਮੇ ਨੇ ਆਪਣੀ ਤੀਵੀਂ ਕੁਲਦੀਪ ਤੇ ਦੋ ਪੁੱਤਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ਜਿਵੇਂ ਉਹਨੂੰ ਪੂਰਾ ਯਕੀਨ ਸੀ ਕਿ ਉਹ ਉਹਨੂੰ ਮਰਨ ਨਹੀਂ ਦੇਣਗੇ। ਮੇਜ਼ ਤੇ ਬਲਦੀ ਬੱਤੀ ਦੀ ਲੋ ਕਰਮੇ ਨੇ ਹੋਰ ਵਧਾ ਦਿੱਤੀ। ਸ਼ਾਇਦ ਉਹਨੂੰ ਲੱਗਾ ਹੋਵੇ ਲੋ ਦੇ ਵਧਣ ਨਾਲ ਦੀਨੂ ਦੇ ਸਾਹ ਵੀ ਵੱਧ ਜਾਣਗੇ। ਦੀਨੂ ਦੇ ਹੋਰ 3 ਲੜਕੇ ਤੇ 2 ਲੜਕੀਆਂ ਸਨ। ਕਰਮਾ ਸਾਰਿਆਂ ਤੋਂ ਛੋਟਾ ਸੀ। ਦੀਨੂ ਇਸ ਕੋਲ ਹੀ ਰਹਿ ਰਿਹਾ ਸੀ। ਕਰਮੇ ਤੋਂ ਵੱਡਾ ਧਰਮਾ, ਉਹ ਤੋਂ ਵੱਡਾ ਸਰਵਣ, ਸਾਰਿਆਂ ਤੋਂ ਵੱਡਾ ਹੰਸਾ। ਜਿੰਨਾ ਚਿਰ ਉਹ ਤਕੜਾ ਰਿਹਾ ਉਹਨੇ ਰੱਜ ਕੇ ਕਮਾਈ ਕੀਤੀ। ਸਹੁੰ ਖਾਣ ਨੂੰ ਵੀ ਉਹਨੇ ਬਿਨਾਂ ਵਜ੍ਹਾ ਕਦੇ ਦਿਹਾੜੀ ਨਹੀਂ ਸੀ ਭੰਨੀ। ਬਾਲਣ, ਲੱਕੜੀ, ਪੱਠੇ, ਦੱਥੇ ਉਹਦੀ ਘਰ ਵਾਲੀ ਰਤਨੀ ਆਪ ਹੀ ਲੈ ਆਉਂਦੀ ਰਹੀ। ਦੋਵੇਂ ਧੀਆਂ ਜੀਤੋ ਤੇ ਮੀਤੋ ਆਪੋ ਆਪਣੇ ਘਰ ਸੁੱਖ ਨਾਲ ਰਹਿ ਰਹੀਆਂ ਸੀ। ਮੁੰਡੇ ਵੀ ਵਿਆਹੇ ਗਏ ਸੀ, ਵੱਖੋ ਵੱਖ ਰਹਿ ਰਹੇ ਸੀ। ਕੋਈ ਵੀ ਧਿਰ ਕਿਸੇ ਪੱਖੋਂ ਦੁਖੀ ਨਹੀਂ ਸੀ। ਸਭ ਕੁਝ ਰੱਬ ਨੇ ਦਿੱਤਾ ਹੋਇਆ ਸੀ। ਕਰਮੇ ਦੇ ਘਰ ਜਿਸ ਦਿਨ ਦੂਜਾ ਪੁੱਤਰ ਪੈਦਾ ਹੋਇਆ, ਚੰਗੀ ਭਲੀ ਰਤਨੀ ਉਸੇ ਦਿਨ ਰੱਬ ਨੂੰ ਪਿਆਰੀ ਹੋ ਗਈ। ਬੜੀ ਅਜੀਬ ਸਥਿਤੀ ਸੀ। ਲੋਕ ਰਤਨੀ ਦਾ ਅਫਸੋਸ ਵੀ ਕਰ ਜਾਣ, ਮੁੰਡੇ ਦੀਆਂ ਵਧਾਈਆਂ ਵੀ ਦੇ ਜਾਣ। ਰਤਨੀ ਦੇ ਮਰਨ ਤੋਂ ਬਾਅਦ ਦੀਨੂ ਦੇ ਪੱਠੇ ਦੱਥੇ ਦਾ ਕੰਮ ਆਪ ਸਾਂਭ ਲਿਆ। ਕਰਮੇ ਦੀ ਵਹੁਟੀ ਕੁਲਦੀਪ ਨੂੰ ਉਹਨੇ ਕਦੇ ਵੀ ਖੇਤੀ ਬੰਨੀ ਜਾਣ ਨਹੀਂ ਸੀ ਦਿੱਤਾ। ਜੇ ਕਰਮਾ ਕਹਿ ਵੀ ਦਿੰਦਾ ਤਾਂ ਉਹ ਕਹਿੰਦਾ ਦਾਲ ਰੋਟੀ ਬਣਾਏਗਾ, ਦਾਲ ਰੋਟੀ ਬਣਾਏਗੀ, ਨਿੱਕੇ ਨਿਆਣੇ ਸਾਂਭੇਗੀ। ਦੀਨੂ ਦਾ ਸਭ ਤੋਂ ਵੱਡਾ ਮੁੰਡਾ ਹੰਸਾ ਚੰਡੀਗੜ੍ਹ ਸੈਕਟਰੀਏਟ 'ਚ ਨੌਕਰੀ ਕਰਦਾ ਸੀ। 25-30 ਸਾਲ ਪਹਿਲਾਂ 10ਵੀਂ ਕਰਨ ਤੋਂ ਬਾਅਦ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਮਹਿਕਮੇ 'ਚ ਰੁਜ਼ਗਾਰ ਮਿਲ ਹੀ ਜਾਂਦਾ ਸੀ। ਇਹਨਾਂ ਜਾਤਾਂ ਦੇ ਬੱਚੇ ਸਕੂਲ 'ਚ ਆਉਂਦੇ ਵੀ ਤਾਂ ਬਹੁਤ ਘੱਟ ਸੀ। ਜੇ ਆਉਂਦੇ ਵੀ ਤਾਂ ਮਿਡਲ ਪਾਸ ਕਰਨ ਤੋਂ ਪਹਿਲਾਂ ਝੜ ਜਾਂਦੇ। ਮਾਪੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਮ ਧੰਦੇ ਤੇ ਲਾ ਹੀ ਦਿੰਦੇ। ਹੰਸਾ ਅਜਿਹਾ ਪਿੰਡ ਹੋ ਗਿਆ, ਚੰਡੀਗੜ੍ਹ ਦਾ ਹੋ ਕੇ ਹੀ ਰਹਿ ਗਿਆ। ਪਹਿਲਾਂ ਮਹੀਨੇ ਦੇ ਮਹੀਨੇ ਬਾਅਦ ਆਉਂਦਾ ਰਿਹਾ, ਫਿਰ ਸਾਲ 6 ਬਾਅਦ ਕਦੇ ਕਦੇ ਖੱਤ ਲਿਖਦਾ, ਉਹ ਵੀ ਘੁੰਮ ਘੁਮਾ ਕੇ ਮਿਲਦੇ। ਉਹਨੇ ਆਪਣੇ ਨਾਂ ਨਾਲ ਸ਼ਰਮਾ ਲਿਖਣਾ ਸ਼ੁਰੂ ਕਰਤਾ ਸੀ, ਹੰਸਰਾਜ ਸ਼ਰਮਾ। ਵਿਆਹ ਵੀ ਉਹਨੇ ਆਪਣੀ ਮਰਜ਼ੀ ਨਾਲ ਪੰਡਤਾਂ ਦੀ ਕੁੜੀ ਨਾਲ ਕਰਾ ਲਿਆ ਸੀ, ਬਿਨਾਂ ਕਿਸੇ ਰਿਸ਼ਤੇਦਾਰ ਨੂੰ ਸੱਦਿਆਂ ਬੁਲਾਇਆ। ਉਹਦੇ ਖੱਤ ਬਾਹਮਣਾਂ ਦੇ ਘਰਾਂ ਵੱਲ ਘੁੰਮਦੇ ਰਹਿੰਦੇ।
ਕਦੇ ਵਾਪਸ ਹੋ ਜਾਂਦੇ, ਕਦੇ ਕੋਈ ਖੋਲ ਕੇ ਪੜ੍ਹ ਲੈਂਦਾ ਤਾਂ ਦੀਨੂ ਦੇ ਘਰ ਜਾਂਦਾ। ਦੀਨੂ ਨੂੰ ਬੜਾ ਗੁੱਸਾ ਆਉਂਦਾ, ਉਹ ਕੰਜਰਾ, ਉਹ ਇਹ ਕੀ ਚੰਦ ਚਾੜੀ ਜਾਂਦਾ, ਦੀਨ ਮਜ਼ਹਬ ਹੀ ਭੁੱਲ ਗਿਆ, ਤੂੰ ਕਿਹੜਾ ਨਵਾਂ ਬਾਪ ਬਣਾ ਲਿਆ ਓਏ ਕੋੜੀਆ, ਬੁੜਬੁੜ ਕਰਦਾ ਉਹ ਹੰਸੇ ਨੂੰ ਕੋਸੀ ਜਾਂਦਾ ਤੇ ਨਾਲੇ ਗਾਲਾਂ ਕੱਢੀ ਜਾਂਦਾ। ਤਰੱਕੀ ਦੀ ਪੌੜੀ ਚੜ੍ਹਦਾ ਚੜ੍ਹਦਾ ਹੰਸਰਾਜ ਅੰਡਰ ਸੈਕਟਰੀ ਦੀ ਪੋਸਟ ਤੇ ਜਾ ਪਹੁੰਚਿਆ। ਉਹਨੂੰ ਸਰਕਾਰੀ ਕੋਠੀ ਅਲਾਟ ਹੋ ਗਈ। ਕਦੇ ਕਦੇ ਪਿੰਡ ਦੇ ਲੋਕ ਚੰਡੀਗੜ੍ਹ ਜਾਂਦੇ ਉਹਨੂੰ ਮਿਲਦੇ, ਵੇਲੇ ਕੁ ਵੇਲੇ ਉਹਦੇ ਘਰ ਰਾਤ ਵੀ ਕੱਟ ਆਉਂਦੇ, ਪਿੰਡ ਆ ਕੇ ਉਹਦੇ ਠਾਠ ਦੀਆਂ ਗੱਲਾਂ ਕਰਦੇ। 2-3 ਨੌਕਰ ਘਰ ਆਉਂਦੇ, ਕੋਈ ਝਾੜੂ ਪੋਚਾ ਕਰ ਜਾਂਦਾ, ਕੋਈ ਕੱਪੜੇ ਧੋ ਜਾਂਦਾ, ਘਰ ਦੀ ਬਗੀਚੀ 'ਚ ਫੁੱਲ ਬੂਟੇ ਲਾਉਣ ਵਾਲਾ ਵੱਖਰਾ। ਇੱਕ ਵਾਰੀ ਦੀਨੂ ਉਹਨੂੰ ਮਿਲਣ ਲਈ ਚੰਡੀਗੜ੍ਹ ਚਲਾ ਗਿਆ। ਗੱਲ ਲੰਬੀ ਕਮੀਜ਼ ਤੇ ਤੇੜ ਚਾਦਰ, ਸਰਸਰੀ ਤੌਰ ਤੇ ਨੂੰਹ ਰਾਣੀ ਪੈਰੀ ਹੱਥ ਲਾ ਗਈ। ਨਿਆਣਾ ਕੋਈ ਪਾਸ ਉਹਦੇ ਆਇਆ ਨਾ। ਹੰਸਰਾਜ 10 ਮਿੰਟ ਬਹਿ ਕੇ ਕਿਸੇ ਪਾਰਟੀ 'ਚ ਜਾ ਬੈਠਾ। ਜਿਸ ਕਮਰੇ 'ਚ ਉਹ ਜਾ ਕੇ ਬੈਠਾ ਸੀ, ਸਵੇਰ ਤੱਕ ਕੈਦੀਆਂ ਵਾਂਗ ਉਸੇ ਕਮਰੇ 'ਚ ਧੜਿਆ ਰਿਹਾ। ਦਿਨ ਚੜੇ ਰੋਟੀ ਪਾਣੀ ਖਾ ਕੇ ਦੀਨੂ ਡਰਾਇੰਗ ਰੂਮ 'ਚੋਂ ਬਾਹਰ ਬਰਾਂਡੇ 'ਚ ਬੈਠਾ ਸੀ। ਹੰਸਰਾਜ ਦੇ ਕੁਝ ਦੋਸਤ ਘਰ ਆਏ। ਗੱਲਾਂ ਗੱਲਾਂ 'ਚ ਇੱਕ ਨੇ ਦੀਨੂ ਬਾਰੇ ਪੁੱਛਿਆ ਕਿ ਵੀ ਕੌਣ ਹੈ। ਹੰਸਰਾਜ ਨੇ ਪਿੰਡ ਤੋਂ ਹੈ, ਇੱਥੇ ਕਿਸੇ ਕੰਮ ਆਇਆ ਸੀ, ਰਾਤੀ ਕੋ ਵੇਲਾ ਹੋ ਗਿਆ ਤਾਂ ਘਰ ਆ ਗਿਆ, ਕਹਿ ਕੇ ਖਹਿੜਾ ਛੁਡਾ ਲਿਆ। ਦੀਨੂ ਨੇ ਸੁਣ ਲਿਆ, ਬਿਨਾਂ ਕੁਝ ਕਹੇ ਉਸੇ ਵੇਲੇ ਪਿੰਡ ਦੇ ਰਾਹ ਪੈ ਗਿਆ। ਉਹ ਸੋਚਦਾ ਜਿਹੜਾ ਪੁੱਤ 4 ਬੰਦਿਆਂ 'ਚ ਪਿਓ ਨੂੰ ਪਿਓ ਨਹੀਂ ਕਹਿ ਸਕਦਾ, ਉਹਦੀ ਅਫਸਰੀ ਨੂੰ ਉਹਨੇ ਕੀ ਕਰਨਾ। ਚੰਗਾ ਹੋਇਆ ਉਹਨੇ ਹੋਰ ਕੋਈ ਨਿਆਣਾ ਨਹੀਂ ਪੜ੍ਹਾਇਆ, ਨਹੀਂ ਤਾਂ ਔਲਾਦ ਹੁੰਦਿਆਂ ਸੁੰਦਿਆਂ ਵੀ ਬੇਔਲਾਦ ਹੋ ਜਾਂਦਾ। ਮੁੜ ਕੇ ਕਦੀ ਵੀ ਉਹਨੇ ਹੰਸਰਾਜ ਦਾ ਨਾਂ ਜ਼ੁਬਾਨ ਤੇ ਨਾ ਆਉਣ ਦਿੱਤਾ। ਉਹਨੇ 4 ਦੀ ਜਗ੍ਹਾ 3 ਪੁੱਤਰਾਂ ਤੇ ਹੀ ਸਬਰ ਕਰ ਲਿਆ। ਹੰਸਰਾਜ ਨੇ ਤਾਂ ਉਹ ਤੋਂ ਬਾਅਦ ਮਰਨੇ ਜੰਮਣੇ ਤੇ ਆਉਣਾ ਵੀ ਛੱਡਤਾ ਸੀ। ਕਦੇ ਕਦੇ ਦੀਨੂ ਧਰਮੇ ਤੇ ਸਰਵਣ ਵੱਲ ਵੀ ਚਲਾ ਜਾਂਦਾ। ਉਹਨਾਂ ਦਾ ਵੀ ਕੁਝ ਨਾ ਕੁਝ ਸਵਾਰ ਆਉਂਦਾ। ਉਹਨਾਂ ਦੇ ਬੱਚੇ ਬਾਬਾ ਆਹ ਦੇ ਬਾਬਾ ਉਹ ਦੇ ਲਾਈ ਰੱਖਦੇ, ਉਹ ਉਹਨਾਂ ਨੂੰ ਵੀ ਕੋਈ ਨਾ ਕੋਈ ਚੀਜ਼ ਲੈ ਦਿੰਦਾ। ਪੁੱਤਰ ਵੀ ਬਾਪੂ ਬਾਪੂ ਕਰਦੇ ਰਹਿੰਦੇ। ਦੋਵੇਂ ਭਰਾ ਕਦੇ ਕਦੇ ਕਰਮੇ ਵੱਲ ਗੇੜਾ ਮਾਰ ਜਾਂਦੇ ਸੀ। ਦੀਨੂ ਉਦੋਂ 17 ਨੂੰ ਪਾਰ ਕਰ ਗਿਆ ਸੀ ਜਦੋਂ ਰੋਗਾਂ ਨੇ ਉਹਨੂੰ ਹਲਕਾ ਹਲਕਾ ਘੇਰਾ ਪਾਉਣਾ ਸ਼ੁਰੂ ਕਰਤਾ। ਹੱਡੀ ਦਾ ਚੀੜਾ ਹੋਣ ਕਰਕੇ ਛੇਤੀ ਕੀਤਿਆਂ ਮੰਜੇ ਤੇ ਘੱਟ ਹੀ ਡਿੱਗਦਾ, ਪਰ ਪਿਛਲੇ 2 ਕੁ ਸਾਲਾਂ ਤੋਂ ਸਾਹ ਦੀ ਸ਼ਿਕਾਇਤ ਤੇ ਜੋੜਾਂ ਦੇ ਦਰਦਾਂ ਨੇ ਉਹਨੂੰ ਤੁਰਨ ਫਿਰਨ ਤੋਂ ਆਕੀ ਕਰਤਾ ਸੀ। ਕਰਮਾ ਆਪਣੇ ਵਿੱਤ ਮੁਤਾਬਕ ਉਹਦੀ ਦਵਾਈ ਦਾਰੂ ਕਰੀ ਜਾਂਦਾ ਸੀ। ਦੀਨੂ ਨੇ ਸਾਰੀ ਉਮਰ ਕਦੇ ਪੁੱਤਰਾਂ ਦੇ ਹੱਥਾਂ ਵੱਲ ਨਹੀਂ ਸੀ ਝਾਕਿਆ, ਕਿਸੇ ਤੋਂ ਕੁਝ ਲਿਆ ਨਹੀਂ ਸੀ, ਉਲਟਾ ਦਿੱਤਾ ਹੀ ਸੀ। ਹੁਣ ਜਦੋਂ ਬਿਮਾਰ ਹੋਇਆ, ਧਰਮੇ ਤੇ ਸਰਵਣ ਵਿੱਚੋਂ ਕੋਈ ਵੀ ਨੇੜੇ ਨਹੀਂ ਸੀ ਢੁੱਕਾ। ਬਹਾਨੇ ਨਾਲ ਹੀ ਮਾੜੀ ਜੀ ਗੱਲ ਤੋਂ ਸਰਵਣ ਕਰਮੇ ਨਾਲ ਝਗੜ ਪਿਆ, ਦੂਜਾ ਵੀ ਉਹਦੇ ਮਗਰ ਹੋ ਤੁਰਿਆ। ਫਿਰ ਕਿਸੇ ਨੇ ਬਾਤ ਨਾ ਪੁੱਛੀ, ਜਿਵੇਂ ਡਰਦੇ ਹੋਣ ਕਿ ਬਾਪੂ ਤੇ ਕੋਈ ਪੈਸਾ ਨਾ ਖਰਚ ਹੋ ਜਾਏ। ਕਰਮੇ ਨੇ ਹੀ ਉਹਨੂੰ ਸਾਂਭਿਆ, ਉਹਦਾ ਦੁੱਖ ਸੁੱਖ ਦੇਖਿਆ। ਸਿਆਣਿਆਂ ਦੀ ਕਹੀ ਗੱਲ ਕਿਤੇ ਕਿਤੇ ਉਹਨੂੰ ਯਾਦ ਆਉਂਦੀ ਕਿ ਸਭ ਚਲਦੀਆਂ ਦੇ ਹੀ ਯਾਰ ਨੇ। ਅਖੀਰ ਦੀਨੂ ਮਰ ਗਿਆ। ਕਰਮੇ ਨੇ ਬਥੇਰਾ ਦਵਾ ਦਾਰੂ ਕੀਤਾ, ਪਰ ਰੱਬ ਦੀ ਮਰਜ਼ੀ ਅੱਗੇ ਉਹਦੀ ਕੋਈ ਪੇਸ਼ ਨਾ ਗਈ। ਉਹਦੇ ਘਰ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਉਹਦੇ ਭਰਾ ਪਿਓ ਦੇ ਮਰਨੇ ਤੇ ਆਏ, ਭਰਜਾਈਆਂ ਚੀਕਾਂ ਮਾਰ ਮਾਰ ਰੋਈਆਂ, ਛਾਤੀਆਂ ਪਿੱਟੀਆਂ, ਦੁੱਤੜ ਮਾਰ ਮਾਰ ਉਹਨਾਂ ਆਪਣੇ ਪੱਟ ਸੁਝਾ ਲਏ। ਕਰਮੇ ਨੇ ਕਿਸੇ ਨੂੰ ਕੁਝ ਨਾ ਕਿਹਾ। ਜੀ ਤਾਂ ਕਰਦਾ ਇਹਨਾਂ ਨੂੰ ਜਿੱਦਾਂ ਆਏ ਉਸੇ ਤਰ੍ਹਾਂ ਘਰੋਂ ਬਾਹਰ ਕੱਢ ਦਿਆ। ਕੁਲਦੀਪ ਨੇ ਕਰਮੇ ਨੂੰ ਕਿਹਾ, ਨਹੀਂ ਦੀਪ, ਆਪਾਂ ਇਸ ਤਰ੍ਹਾਂ ਨਹੀਂ ਕਰਨਾ, ਉਹਨਾਂ ਦਾ ਬਾਪ ਵੀ ਤਾਂ ਇਹੀ ਆ। ਕਰਮੇ ਨੇ ਕਿਹਾ, ਬਾਪ ਇਹੀ ਬਾਪ ਹੈ ਨਾ ਇਹਨਾਂ ਦਾ। ਉਸ ਵੇਲੇ ਕਿੱਥੇ ਸੀ ਇਹ, ਜਦੋਂ ਮੌਤ ਨਾਲ ਘੁਲ ਰਿਹਾ ਸੀ। ਹੁਣ ਸਾਡੇ ਤੋਂ ਕਿਹੜਾ ਫੂਕ ਨਾ ਹੋਊ ਜਾਂ ਖੱਪੜ ਨਾ ਪਾ ਹੋਊ। ਕੁਲਦੀਪ ਦਾ ਰੋ ਰੋ ਬੁਰਾ ਹਾਲ ਸੀ। ਸ਼ਰੀਕਾਂ ਦੇ ਅੰਦਰ ਆਉਣ ਤੇ ਉਹਦਾ ਦਿਲ ਪਟਣਾ ਆ ਗਿਆ। ਕਰਮੇ ਦੇ ਸ਼ਬਦਾਂ ਨੇ ਉਲਟਾ ਵਰਦੀ ਤੇ ਤੇਲ ਵਾਲਾ ਅਸਰ ਕੀਤਾ ਸੀ। ਬਸ ਕਰ ਦੀਪਾ, ਬਸ ਕਰ, ਦੇਖ ਤੇਰਾ ਕੀ ਹਾਲ ਹੈ, ਕੀ ਕਹਿਣਗੇ ਲੋਕੀ। ਆਪਾਂ ਸੰਭਾਲ ਤੇ ਜਾ ਕੇ ਵਿਹੜੇ 'ਚ ਬੈਠ। ਕਰਮਾ ਚਿੱਤੀ 'ਚ ਫਸ ਗਿਆ। ਵਿਹੜੇ 'ਚ ਬਾਪ ਦੀ ਲਾਸ਼ ਪਈ ਸੀ ਤੇ ਪਤਨੀ ਦਾ ਉਂਝ ਹੀ ਬੁਰਾ ਹਾਲ ਸੀ। ਕਰਮਿਆ, ਜੇ ਪੈਸੇ ਧੇਲੇ ਦੀ ਲੋੜ ਹੋਈ ਤਾਂ ਸਾਨੂੰ ਸੱਦ ਦੇਈਂ, ਸਾਨੂੰ ਦੱਸ ਦੇਈਂ, ਉਹਦੇ ਵੱਡੇ ਭਰਾ ਸਰਵਣ ਨੇ ਕਿਹਾ, ਜਿਵੇਂ ਕੋਈ ਦੋਸਤ ਆਪਣੇ ਦੋਸਤ ਨੂੰ ਬਾਲ ਦੇਣ ਆਇਆ ਹੋਵੇ। ਨਹੀਂ, ਮੇਰੇ ਕੋਲ ਹੈਗੇ ਆ, ਕਰਮੇ ਨੇ ਬੇਰੁਖੀ ਨਾਲ ਜਵਾਬ ਦਿੱਤਾ। ਉਹਦਾ ਦਿਲ ਤਾਂ ਕਰਦਾ ਸੀ ਕਿ ਵੱਟ ਕੇ ਚਪੇੜ ਸਰਵਣ ਦੇ ਮੂੰਹ ਤੇ ਮਾਰੇ, ਪਰ ਆਪ ਤੋਂ ਵੱਡਾ ਹੋਣ ਕਰਕੇ ਤੇ ਲੋਕਾਂ ਦੀ ਚਰਚਾ ਤੋਂ ਡਰਦਾ ਚੁੱਪ ਹੀ ਕਰ ਰਿਹਾ। ਦੀਨੂ ਦਾ ਦਾਹ ਸੰਸਕਾਰ ਕਰਕੇ ਕਰਮਾ ਆਪਣੇ ਘਰ ਆ ਗਿਆ। ਸ਼ਰੀਕੇ ਦੇ ਤੀਵੀਆਂ ਮਰਦ ਆਪੋ ਆਪਣੇ ਘਰਾਂ ਨੂੰ ਚਲੇ ਗਏ। ਨਾਲ ਦੇ ਘਰ ਵਾਲਿਆਂ ਨੇ ਰੋਟੀ ਬਣਾ ਲਈ ਸੀ, ਜਿਹੜੀ ਉਹਨਾਂ ਬੁਰਕੀ ਬੁਰਕੀ ਖਾਧੀ। ਰੋਣ ਧੋਣ ਦਾ ਕੰਮ ਖਤਮ ਹੋ ਗਿਆ ਸੀ। ਹੁਣ ਜਿਸ ਕਿਸੇ ਨੇ ਅਫਸੋਸ ਲਈ ਆਉਣਾ ਸੀ, ਥੋੜਾ ਠਹਿਰ ਕੇ ਹੀ ਆਉਣਾ ਸੀ। ਜਦੋਂ ਹੋਰ ਸਭ ਕੁਝ
ਸਹਾਰਿਆ ਸੀ ਕਰਮਾ, ਹੁਣ ਵੀ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ। ਮਕਾਨਾਂ ਦਾ ਢੋਅ ਉਹਨੇ ਇੱਕੋ ਦਿਨ ਦਾ ਰੱਖ ਲਿਆ। ਕਈ ਲੋਕ ਗਲਤੀਆਂ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਜਾਂਦੇ ਹੈ ਕਿ ਉਹਨਾਂ ਨੂੰ ਗਲਤੀਆਂ ਕਰਕੇ ਖੁਸ਼ੀ ਮਹਿਸੂਸ ਹੋਣ ਲੱਗਦੀ ਹੈ। ਦੇਖਣ ਵਾਲਾ ਉਹਨਾਂ ਤੇ ਹੱਸਦਾ ਤੇ ਮਖੌਲ ਉਡਾਉਂਦਾ ਹੈ। ਜਿਹੜਾ ਮਾਂ-ਬਾਪ ਆਪਣੇ ਧੀਆਂ ਪੁੱਤਾਂ ਨੂੰ ਜਨਮ ਦਿੰਦਾ ਹੈ, ਫਿਰ ਪਾਲਦਾ ਪੋਸਦਾ ਹੈ, ਉਹਨਾਂ ਦਾ ਨਰਕ ਪੋਚਦਾ ਹੈ। ਮਾਂ ਬੱਚੇ ਨੂੰ ਸੁੱਕੇ ਥਾਂ ਪਾ ਕੇ ਆਪ ਗਿੱਲੇ ਥਾਂ ਪੈਂਦੀ ਹੈ। ਬਾਪ ਉਹਨਾਂ ਨੂੰ ਖਾਣ ਪੀਣ ਤੇ ਪਹਿਨਣ ਲਈ ਦਿੰਦਾ ਹੈ, ਵੱਡੇ ਹੋਣ ਤੇ ਪੜ੍ਹਾਉਂਦਾ ਹੈ, ਵਿਆਹੁੰਦਾ ਹੈ। ਉਸ ਕੁਰਬਾਨੀ ਦੇ ਬਦਲੇ ਜੇ ਉਹਨਾਂ ਦਾ ਮਰਨਾ ਵੀ ਖਰਾਬ ਹੋਵੇ ਤਾਂ ਫਿਰ ਲਾਹਨਤ ਹੈ ਜੇ ਧੀਆਂ ਪੁੱਤਾਂ ਤੇ। ਧੀਆਂ ਪੁੱਤਾਂ ਤੋਂ ਸੁੱਖ ਤਾਂ ਕਰਮਾਂ ਨਾਲ ਹੀ ਮਿਲਦਾ ਹੈ। ਹਰ ਮਾਂ ਬਾਪ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੀ ਔਲਾਦ ਨੂੰ ਚੰਗਾ ਆਦਮੀ ਬਣਾਏ। ਬਾਪ ਆਪ ਭਾਵੇਂ ਸਾਦਾ ਕੱਪੜਾ ਪਾਵੇ, ਰੁੱਖੀ ਮਿੱਸੀ ਖਾਵੇ, ਪਰ ਧੀਆਂ ਪੁੱਤਾਂ ਦੀ ਉਹ ਕੋਈ ਗੱਲ ਨਹੀਂ ਮੋੜਦਾ। ਪਰ ਇਹਦੇ ਇਵਜ਼ ਵਿੱਚ ਜੋ ਕੁਝ ਉਹਨੂੰ ਮਿਲਦਾ ਹੈ ਉਹ ਸਭ ਕਰਮਾਂ ਤੇ ਸੁੱਟ ਦਿੱਤਾ ਜਾਂਦਾ ਹੈ। ਦੀਨੂ ਨਾਲ ਵੀ ਇਹੀ ਕੁਝ ਹੋਇਆ, ਪਰ ਮਰਨ ਦੀ ਗੱਲ ਕੁਝ ਖਾਸ ਹੀ ਹੋਈ। ਜਿਸ ਦਿਨ ਮਕਾਨਾਂ ਦਾ ਢੋਅ ਕਰਮੇ ਨੇ ਰੱਖਿਆ, ਉਸੇ ਦਿਨ ਹੀ ਸਰਵਣ ਹੋਰਾਂ ਨੇ ਰੱਖ ਲਿਆ। ਮਕਾਨਾਂ ਆਉਂਦੀਆਂ ਰਹੀਆਂ, ਪਹਿਲਾਂ ਇੱਕ ਦੇ ਆਉਂਦੀਆਂ, ਫਿਰ ਦੂਜੇ ਦੇ। ਸ਼ਰੀਕੇ ਦੀਆਂ ਔਰਤਾਂ ਕਦੇ ਇੱਕ ਪਾਸੇ ਦੌੜਦੀਆਂ, ਕਦੇ ਦੂਜੇ ਪਾਸੇ। ਕੁਝ ਰਿਸ਼ਤੇਦਾਰ ਅਜਿਹੇ ਵੀ ਸਨ ਜਿਹੜੇ ਇੱਕੋ ਪਾਸੇ ਹੀ ਜਾਂਦੇ ਸੀ। ਦੀਨੂ ਦੀ ਆਤਮਾ ਦੀ ਸ਼ਾਂਤੀ ਲਈ ਕਰਮੇ ਨੇ ਘਰ 'ਚ ਸਹਿਜ ਪਾਠ ਰਖਵਾ ਲਿਆ। ਸਰਵਣ ਕਿਹੜਾ ਘੱਟ ਸੀ। 4 ਦਿਨਾਂ ਬਾਅਦ ਉਹਨੇ ਆਪਣੇ ਘਰ 'ਚ ਅਖੰਡ ਪਾਠ ਸ਼ੁਰੂ ਕਰਵਾ ਲਿਆ। ਦੋਵਾਂ ਘਰਾਂ 'ਚ ਪਾਠ ਦੇ ਭੋਗ ਇੱਕੋ ਦਿਨ ਪਾਏ ਗਏ। ਸਰਵਣ ਨੇ ਤਾਂ ਪਾਠੀ ਸੱਜਣਾ ਨੂੰ ਬਸਤਰ ਤੇ ਬਿਸਤਰ ਦੇ ਕੇ ਤੋਰਿਆ। ਕਰਮੇ ਦੇ ਘਰ ਰੋਟੀ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਤੇ ਸਰਵਣ ਦੇ ਘਰ ਜਲੇਬੀਆਂ ਦਾ ਲੰਗਰ ਲਾਇਆ ਗਿਆ। ਗੱਲ ਕੀ ਚੰਗੀ ਜੱਗ ਹਸਾਈ ਹੋਈ। ਜਿੱਥੋਂ ਜਿੱਥੋਂ ਵੀ ਕੋਈ ਆਇਆ ਸੀ, ਉੱਥੇ ਉੱਥੇ ਹੀ ਇਸ ਗੱਲ ਦਾ ਮਖੌਲ ਉਡਾਇਆ ਗਿਆ। ਇੱਕ ਨੇ ਦੂਜੀ ਕੋਲ, ਦੂਜੀ ਨੇ ਤੀਜੀ ਕੋਲ। ਇਸ ਤਰ੍ਹਾਂ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਸੀ। ਮਰਨ ਤੋਂ ਬਾਅਦ ਦੀਨੂ 2 ਹਿੱਸਿਆਂ 'ਚ ਵੰਡਿਆ ਗਿਆ ਸੀ। ਵੰਡਿਆ ਕਿਹਨੇ? ਉਹਦੇ ਸਰਵਣ ਵਰਗੇ ਪੁੱਤਰ ਨੇ। ਬਈ ਰੱਬ ਹੀ ਬਚਾਏ ਇਹੋ ਜਿਹੇ ਸਰਵਣ ਪੁੱਤ। ਧੰਨਵਾਦ।